हाँ जी, गुड मॉर्निंग साਰਿਆਂ ਨੂੰ। ਵੈਰੀ ਵੈਰੀ ਗੁੱਡ ਮॉर्निंग। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ ਸਾਰੇ? ਚਲੋ ਅੱਜ ਤਾਂ ਮੌਸਮ ਵੀ ਵਧੀਆ, ਅੱਜ ਤਾਂ ਸਾਰੇ ਜਲਦੀ ਜਲਦੀ ਆ ਜਾਓ। ਇੱਕ ਵਾਰ ਕਮੈਂਟ ਕਰ ਦਿਓ, ਆਡੀਬਲ ਆ ਮੈਂ, ਵਿਜ਼ੀਬਲ ਆ? ਗੁੱਡ ਮॉर्निंग ਜੀ, ਗੁੱਡ ਮॉर्निंग, ਵੈਰੀ ਗੁੱਡ ਮॉर्निंग। ਇੱਕ ਵਾਰ ਕਮੈਂਟ ਕਰ ਦਿਓ ਜੀ, ਆਡੀਬਲ ਆ ਮੈਂ? ਗੁੱਡ ਮॉर्निंग ਰਮਨ। ਆਵਾਜ਼ ਆ ਰਹੀ ਹੈ ਜੀ? ਪਲੀਜ਼ ਕਮੈਂਟ ਕਰੋ ਇੱਕ ਵਾਰੀ। ਲੈਕਚਰ ਸਟਾਰਟ ਕਰੀਏ ਫਿਰ ਆਪਾਂ। ਓਕੇ ਜੀ ਸੋਨੀਆ, ਠੀਕ ਹੈ ਜੀ। ਚਲੋ ਦੇਖੋ, ਪਹਿਲਾਂ ਤਾਂ ਜਿਹੜੇ ਆਪਣੇ ਲਾਸਟ ਲੈਕਚਰ ਸੀ, ਲਾਸਟ ਸੈਸ਼ਨ ਸੀਗੇ, ਠੀਕ ਹੈ, ਫੰਡਾਮੈਂਟਲ ਰਾਈਟਸ ਵਾਲਾ ਅਤੇ ਪਾਰਟਸ ਵਾਲਾ, ਸ਼ਡਿਊਲਸ ਵਾਲਾ, ਅਗਰ ਉਸ ਦੇ ਵਿੱਚ ਕੋਈ ਵੀ ਡਾਊਟ ਹੈ ਪਲੀਜ਼ ਇੱਕ ਵਾਰੀ ਮੈਨੂੰ ਦੱਸ ਦਿਓ। ਫਿਰ ਆਪਾਂ ਡਾਊਟ ਕਲੀਅਰ ਕਰਨ ਤੋਂ ਬਾਅਦ ਆਪਾਂ ਲੈਕਚਰ ਕੰਟੀਨਿਊ ਕਰਦੇ ਹਾਂ, ਠੀਕ ਹੈ। ਕੱਲ੍ਹ ਜਗ੍ਹਾ ਤੋਂ ਕੱਲ੍ਹ ਆਪਾਂ ਨੇ ਅਨਟੱਚੇਬਿਲਿਟੀ ਤੱਕ ਕਵਰ ਕਰ ਲਿਆ ਸੀਗਾ, ਠੀਕ ਹੈ। ਆਰਟੀਕਲ 17 ਕਵਰ ਕਰ ਲਿਆ ਸੀ ਆਪਾਂ ਨੇ ਕੱਲ੍ਹ। ਅਗਰ ਕੱਲ੍ਹ ਦੇ ਲੈਕਚਰ ਜਾਂ ਉਸ ਤੋਂ ਪਹਿਲਾਂ ਕੋਈ ਡਾਊਟ ਹੈ ਤਾਂ ਪਲੀਜ਼ ਇੱਕ ਵਾਰੀ ਮੈਨੂੰ ਦੱਸ ਦਿਓ, ਆਪਾਂ ਡਾਊਟ ਕਲੀਅਰ ਕਰਕੇ ਫਿਰ ਨੈਕਸਟ ਆਪਾਂ ਕੰਟੀਨਿਊ ਕਰਦੇ ਹਾਂ, ਠੀਕ ਹੈ ਜੀ। ਠੀਕ ਹੈ, ਠੀਕ ਹੈ, ਠੀਕ। ਗੁੱਡ ਮॉर्निंग, ਗੁੱਡ ਮॉर्निंग, ਗੁੱਡ ਮॉर्निंग ਐਵਰੀਬਡੀ, ਗੁੱਡ ਮॉर्निंग। ਚਲੋ ਠੀਕ ਹੈ, ਕੋਈ ਡਾਊਟ ਹੋਇਆ ਤਾਂ ਪਲੀਜ਼ ਕਮੈਂਟ ਕਰ ਦਿਓ, ਆਪਾਂ ਸਟਾਰਟ ਕਰਦੇ ਹਾਂ। ਆਪਾਂ ਨੇ ਕੱਲ੍ਹ ਆਰਟੀਕਲ 17 ਕਰ ਲਿਆ ਸੀਗਾ, ਠੀਕ ਹੈ। ਦੇਖੋ ਆਪਾਂ ਫੰਡਾਮੈਂਟਲ ਰਾਈਟਸ ਪੜ੍ਹ ਰਹੇ ਹਾਂ, ਫੰਡਾਮੈਂਟਲ ਰਾਈਟਸ ਪੜ੍ਹ ਰਹੇ ਹਾਂ ਆਪਾਂ। ਫੰਡਾਮੈਂਟਲ ਰਾਈਟਸ ਦੇ ਜਿਹੜੇ ਆਰਟੀਕਲਸ ਨੇ ਉਹ ਹੈਗੇ ਨੇ 12 ਤੋਂ 35। ਆਰਟੀਕਲ 12 to 35 ਨੇ ਜਿਹੜੇ ਕੌਂਸਟੀਟਿਊਸ਼ਨ ਦੇ ਵਿੱਚ, ਉਹ ਫੰਡਾਮੈਂਟਲ ਰਾਈਟਸ ਨਾਲ ਡੀਲ ਕਰਦਾ ਹੈਗਾ, ਉਹ ਪਾਰਟ 3 ਦੇ ਵਿੱਚ ਆ ਜਾਂਦਾ ਆਪਣਾ, ਠੀਕ ਹੈ। ਚਲੋ ਹੁਣ ਆਪਾਂ ਨੇ ਆਰਟੀਕਲ 12, 13, 14, 15 ਅਤੇ 16 ਐਂਡ 17 ਆਪਾਂ ਨੇ ਕਰ ਲਿਆ, ਠੀਕ ਹੈ। 17 ਆਰਟੀਕਲਸ ਆਪਾਂ ਨੇ ਕਰ ਲਏ। ਆਰਟੀਕਲ 17 ਅਨਟੱਚੇਬਿਲਿਟੀ, ਠੀਕ ਹੈ ਨਾ। ਹੁਣ ਆਪਾਂ ਆਰਟੀਕਲ 18 ਦੀ ਗੱਲ ਕਰ ਰਹੇ ਹਾਂ, ਠੀਕ ਹੈ। ਫੰਡਾਮੈਂਟਲ ਰਾਈਟਸ ਵਾਲਾ ਚੈਪਟਰ ਮੈਂ ਅਗੇਨ ਦੱਸ ਰਿਹਾ, ਕਾਫੀ ਇੰਪੋਰਟੈਂਟ ਹੈਗਾ, ਠੀਕ ਹੈ। ਇਹ ਬੜੇ ਧਿਆਨ ਨਾਲ ਕਰਨਾ ਹੈ। ਕੀ ਦੀਪ, ਨੋ ਕੀ ਆ ਰਿਹਾ? ਨੋ ਸਰ ਕੀ? ਓਕੇ, ਡਾਊਟ ਨਹੀਂ ਹੈਗਾ ਕੋਈ? ਚਲੋ ਕੋਈ ਗੱਲ ਨਹੀਂ, ਠੀਕ ਹੈ, ਅੱਛੀ ਗੱਲ ਹੈ। ਦੇਖੋ ਐਬੋਲੀਸ਼ਨ ਆਫ ਟਾਈਟਲਸ ਦੀ ਗੱਲ ਕਰਦਾ ਹੈਗਾ ਆਰਟੀਕਲ 18। ਦੇਖੋ ਬ੍ਰਿਟਿਸ਼ ਸਰਕਾਰ ਦੇ ਵਿੱਚ ਕੀ ਸੀਗਾ, ਬ੍ਰਿਟਿਸ਼ ਸਰਕਾਰ ਦੇ ਵਿੱਚ ਤੁਹਾਨੂੰ ਪਤਾ ਵੀ ਡਿਵਾਈਡ ਐਂਡ ਰੂਲ ਦੀ ਪੋਲਿਸੀ ਸੀਗੀ, ਫੁੱਟ ਪਾਓ ਅਤੇ ਰਾਜ ਕਰੋ ਦੀ ਨੀਤੀ ਸੀਗੀ ਜਿਹੜੀ ਅੰਗਰੇਜ਼ ਸਰਕਾਰ ਸੀਗੀ। ਤਾਂ ਉਸੇ ਜਿਹੜੀ ਪੋਲਿਸੀ ਦੇ ਅੰਡਰ ਇਹ ਚੀਜ਼ ਆਉਂਦੀ ਸੀਗੀ ਕਿ ਉਹ ਕੁਛ ਲੋਕਾਂ ਨੂੰ ਜ਼ਿਆਦਾ ਵਧੀਆ ਟਾਈਟਲ ਦੇ ਦਿੰਦੇ ਸੀ, ਜਿਵੇਂ ਕਿ ਰਾਏ ਦੁਰਲਭ, ਰਾਏ ਬਹਾਦੁਰ, ਮਹਾਰਾਜ ਅਧਿਰਾਜ, ਇੱਦਾਂ ਦੇ ਜਿਹੜੇ ਟਾਈਟਲਸ ਸੀਗੇ ਉਹ ਬ੍ਰਿਟਿਸ਼ ਸਰਕਾਰ ਜਿਹੜੇ ਕੁਛ ਰਾਜੇ ਰਜਵਾੜੇ ਸੀਗੇ ਜਾਂ ਕੋਈ ਜ਼ਮੀਂਦਾਰ ਸੀਗੇ ਜਾਂ ਕੋਈ ਜਿਹੜੇ ਹੋਰ ਪ੍ਰੋਮੀਨੈਂਟ ਲੋਕ ਸੀ ਸੁਸਾਇਟੀ ਦੇ ਵਿੱਚ, ਜਿਹੜੇ ਅਮੀਰ ਲੋਕ ਸੀਗੇ, ਉਹਨਾਂ ਨੂੰ ਕੁਛ ਨਾ ਕੁਛ ਟਾਈਟਲ ਦੇ ਦਿੰਦੀ ਸੀਗੀ, ਜਿਹੜੀ ਕਿ ਉਹ ਟਾਈਟਲ ਕਰਕੇ ਆਮ ਲੋਕਾਂ ਨਾਲੋਂ ਉਹ ਲੋਕ ਅਲੱਗ ਦਿਖਦੇ ਸੀਗੇ, ਠੀਕ ਹੈ ਨਾ। ਤਾਂ ਇਨਇਕੁਐਲਿਟੀ ਮਤਲਬ ਬਰੀਡ ਕਰਨ ਦੀ ਕੋਸ਼ਿਸ਼ ਕਰਦੀ ਸੀ ਬ੍ਰਿਟਿਸ਼ ਸਰਕਾਰ, ਤਾਂ ਕਿ ਲੋਕਾਂ ਨੂੰ ਵੰਡਿਆ ਜਾ ਸਕੇ, ਠੀਕ ਹੈ ਨਾ। ਪਰ ਆਜ਼ਾਦੀ ਤੋਂ ਬਾਅਦ ਆਪਾਂ ਨੇ ਸਭ ਤੋਂ ਪਹਿਲਾਂ ਇਹੀ ਕੰਮ ਕੀਤਾ ਕਿ ਜਿਹੜੀ ਆਪਣੀ ਜਿਹੜੀ ਇਨਇਕੁਐਲਿਟੀ ਉਹਨੂੰ ਆਪਾਂ ਦੂਰ ਕਰੀਏ, ਠੀਕ ਹੈ ਨਾ। ਤਾਂ ਇਸੇ ਕਰਕੇ ਕੋਈ ਵੀ ਜਿਹੜਾ ਟਾਈਟਲ ਹੈਗਾ, ਹੁਣ ਸਟੇਟ ਹੈ ਜਿਹੜੀ ਆਪਣੀ ਸਰਕਾਰ ਹੈ, ਕੋਈ ਵੀ ਟਾਈਟਲ ਨਹੀਂ ਦਿੰਦੀ ਹੈਗੀ ਕਿਸੇ ਵੀ ਬੰਦੇ ਨੂੰ, ਠੀਕ ਹੈ ਨਾ, ਐਕਸੈਪਟ ਕੀ ਹੈ ਮਿਲਟਰੀ ਜਾਂ ਅਕੈਡਮਿਕ। ਦੇਖੋ ਮਿਲਟਰੀ ਟਾਈਟਲਸ ਕਿਹੜੇ ਹੁੰਦੇ ਨੇ, ਜਿਵੇਂ ਪਰਮਵੀਰ ਚੱਕਰ ਹੋ ਗਿਆ, ਆਪਾਂ ਸੁਣਦੇ ਹਾਂ ਵੀ PVC ਹੈ, ਉਹ VC ਹੈ, ਵੀਰ ਚੱਕਰ ਹੈ, ਉਹ ਪਰਮਵੀਰ ਚੱਕਰ ਹੈ, ਹੈ ਨਾ। ਤਾਂ ਇਹ ਜਿਹੜੇ ਮਿਲਟਰੀ ਟਾਈਟਲਸ ਨੇਗੇ, ਤਾਂ ਇਹਨਾਂ 'ਤੇ ਕੋਈ ਰੋਕ ਨਹੀਂ ਹੈਗੀ, ਠੀਕ ਹੈ। ਜਿਹੜੇ ਹੋਰ ਟਾਈਟਲ ਸੀਗੇ, ਜਿਵੇਂ ਰਾਏ ਦੁਰਲਭ ਹੋ ਗਿਆ, ਰਾਏ ਬਹਾਦੁਰ ਹੋ ਗਿਆ, ਇਹ ਜਿਹੜੇ ਟਾਈਟਲ ਸੀਗੇ ਪਹਿਲਾਂ ਆਪਾਂ ਮੂਵੀਜ਼ ਦੇ ਵਿੱਚ ਵੀ ਕਈ ਵਾਰ ਸੁਣਦੇ ਹਾਂ ਚੀਜ਼ਾਂ, ਬਟ ਹੁਣ ਇਹ ਟਾਈਟਲਸ ਨਹੀਂ ਹੈਗੇ, ਠੀਕ ਹੈ ਨਾ। ਇਹ ਟਾਈਟਲਸ ਅਬੋਲਿਸ਼ ਕਰ ਦਿੱਤੇ ਗਏ, ਮਤਲਬ ਖਾਰਿਜ ਕਰ ਦਿੱਤੇ ਗਏ, ਹੁਣ ਇਹ ਟਾਈਟਲਸ ਨਹੀਂ ਹੈਗੇ, ਠੀਕ ਹੈ। ਉਸ ਤੋਂ ਬਾਅਦ 'ਚੋਂ ਅਕੈਡਮਿਕ ਟਾਈਟਲਸ, ਠੀਕ ਹੈ ਨਾ, ਜਿਵੇਂ ਡਾਕਟਰ ਹੋ ਗਿਆ, ਇੰਜੀਨੀਅਰ ਹੋ ਗਿਆ, ਇਹ ਦੇਖੋ ਅਕੈਡਮਿਕ ਟਾਈਟਲਸ ਹੁੰਦੇ ਨੇਗੇ, ਤਾਂ ਇਹ ਵੀ ਫਿਲਹਾਲ ਹੈਗੇ ਨੇ, ਇਹਨਾਂ 'ਤੇ ਵੀ ਕੋਈ ਰੋਕ ਨਹੀਂ ਹੈਗੀ, ਠੀਕ ਹੈ। ਤਾਂ ਮਤਲਬ ਕੀ ਹੈ, ਐਕਸੈਪਟ ਮਿਲਟਰੀ ਅਤੇ ਅਕੈਡਮਿਕ ਟਾਈਟਲਸ ਤੋਂ ਬਿਨਾਂ ਹੋਰ ਕੋਈ ਵੀ ਟਾਈਟਲ ਇੱਦਾਂ ਦਾ ਨਹੀਂ ਦਿੱਤਾ ਜਾ ਸਕਦਾ ਸਟੇਟ ਦੁਆਰਾ, ਠੀਕ ਹੈ। ਗੁੱਡ ਮॉर्निंग ਸਰ, ਗੁੱਡ ਮॉर्निंग। ਚਲੋ ਇਸ ਤੋਂ ਇਲਾਵਾ ਦੇਖੋ ਸਟੇਟ ਤਾਂ ਦੇ ਹੀ ਨਹੀਂ ਰਹੀ ਹੈਗੀ, ਆਪਣੀ ਸਰਕਾਰ ਤਾਂ ਟਾਈਟਲ ਦੇ ਹੀ ਨਹੀਂ ਸਕਦੀ। ਉਸ ਤੋਂ ਇਲਾਵਾ ਸਿਟੀਜ਼ਨਸ ਨੇ ਜਿਹੜੇ, ਉਹ ਕਿਸੇ ਫੋਰਨ ਕੰਟਰੀ ਤੋਂ ਵੀ ਕੋਈ ਟਾਈਟਲ ਐਕਸੈਪਟ ਨਹੀਂ ਕਰ ਸਕਦੇ, ਸਿਵਾਏ ਕਿ ਪਹਿਲਾਂ ਸਰਕਾਰ ਦੀ ਇਜਾਜ਼ਤ ਲੈਣੀ ਪਏਗੀ, ਠੀਕ ਹੈ ਨਾ। ਯਾਨੀ ਕਿ ਇੰਡੀਅਨ ਸਿਟੀਜ਼ਨ ਕੋਈ ਫੋਰਨ ਕੰਟਰੀ ਤੋਂ ਕੋਈ ਟਾਈਟਲ ਐਕਸੈਪਟ ਨਹੀਂ ਕਰ ਸਕਦਾ, ਠੀਕ ਹੈ ਨਾ, ਆਪਣੇ ਆਪ। ਉਸ ਤੋਂ ਇਲਾਵਾ ਜਿਹੜਾ ਕੋਈ ਫੋਰਨਰ ਹੈਗਾ, ਕੋਈ ਬਾਹਰਲੇ ਦੇਸ਼ ਦਾ ਬੰਦਾ ਹੈ, ਆਪਣੀ ਭਾਰਤ ਸਰਕਾਰ ਲਈ ਕੋਈ ਕੰਮ ਕਰ ਰਿਹਾ ਹੈ ਆਪਣੇ ਦੇਸ਼ ਦੇ ਵਿੱਚ ਜਾਂ ਬਾਹਰਲੇ ਦੇਸ਼ ਦੇ ਵਿੱਚ ਵੀ, ਉਹ ਵੀ ਬਿਨਾਂ ਭਾਰਤ ਦੀ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਕੋਈ ਟਾਈਟਲ ਐਕਸੈਪਟ ਨਹੀਂ ਕਰ ਸਕਦਾ ਕਿਸੇ ਹੋਰ ਦੇਸ਼ ਤੋਂ, ਠੀਕ ਹੈ ਨਾ।
ਯਾਨੀ ਕਿ ਕੋਈ ਫੋਰਨਰ ਵੀ ਹੈ ਜਿਹੜਾ ਉਹ ਜੇਕਰ ਉਹ ਭਾਰਤ ਸਰਕਾਰ ਲਈ ਕੰਮ ਕਰ ਰਿਹਾ ਵਰਕਿੰਗ ਫੋਰ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਸਟੇਟ, ਠੀਕ ਹੈ ਨਾ, ਵਿਦਾਊਟ ਟੇਕਿੰਗ ਕੰਸੈਂਟ ਫਰੋਮ ਪ੍ਰੈਜ਼ੀਡੈਂਟ ਹੀ ਕੈਨੋਟ ਐਕਸੈਪਟ ਦ ਟਾਈਟਲ ਫਰੋਮ ਐਨੀ ਫੋਰਨ ਕੰਟਰੀ, ਠੀਕ ਹੈ ਨਾ। ਸਿਟੀਜ਼ਨ ਫੋਰਨਰ ਵਰਕਿੰਗ ਫॉर ਗਵਰਨਮੈਂਟ ਆਫ ਇੰਡੀਆ, ਇਹ ਵੀ ਸੇਮ ਚੀਜ਼ ਆ ਗਈ ਆਲਮੋਸਟ, ਠੀਕ ਹੈ ਨਾ। ਕੋਈ ਵੀ ਐਮੈਂਡਮੈਂਟਸ, ਕੋਈ ਵੀ ਅਲਾਉਂਸਿਸ ਜਿਹੜੇ ਉਹ ਐਕਸੈਪਟ ਨਹੀਂ ਕਰ ਸਕਦਾ, ਠੀਕ ਹੈ ਨਾ, ਜਿਹੜਾ ਫੋਰਨ ਸਿਟੀਜ਼ਨ ਹੈਗਾ, ਠੀਕ ਹੈ ਜੀ। ਹੁਣ ਅੱਛਾ, ਇੰਦਰਾ ਗਾਂਧੀ ਦੇ ਆਪਣਾ ਜਦੋਂ ਆਜ਼ਾਦੀ ਹੋਈ ਸੀਗੀ, ਆਜ਼ਾਦੀ ਤੋਂ ਬਾਅਦ ਆਪਾਂ ਨੇ ਕੁਛ ਟਾਈਟਲਸ ਜਿਹੜੇ ਹੋ ਗਏ ਨੇ, ਜੇ ਕੁਛ ਅਵਾਰਡਸ ਨੇ ਜਿਹੜੇ, ਜਿਵੇਂ ਭਾਰਤ ਰਤਨ ਹੋਇਆ, ਭਾਰਤ ਵਿਭੂਸ਼ਣ ਹੋਇਆ, ਇੱਦਾਂ ਦੇ ਜਿਹੜੇ ਅਵਾਰਡ ਸੀਗੇ ਉਹ ਸਟਾਰਟ ਕੀਤੇ ਨੇ ਆਪਾਂ ਨੇ, ਠੀਕ ਹੈ ਨਾ। ਇਹ ਟਾਈਟਲਸ ਨਹੀਂ ਹੈਗੇ, ਠੀਕ ਹੈ ਨਾ, ਇਹ ਟਾਈਟਲਸ ਨਹੀਂ ਹੈਗੇ। ਉਸ ਤੋਂ ਬਾਅਦ ਕੀ ਹੋਇਆ ਸੀ, ਕਿਉਂਕਿ ਕਾਂਗਰਸ ਸਰਕਾਰ ਨੇ ਇਹ ਟਾਈਟਲਸ ਜਿਹੜੇ ਇਹ ਅਵਾਰਡ ਸੀਗੇ ਸਟਾਰਟ ਕੀਤੇ। ਕਿਹੜੇ ਕਿਹੜੇ ਅਵਾਰਡ ਸੀਗੇ, ਜਿਵੇਂ ਭਾਰਤ ਰਤਨ ਹੋ ਗਿਆ, ਭਾਰਤ ਰਤਨ, ਠੀਕ ਹੈ ਨਾ, ਇੱਦਾਂ ਦੇ ਭਾਰਤ ਵਿਭੂਸ਼ਣ, ਇਹ ਅਵਾਰਡਸ ਸਟਾਰਟ ਕੀਤੇ। ਬਟ 1977 ਦੇ ਵਿੱਚ ਕੀ ਸੀਗਾ, ਮੁਰਾਰਜੀ ਦੇਸਾਈ ਗਵਰਨਮੈਂਟ ਨੇ ਇਹਨਾਂ ਜਿਹੜੇ ਅਵਾਰਡ ਸੀਗੇ ਇਹਨਾਂ ਨੂੰ ਡਿਸਕੰਟੀਨਿਊ ਕਰਤਾ ਸੀਗਾ, ਠੀਕ ਹੈ ਨਾ, ਮਤਲਬ ਕਿ ਹਟਾਤਾ ਸੀਗਾ ਕਿ ਹੁਣ ਕੋਈ ਭਾਰਤ ਰਤਨ ਵਗੈਰਾ ਨਹੀਂ ਦਿੱਤਾ ਜਾਏਗਾ। ਬਟ 1980 ਦੇ ਵਿੱਚ ਫਿਰ ਅਗੇਨ ਤੋਂ ਫਿਰ ਇੰਦਰਾ ਗਾਂਧੀ ਆਈ ਜਦੋਂ ਦੁਬਾਰੇ, ਠੀਕ ਹੈ, ਉਹਨੇ ਫਿਰ ਇਹ ਟਾਈਟਲ ਦੁਬਾਰਾ ਰੀਇਨਸਟੇਟ ਕਰਤੇ ਜਿਹੜੇ ਇਹ ਅਵਾਰਡਸ ਸੀਗੇ। ਬਟ ਇੱਕ ਚੀਜ਼ ਹੋਰ ਹੈਗੀ, ਜਿਹੜੇ ਨੈਸ਼ਨਲ ਅਵਾਰਡਸ ਨੇ ਭਾਰਤ ਰਤਨ ਵਗੈਰਾ, ਇਹਨਾਂ ਨੂੰ ਤੁਸੀਂ ਟਾਈਟਲ ਦੇ ਤੌਰ 'ਤੇ ਯੂਜ਼ ਨਹੀਂ ਕਰ ਸਕਦੇ ਅਗੇਨ, ਠੀਕ ਹੈ ਨਾ। ਆਪਾਂ ਕਹਿ ਨਹੀਂ ਸਕਦੇ ਵੀ ਭਾਰਤ ਰਤਨ ਇਹ, ਭਾਰਤ ਰਤਨ ਉਹ, ਤੁਸੀਂ ਆਪਣੇ ਨਾਮ ਦੇ ਅੱਗੇ ਜਿਵੇਂ ਇੰਜੀਨੀਅਰ ਡਾਕਟਰ ਲਗਾ ਦਿੰਦੇ ਆ, ਉਸੇ ਤਰ੍ਹਾਂ ਭਾਰਤ ਰਤਨ ਵਗੈਰਾ ਤੁਸੀਂ ਯੂਜ਼ ਨਹੀਂ ਕਰ ਸਕਦੇ। ਅਗਰ ਤੁਹਾਨੂੰ ਮਿਲਿਆ ਵੀ ਹੋਇਆ, ਤੁਹਾਨੂੰ ਮਿਲਿਆ ਹੋਇਆ ਵੈਲ ਐਂਡ ਗੁੱਡ ਹੈ, ਕੋਈ ਇਸ਼ੂ ਨਹੀਂ ਹੈਗਾ, ਬਟ ਤੁਸੀਂ ਉਹਨੂੰ ਐਜ਼ ਅ ਟਾਈਟਲ ਯੂਜ਼ ਨਹੀਂ ਕਰ ਸਕਦੇ। ਤੁਸੀਂ ਆਪਣੇ ਕਾਰਡ ਦੇ ਨਾਮ 'ਚ ਪਾਉਣਾ, ਤੁਸੀਂ ਉਹ ਆਪਣੇ ਨਾਮ ਦੇ ਅੱਗੇ ਭਾਰਤ ਰਤਨ ਨਹੀਂ ਲਿਖ ਸਕਦੇ, ਠੀਕ ਹੈ ਨਾ। ਤਾਂ ਇਹ ਕੋਈ ਟਾਈਟਲ ਨਹੀਂ ਹੈਗਾ, ਅਵਾਰਡ ਦਿੱਤਾ ਗਿਆ ਤੁਹਾਨੂੰ ਸਰਕਾਰ ਨੇ, ਦੈਟ ਇਜ਼ ਵੈਰੀ ਗੁੱਡ, ਓਕੇ, ਉਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ, ਠੀਕ ਹੈ। ਜਿਵੇਂ ਆਪਾਂ ਇੰਜੀਨੀਅਰ ਡਾਕਟਰ ਲਗਾ ਲੈਂਦੇ ਹਾਂ ਕਿਉਂਕਿ ਉਹ ਅਕੈਡਮਿਕ ਟਾਈਟਲਸ ਨੇ, ਉਹ ਠੀਕ ਨੇ, ਬਟ ਹੋਰ ਕੋਈ ਟਾਈਟਲ ਤੁਸੀਂ ਲਗਾ ਨਹੀਂ ਸਕਦੇ, ਠੀਕ ਹੈ ਜੀ। ਕਲੀਅਰ ਹੈ ਜੀ? ਹਾਂਜੀ ਹਾਂਜੀ, ਆਰਮੀ ਰੈਂਕਸ ਲਗਾ ਸਕਦੇ ਨੇ ਜੀ, ਕਰਨਲ ਜਨਰਲ ਤਾਂ ਸੁਣਦੇ ਹੀ ਆਪਾਂ, ਰੈਂਕਸ ਨੇ ਜਿਹੜੇ ਉਹ ਤਾਂ ਲਗਾਉਂਦੇ ਹੀ ਨੇ, ਬਿਲਕੁਲ ਲਗਾਉਂਦੇ ਨੇ। ਉਸ ਤੋਂ ਇਲਾਵਾ ਵੀ ਜਿਹੜੇ ਟਾਈਟਲਸ ਨੇਗੇ ਜਿਵੇਂ ਪਰਮਵੀਰ ਚੱਕਰ ਵਗੈਰਾ, ਉਹ ਵੀ ਮਤਲਬ ਯੂਜ਼ ਕਰ ਲੈਂਦੇ ਆਪਾਂ। ਸਰ ਹਟਾਇਆ ਕਿਉਂ ਸੀ? ਦੇਖੋ ਇਹ ਸਾਰੇ ਪੋਲੀਟੀਕਲ ਰੀਜ਼ਨਸ ਹੁੰਦੇ ਨੇਗੇ, ਠੀਕ ਹੈ ਨਾ, ਕਿਉਂਕਿ ਕਾਂਗਰਸ ਸਰਕਾਰ ਨੇ ਲਿਆਂਦੇ ਸੀਗੇ ਇਹ ਅਵਾਰਡਸ, ਠੀਕ ਹੈ ਨਾ। ਉਦੋਂ ਬਾਅਦ ਜਦੋਂ ਸਰਕਾਰ ਚੇਂਜ ਹੋ ਗਈ, ਜਦੋਂ ਕਿਉਂਕਿ ਐਮਰਜੈਂਸੀ ਤੋਂ ਬਾਅਦ ਮੁਰਾਰਜੀ ਦੇਸਾਈ ਦੀ ਸਰਕਾਰ ਆਈ ਸੀਗੀ, ਤਾਂ ਓਬਵੀਅਸਲੀ ਉਹ ਪੋਲੀਟੀਕਲ ਰੀਜ਼ਨ ਨੇ, ਉਹਦੇ ਕੋਈ ਬੜਾ ਵੱਡਾ ਰੀਜ਼ਨ ਨਹੀਂ ਹੈਗਾ, ਠੀਕ ਹੈ। ਚਲੋ ਹੁਣ ਇਹ ਜਿਹੜਾ ਆਰਟੀਕਲ ਹੈ ਮੋਸਟ ਇੰਪੋਰਟੈਂਟ ਹੈ ਜੀ ਮੇਰੇ ਹਿਸਾਬ ਨਾਲ, ਠੀਕ ਹੈ ਨਾ। ਸਾਰੇ ਫੰਡਾਮੈਂਟਲ ਰਾਈਟਸ ਦੇ ਵਿੱਚੋਂ ਆਰਟੀਕਲ 19 ਹੈ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈਗਾ, ਠੀਕ ਹੈ ਨਾ, ਇਹ ਬੜੇ ਧਿਆਨ ਨਾਲ ਕਰਨਾ ਹੈ। ਇਹਦੇ ਵਿੱਚ ਕੀ ਆਉਂਦਾ, ਰਾਈਟ ਟੂ ਫਰੀਡਮ, ਆਜ਼ਾਦੀ ਦੀ ਆਪਣੇ ਕੋਲੇ ਹੱਕ ਹੈਗਾ, ਸਾਡੇ ਕੋਲੇ ਆਜ਼ਾਦੀ ਦਾ ਹੱਕ ਹੈਗਾ। ਇਹਦੇ ਵਿੱਚ ਅੱਗੇ ਤੋਂ 6 ਰਾਈਟਸ ਆ ਜਾਂਦੀਆਂ ਨੇਗੀਆਂ, ਠੀਕ ਹੈ ਨਾ। ਆਰਟੀਕਲ 19 ਦੇ ਵਿੱਚ ਰਾਈਟ ਪਹਿਲਾਂ ਤਾਂ ਦੇਖੋ ਹੈਗਾ ਰਾਈਟ ਟੂ ਫਰੀਡਮ ਹੈ ਜਿਹੜਾ ਟਾਈਟਲ ਹੈਗਾ। ਹੁਣ ਰਾਈਟ ਟੂ ਫਰੀਡਮ ਦੇ ਵਿੱਚ ਵੀ 6 ਤਰ੍ਹਾਂ ਦੀਆਂ ਰਾਈਟਸ ਆ ਜਾਂਦੀਆਂ ਨੇ, 6 ਤਰ੍ਹਾਂ ਦੀਆਂ ਫਰੀਡਮਸ ਆ ਜਾਂਦੀਆਂ ਨੇਗੀਆਂ, ਠੀਕ ਹੈ ਨਾ। ਓਰੀਜਨਲੀ ਦੇਖੋ 7 ਰਾਈਟਸ ਸੀਗੀਆਂ, ਠੀਕ ਹੈ ਨਾ, ਓਰੀਜਨਲੀ 7 ਸੀਗੀਆਂ, ਜਿਹਦੇ ਵਿੱਚੋਂ ਕੀ ਸੀਗਾ, ਰਾਈਟ ਟੂ ਪ੍ਰੋਪਰਟੀ ਹੈ ਜਿਹੜੀ ਉਹ ਹਟਾ ਦਿੱਤੀ ਗਈ ਆ ਹੁਣ 44th ਅਮੈਂਡਮੈਂਟ ਨਾਲ। ਆਪਾਂ ਨੇ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ, ਜਿਹੜੀਆਂ ਕਿ ਇਨੀਸ਼ੀਅਲ ਆਪਾਂ ਨੇ 7 ਫੰਡਾਮੈਂਟਲ ਰਾਈਟਸ ਸੀਗੀਆਂ, ਉਹ 44th ਅਮੈਂਡਮੈਂਟ ਤੋਂ ਬਾਅਦ ਸਿਰਫ 6 ਫੰਡਾਮੈਂਟਲ ਰਾਈਟਸ ਰਹਿ ਗਈਆਂ ਸੀਗੀਆਂ। 6 ਫੰਡਾਮੈਂਟਲ ਰਾਈਟਸ ਵੀ ਰਹਿ ਗਈਆਂ ਸੀ, ਉਹਦੇ ਨਾਲ ਨਾਲ ਆਰਟੀਕਲ 19 ਦੇ ਵਿੱਚ ਵੀ ਜਿਹੜੀਆਂ 7 ਤੋਂ 6 ਹੋ ਗਈਆਂ ਸੀ। ਦੋ ਅਲੱਗ-ਅਲੱਗ ਚੀਜ਼ਾਂ ਦਾ ਧਿਆਨ ਰੱਖਣਾ ਹੈਗਾ, ਠੀਕ ਹੈ ਨਾ। 12 ਤੋਂ 35 ਦੇ ਵਿੱਚ 7 ਫੰਡਾਮੈਂਟਲ ਰਾਈਟਸ ਆਪਣੀਆਂ ਆ ਜਾਂਦੀਆਂ ਨੇਗੀਆਂ, ਪਹਿਲਾਂ ਜਿਹੜੀਆਂ 1950 ਦੇ ਵਿੱਚ ਸੀਗੀਆਂ, ਬਟ 44 ਅਮੈਂਡਮੈਂਟ ਤੋਂ ਬਾਅਦ ਉਹ ਸਿਰਫ 6 ਅਮੈਂਡਮੈਂਟਸ ਰਹਿ ਗਈਆਂ ਸੀਗੀਆਂ। ਦੇਖੋ ਮੈਂ ਤੁਹਾਨੂੰ ਦੁਬਾਰਾ ਸਮਝਾ ਦਿੰਦਾ। ਦੇਖੋ ਓਰੀਜਨਲੀ 7 ਸੀਗੀਆਂ ਆਪਣੀਆਂ, ਹੈ ਨਾ, ਓਰੀਜਨਲੀ 7 ਫੰਡਾਮੈਂਟਲ ਰਾਈਟਸ ਸੀਗੀਆਂ, ਬਟ ਰਾਈਟ ਟੂ ਪ੍ਰੋਪਰਟੀ ਹੈ ਜਿਹੜਾ ਉਹ ਡਿਲੀਟ ਕਰ ਦਿੱਤਾ ਗਿਆ ਸੀ, ਤਾਂ ਕਰਕੇ ਸਿਰਫ 6 ਫੰਡਾਮੈਂਟਲ ਰਾਈਟਸ ਰਹਿ ਗਈਆਂ ਸੀ ਆਪਣੀਆਂ, ਠੀਕ ਹੈ, 44th ਅਮੈਂਡਮੈਂਟ ਨਾਲ। ਇਹ ਤਾਂ ਸੀਗੀਆਂ ਵੱਡੀ ਜਿਹੜਾ 12 ਤੋਂ 35 ਆਰਟੀਕਲ ਦੇ ਵਿੱਚ ਹੈਗਾ। ਹੁਣ ਮੈਂ ਸਿਰਫ 19 ਆਰਟੀਕਲ ਦੀ ਗੱਲ ਕਰ ਰਿਹਾ। ਆਰਟੀਕਲ 19 ਦੇ ਵਿੱਚ ਵੀ ਅੱਗੇ ਤੋਂ 7 ਫੰਡਾਮੈਂਟਲ ਰਾਈਟਸ, 7 ਜਿਹੜੀਆਂ ਰਾਈਟ ਟੂ ਫਰੀਡਮ ਸੀਗੀਆਂ, ਉਹ ਵੀ 7 ਦੀ ਜਗ੍ਹਾ ਹੁਣ 6 ਨੇਗੀਆਂ। ਇਹ ਧਿਆਨ ਰੱਖਣਾ ਥੋੜ੍ਹਾ ਜਿਹਾ, ਦੋ ਚੀਜ਼ਾਂ ਅਲੱਗ-ਅਲੱਗ ਚੀਜ਼ਾਂ ਨੇ। ਇਹ 7 ਫੰਡਾਮੈਂਟਲ ਰਾਈਟਸ ਨੇ ਅਤੇ ਇਹਦੇ ਵਿੱਚ 7 ਜਿਹੜੀਆਂ ਫਰੀਡਮ ਆਫ ਰਾਈਟਸ ਨੇਗੀਆਂ, ਠੀਕ ਹੈ ਨਾ, ਰਾਈਟ ਟੂ ਫਰੀਡਮ ਨੇਗੀਆਂ। ਡਿਊਟੀਜ਼ ਬਾਅਦ 'ਚ ਐਡ ਹੋਈਆਂ ਸੀ, ਬਿਲਕੁਲ ਡਿਊਟੀਜ਼ ਵੀ ਬਾਅਦ 'ਚ ਐਡ ਹੋਈਆਂ ਸੀਗੀਆਂ। ਰਜਿੰਦਰ ਕੁਮਾਰ ਅਭੀ 19 ਚੱਲ ਰਹੇ ਨੇ, 20 ਆਏਗਾ ਵੀ। ਆਰਟੀਕਲ 20 ਦੱਸ ਦਿਓ। ਹਾਂਜੀ ਹਾਂਜੀ, ਅਜੇ ਦੱਸਦੇ ਹਾਂ, ਆਰਟੀਕਲ 20 ਵੀ ਦੱਸਦੇ ਹਾਂ, ਠੀਕ ਹੈ। ਚਲੋ ਹੁਣ ਅਗੇਨ 44th ਅਮੈਂਡਮੈਂਟ ਦੇ ਨਾਲ ਜਿਹੜਾ ਕੀ ਹੈ ਰਾਈਟ ਟੂ ਪ੍ਰੋਪਰਟੀ ਹਟ ਗਿਆ ਸੀਗਾ, ਠੀਕ ਹੈ। ਫੰਡਾਮੈਂਟਲ ਰਾਈਟ ਨਹੀਂ ਰਿਹਾ, ਮਤਲਬ ਲੀਗਲ ਰਾਈਟ ਆਪਾਂ ਪਹਿਲਾਂ ਵੀ ਕਰਕੇ ਚੁੱਕੇ ਹਾਂ ਕਿ ਆਰਟੀਕਲ 300A ਹੈ ਜਿਹੜਾ ਉਹ ਲੀਗਲ ਰਾਈਟ ਹੈ, ਹੁਣ ਉਹ ਰਾਈਟ ਟੂ ਪ੍ਰੋਪਰਟੀ ਹੈਗਾ, ਠੀਕ ਹੈ। ਅਗੇਂਸਟ ਓਨਲੀ ਸਟੇਟ ਹੈ, ਨੋਟ ਪ੍ਰਾਈਵੇਟ ਹੈਗਾ।
ਆਪਾਂ ਨੇ ਕਿਹਾ ਸੀ ਵੀ ਕੁਛ ਰਾਈਟਸ ਇੱਦਾਂ ਦੀਆਂ ਨੇ ਜਿਹੜੀਆਂ ਸਿਰਫ ਔਰ ਸਿਰਫ ਸਟੇਟਸ ਦੇ ਅਗੇਂਸਟ ਆਪਾਂ ਨੂੰ ਅਵੇਲੇਬਲ ਹੈਗੀਆਂ ਨੇ, ਠੀਕ ਹੈ ਨਾ। ਕਿਸੇ ਪ੍ਰਾਈਵੇਟ ਬੰਦੇ ਦੇ ਖਿਲਾਫ ਆਪਾਂ ਉਸ ਨੂੰ ਕਲੇਮ ਨਹੀਂ ਕਰ ਸਕਦੇ ਕਿ ਮੈਨੂੰ ਤੁਸੀਂ ਮੈਨੂੰ ਫਰੀਡਮ ਆਫ ਇਹ ਦਿਓ, ਫਰੀਡਮ ਆਫ ਉਹ ਦਿਓ। ਤਾਂ ਇਸੇ ਤਰ੍ਹਾਂ ਜਿਹੜੇ ਰਾਈਟ ਟੂ ਫਰੀਡਮ ਹੈ ਆਰਟੀਕਲ 19 ਹੈ, ਉਹ ਸਿਰਫ ਔਰ ਸਿਰਫ ਸਟੇਟ ਦੇ ਅਗੇਂਸਟ ਅਵੇਲੇਬਲ ਹੈ। ਅਸੀਂ ਕਿਸੇ ਪ੍ਰਾਈਵੇਟ ਬੰਦੇ ਨੂੰ ਨਹੀਂ ਕਹਿ ਸਕਦੇ ਕਿ ਮੈਨੂੰ ਬੋਲਣ ਦੀ ਆਜ਼ਾਦੀ ਦਿਓ ਤੁਸੀਂ। ਅਸੀਂ ਸਿਰਫ ਸਟੇਟ ਤੋਂ ਇਹ ਹੱਕ ਮੰਗ ਸਕਦੇ ਹਾਂ ਕਿ ਸਾਨੂੰ ਬੋਲਣ ਦੀ ਆਜ਼ਾਦੀ ਦਿਓ, ਬਸ। ਓਨਲੀ ਟੂ ਸਿਟੀਜ਼ਨਸ ਹੈ, ਠੀਕ ਹੈ। ਅਗੇਨ ਸਿਰਫ ਸਿਟੀਜ਼ਨਸ ਨੂੰ ਅਵੇਲੇਬਲ ਹੈਗੀ, ਕਿਸੇ ਫੋਰਨਰ ਨੂੰ ਅਵੇਲੇਬਲ ਨਹੀਂ ਹੈਗੀ, ਠੀਕ ਹੈ ਨਾ। ਇਹ ਵੀ ਚੀਜ਼ ਹੈਗੀ, ਆਪਾਂ ਨੇ ਇਹ ਵੀ ਚੀਜ਼ ਦੇਖੀ ਸੀ ਵੀ ਕੁਛ ਜਿਹੜੀਆਂ ਰਾਈਟਸ ਨੇ ਸਿਰਫ ਔਰ ਸਿਰਫ ਸਿਟੀਜ਼ਨਸ ਨੂੰ ਅਵੇਲੇਬਲ ਨੇ, ਕੁਛ ਜਿਹੜੀਆਂ ਰਾਈਟਸ ਨੇਗੀਆਂ ਉਹ ਫੋਰਨਰਸ ਨੂੰ ਵੀ ਅਵੇਲੇਬਲ ਨੇਗੀਆਂ, ਠੀਕ ਹੈ। ਇਹ ਜਿਹੜੀ ਫੰਡਾਮੈਂਟਲ ਰਾਈਟ ਹੈਗੀ ਆਰਟੀਕਲ 19 ਵਾਲੀ, ਇਹ ਫੋਰਨਰਸ ਨੂੰ ਅਵੇਲੇਬਲ ਨਹੀਂ ਹੈਗੀ, ਠੀਕ ਹੈ। ਅਗੇਨ ਰੀਜ਼ਨੇਬਲ ਰਿਸਟ੍ਰਿਕਸ਼ਨਸ ਹਮੇਸ਼ਾ ਹੁੰਦੀਆਂ ਨੇਗੀਆਂ, ਠੀਕ ਹੈ ਨਾ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਰਾਈਟ ਟੂ ਫਰੀਡਮ ਆਫ ਸਪੀਚ ਹੈਗੀ, ਤਾਂ ਰੀਜ਼ਨੇਬਲ ਰਿਸਟ੍ਰਿਕਸ਼ਨ ਇਹਦੇ ਵਿੱਚ ਵੀ ਹੈਗੀ ਹੈ ਕਿ ਮੈਂ ਕਿਸੇ ਰਿਲੀਜੀਅਸ ਸੈਂਟੀਮੈਂਟ ਨੂੰ ਹਰਟ ਨਾ ਕਰਾਂ, ਔਰ ਇਹ ਸਭ ਮਤਲਬ ਕੁਛ ਨਾ ਕੁਛ ਰਿਸਟ੍ਰਿਕਸ਼ਨ ਹਮੇਸ਼ਾ ਰਹੇਗੀ, ਠੀਕ ਹੈ। ਤਾਂ ਪਹਿਲਾ ਜਿਹੜਾ ਸਭ ਤੋਂ ਇੰਪੋਰਟੈਂਟ ਆ ਜਾਂਦਾ ਹੈ ਰਾਈਟ, ਹੁਣੇ ਆਰਟੀਕਲ 19 ਦੇ ਵਿੱਚ ਹੀ ਚੱਲ ਰਹੇ ਆਪਾਂ, ਰਾਈਟ ਟੂ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ, ਬੋਲਣ ਦੀ ਆਜ਼ਾਦੀ ਅਤੇ ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦੀ ਆਜ਼ਾਦੀ, ਠੀਕ ਹੈ ਨਾ। ਰਾਈਟ ਟੂ ਪ੍ਰੋਪੇਗੇਟ ਵਨਸ ਵਿਊਜ਼, ਪ੍ਰੋਪੇਗੇਟ ਮਤਲਬ ਸਪਰੈਡ ਕਰਨਾ, ਫੈਲਾਉਣਾ। ਪ੍ਰੋਪੇਗੇਟ ਵਨਸ ਵਿਊਜ਼ ਐਜ਼ ਵੈਲ ਐਜ਼ ਵਿਊਜ਼ ਆਫ ਅਦਰਸ, ਅਸੀਂ ਆਪਣੇ ਵਿਚਾਰ ਕਿਸੇ ਅੱਗੇ ਰੱਖ ਸਕਦੇ ਹਾਂ, ਠੀਕ ਹੈ ਨਾ। ਇਹ ਸਾਡੀ ਫਰੀਡਮ ਆਫ ਸਪੀਚ ਦੇ ਵਿੱਚ ਆ ਜਾਂਦਾ ਹੈ। ਰਾਈਟ ਅਗੇਂਸਟ ਬੰਦ, ਦੇਖੋ ਕਿਸੇ ਨੇ ਬੰਦ ਦਾ, ਕਿਸੇ ਔਰਗਨਾਈਜੇਸ਼ਨ ਨੇ ਬੰਦ ਦਾ ਐਲਾਨ ਕਰਤਾ ਕਿ ਅਸੀਂ ਬੰਦ ਕਰਾਂਗੇ, ਠੀਕ ਹੈ ਨਾ। ਤਾਂ ਸਾਡੀ ਆਜ਼ਾਦੀ ਇਹ ਹੈ ਕਿ ਅਸੀਂ ਬੰਦ ਨਹੀਂ ਵੀ ਕਰਨਾ, ਠੀਕ ਹੈ ਨਾ। ਜੇ ਰਾਈਟ ਟੂ ਬੰਦ ਹੈਗਾ ਤਾਂ ਰਾਈਟ ਨੋਟ ਅਗੇਂਸਟ ਬੰਦ ਵੀ ਹੈਗਾ, ਤਾਂ ਮੇਰੀ ਆਜ਼ਾਦੀ ਹੈ, ਅਗਰ ਮੈਂ ਸ਼ੌਪਕੀਪਰ ਹਾਂ, ਮੈਂ ਦੁਕਾਨਦਾਰ ਹਾਂ, ਤਾਂ ਮੇਰੀ ਆਜ਼ਾਦੀ ਹੈ ਕਿ ਮੈਂ ਦੁਕਾਨ ਨਾ ਬੰਦ ਕਰਾਂ, ਠੀਕ ਹੈ ਨਾ। ਇਹ ਮੇਰੀ ਆਜ਼ਾਦੀ ਦੇ ਵਿੱਚ ਆ ਜਾਂਦਾ ਹੈਗਾ, ਠੀਕ ਹੈ। ਫਰੀਡਮ ਆਫ ਸਾਇਲੈਂਸ, ਦੇਖੋ ਆਪਾਂ ਫਰੀਡਮ ਆਫ ਸਪੀਚ ਦੀ ਗੱਲ ਕਰਦੇ ਹਾਂ ਤਾਂ ਫਰੀਡਮ ਆਫ ਸਾਇਲੈਂਸ ਵੀ ਬਿਲਕੁਲ ਹੈਗੀ ਹੈ, ਆਪੋਜ਼ਿਟ ਹੈ ਉਹਦੇ ਬਿਲਕੁਲ। ਫਰੀਡਮ ਆਫ ਸਪੀਚ ਕੀ ਕਹਿੰਦਾ ਹੈ ਵੀ ਮੈਨੂੰ ਬੋਲਣ ਦੀ ਆਜ਼ਾਦੀ ਹੈ, ਇਹਦੇ ਵਿੱਚ ਹੀ ਫਰੀਡਮ ਆਫ ਸਾਇਲੈਂਸ ਵੀ ਆ ਜਾਂਦਾ ਹੈ, ਠੀਕ ਹੈ ਨਾ। ਕਿ ਤੁਸੀਂ ਮੈਨੂੰ ਬੋਲਣ ਲਈ ਵੀ ਮਜਬੂਰ ਨਹੀਂ ਕਰ ਸਕਦੇ ਹੈਗੇ, ਠੀਕ ਹੈ ਨਾ। ਸਟੇਟ ਹੈ ਜਿਹੜੀ ਮੈਨੂੰ ਕੁਛ ਬੋਲਣ ਲਈ ਵੀ ਮਜਬੂਰ ਨਹੀਂ ਕਰ ਸਕਦੀ, ਤਾਂ ਫਰੀਡਮ ਆਫ ਸਾਇਲੈਂਸ ਵੀ ਇਹਦੇ ਵਿੱਚ ਆ ਜਾਂਦਾ। ਬੜੀ ਇੰਟਰਸਟਿੰਗ ਜਿਹੀ ਚੀਜ਼ ਹੈ ਇਹ। ਰਾਈਟ ਟੂ ਡੈਮੋਨਸਟ੍ਰੇਟ, ਪਿਕਟ, ਨੋਟ ਰਾਈਟ ਟੂ ਸਟ੍ਰਾਈਕ। ਹੁਣ ਦੇਖੋ ਜਿਹੜਾ ਧਰਨੇ ਲਾਉਣ ਦਾ ਜਾਂ ਪ੍ਰੋਟੈਸਟ ਕਰਨ ਦਾ ਆਪਣੇ ਕੋਲ ਰਾਈਟ ਬਿਲਕੁਲ ਹੈਗਾ, ਠੀਕ ਹੈ ਨਾ। ਬਟ ਰਾਈਟ ਟੂ ਸਟ੍ਰਾਈਕ ਨਹੀਂ ਹੈਗਾ। ਅਸੀਂ ਕਿਸੇ ਨੂੰ ਕਹੀਏ ਵੀ ਤੁਸੀਂ ਦੁਕਾਨਾਂ ਬੰਦ ਕਰੋ, ਇਹ ਕਰੋ, ਉਹ ਕਰੋ, ਸਟ੍ਰਾਈਕ ਕਰੋ, ਸਾਡੇ ਕੋਲ ਇਹ ਰਾਈਟ ਨਹੀਂ ਹੈਗਾ। ਸੱਚ ਕਰਦੇ ਜ਼ਰੂਰ ਆਪਾਂ, ਪਰ ਕੋਈ ਫੰਡਾਮੈਂਟਲ ਰਾਈਟ ਨਹੀਂ ਹੈਗਾ ਇੱਦਾਂ। ਹਾਂ, ਰਾਈਟ ਟੂ ਡੈਮੋਨਸਟ੍ਰੇਟ ਜ਼ਰੂਰ ਹੈਗਾ ਵੀ ਹਾਂ ਅਸੀਂ ਕੋਈ ਪ੍ਰੋਟੈਸਟ ਕਰ ਰਹੇ ਹਾਂ, ਠੀਕ ਹੈ ਨਾ। ਰਾਈਟ ਟੂ ਪਿਕਟਿੰਗ ਵੀ ਇਹੀ ਹੁੰਦਾ ਹੈ ਕਿ ਦੁਕਾਨਾਂ ਬੰਦ ਕਰਾਉਣ ਵਾਸਤੇ, ਠੀਕ ਹੈ ਨਾ, ਪੀਸਫੁਲੀ, ਕਿਸੇ ਨੂੰ ਧੱਕਾ ਨਹੀਂ ਕਰ ਸਕਦੇ ਆਪਾਂ। ਰਿਸਟ੍ਰਿਕਸ਼ਨਸ ਕੀ ਨੇਗੀਆਂ? ਸੋਵਰੇਨਿਟੀ ਅਤੇ ਇੰਟੈਗ੍ਰਿਟੀ ਆਫ ਸਿਕਿਉਰਿਟੀ ਆਫ ਇੰਡੀਆ, ਮਤਲਬ ਉਹੀ ਹੈ, ਇਹ ਰੀਜ਼ਨੇਬਲ ਰਿਸਟ੍ਰਿਕਸ਼ਨਸ ਆ ਜਾਂਦੀਆਂ ਨੇਗੀਆਂ ਕਿ ਕੁਛ ਨਾ ਕੁਛ ਰੀਜ਼ਨੇਬਲ ਰਿਸਟ੍ਰਿਕਸ਼ਨਸ ਨੇਗੀਆਂ। ਡਿਊਟੀਜ਼ ਬਾਅਦ 'ਚ ਹੋਈਆਂ। ਇਲੀਗਲ ਡਿਟੇਨ ਦੇ ਖਿਲਾਫ ਰਿਟ ਹੀਬੀਅਸ ਕਾਰਪਸ ਪ੍ਰਾਈਵੇਟ ਇੰਡੀਵਿਜੂਅਲ ਦੇ ਅਗੇਂਸਟ ਵੀ ਹੋ ਸਕਦੀ ਹੈ। ਫਿਰ ਆਰਟੀਕਲ 19 ਪ੍ਰਾਈਵੇਟ ਇੰਡੀਵਿਜੂਅਲ ਦੇ ਅਗੇਂਸਟ ਕਿਉਂ ਨਹੀਂ ਹੋ ਸਕਦਾ, ਇਹ ਆਪਾਂ ਕਰਦੇ ਹਾਂ ਗੱਲ ਜੀ। ਪ੍ਰਾਈਵੇਟ ਉਹ ਸਿਰਫ ਹੀਬੀਅਸ ਕਾਰਪਸ ਜਿਹੜੀ ਉਹੀ ਪ੍ਰਾਈਵੇਟ ਇੰਡੀਵਿਜੂਅਲ ਦੇ ਅਗੇਂਸਟ ਹੋ ਸਕਦੀ ਹੈਗੀ, ਇਹ ਵੀ ਆਪਾਂ ਅੱਗੇ ਕਰਦੇ ਹਾਂ, ਆਰਟੀਕਲ 32 ਦੇ ਵਿੱਚ ਕਰਦੇ ਹਾਂ। ਦੇਖੋ ਸਿੰਪਲ ਜਿਹਾ ਲੌਜਿਕ ਇਹ ਹੈਗਾ ਰਾਜੇ ਕਿ ਦੇਖੋ ਹੁਣ ਰਾਈਟ ਟੂ ਫਰੀਡਮ ਆਫ ਸਪੀਚ ਹੈਗੀ, ਠੀਕ ਹੈ, ਮੈਨੂੰ ਬੋਲਣ ਦੀ ਆਜ਼ਾਦੀ ਹੈ। ਹੁਣ ਮੈਨੂੰ ਕੋਈ ਪ੍ਰਾਈਵੇਟ ਬੰਦਾ, ਮੈਨੂੰ ਪਹਿਲੀ ਗੱਲ ਤਾਂ ਮੈਨੂੰ ਕੋਈ ਰੋਕ ਨਹੀਂ ਸਕਦਾ ਬੋਲਣ ਤੋਂ, ਠੀਕ ਹੈ ਨਾ। ਪਰ ਅਗਰ ਕੋਈ ਮੈਨੂੰ ਰੋਕ ਰਿਹਾ ਹੈਗਾ ਤਾਂ ਮੈਂ ਉਸ ਲਈ ਸੁਪਰੀਮ ਕੋਰਟ ਨਹੀਂ ਜਾ ਸਕਦਾ ਸਿੱਧਾ ਸਿੱਧਾ, ਠੀਕ ਹੈ। ਮੈਂ ਕੋਈ ਪੁਲਿਸ 'ਚ ਜਾ ਸਕਦਾ ਜਾਂ ਮੈਂ ਵੈਸੇ ਕਲੇਮ ਕਰ ਸਕਦਾ ਕਿ ਮੈਨੂੰ ਕੋਈ ਤੰਗ ਕਰ ਰਿਹਾ ਜਾਂ ਮੈਨੂੰ ਕੋਈ ਬੋਲਣ ਨਹੀਂ ਦੇ ਰਿਹਾ, ਕੁਝ ਮੇਰੇ ਰਾਈਟਸ ਨੂੰ ਹਰਟ ਕਰ ਰਿਹਾ, ਤਾਂ ਮੈਂ ਸਿੱਧਾ ਸੁਪਰੀਮ ਕੋਰਟ ਨਹੀਂ ਜਾ ਸਕਦਾ। ਕਿਉਂਕਿ ਫੰਡਾਮੈਂਟਲ ਰਾਈਟਸ ਦੀ ਜਿਹੜੀ ਵਾਇਲੇਸ਼ਨ ਆਪਾਂ ਪਹਿਲਾਂ ਵੀ ਕਰਕੇ ਹਟੇ ਹਾਂ ਕਿ ਅਗਰ ਤੁਹਾਡੇ ਫੰਡਾਮੈਂਟਲ ਰਾਈਟਸ ਵਾਇਲੇਟ ਹੁੰਦੇ ਨੇ ਤਾਂ ਤੁਸੀਂ ਸਿੱਧਾ ਸੁਪਰੀਮ ਕੋਰਟ ਜਾ ਸਕਦੇ ਹੋ ਆਰਟੀਕਲ 32 ਦੇ ਅੰਡਰ, ਠੀਕ ਹੈ ਨਾ। ਬਟ ਅਗਰ ਕੋਈ ਪ੍ਰਾਈਵੇਟ ਇੰਡੀਵਿਜੂਅਲ ਹਰਟ ਕਰ ਰਿਹਾ ਤਾਂ ਤੁਸੀਂ, ਤੁਹਾਡੇ ਕੋਲ ਸਿੱਧਾ ਸੁਪਰੀਮ ਕੋਰਟ ਜਾਣ ਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ, ਠੀਕ ਹੈ। ਅਗੇਨ ਕੀ ਰਿਸਟ੍ਰਿਕਸ਼ਨਸ ਇਹੀ ਨੇ ਕਿ ਅਗਰ ਤੁਸੀਂ ਦੇਸ਼ ਦੀ ਕੋਈ ਸੋਵਰੇਨਿਟੀ ਜਾਂ ਇੰਟੈਗਰਿਟੀ ਜਾਂ ਸਿਕਿਉਰਿਟੀ ਆਫ ਇੰਡੀਆ ਨੂੰ ਹਰਟ ਨਹੀਂ ਕਰ ਰਹੇ ਹੈਗੇ, ਫੋਰਨ ਕਿਸੇ ਦੂਸਰੇ ਦੇਸ਼ ਦੇ ਨਾਲ ਜਿਹੜੇ ਸਾਡੇ ਵਿਦੇਸ਼ੀ ਰਿਲੇਸ਼ਨਸ ਨੇਗੇ, ਫੋਰਨ ਰਿਲੇਸ਼ਨਸ ਨੇਗੇ, ਉਹਨੂੰ ਵੀ ਤੁਸੀਂ ਹਾਰਮ ਨਹੀਂ ਕਰ ਰਹੇ ਹੈਗੇ। ਡੀਸੈਂਸੀ ਮਤਲਬ ਡੀਸੈਂਟ ਹੋਣਾ, ਹੈ ਨਾ। ਮੋਰੈਲਿਟੀ, ਕੰਟੈਂਪਟ ਆਫ ਕੋਰਟ ਮਤਲਬ ਕੋਰਟ ਦੀ ਮਾਨਹਾਨੀ ਕਰਨਾ, ਡੈਫੇਮੇਸ਼ਨ ਹੋਣੀ, ਇਨਸਾਈਟਮੈਂਟ ਟੂ ਓਫੈਂਸ, ਇਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਰੀਜ਼ਨੇਬਲ ਰਿਸਟ੍ਰਿਕਸ਼ਨਸ ਨੇਗੀਆਂ। ਅਗਰ ਇਹਨਾਂ ਦੇ ਮੀਨਿੰਗ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ, ਤੁਹਾਨੂੰ ਸਾਰਿਆਂ ਦੇ ਜਿਹੜਾ ਸਾਰਾ ਰੈੱਡ ਦੇ ਵਿੱਚ ਲਿਖਿਆ ਹੋਇਆ ਹੈਗਾ ਟੈਕਸਟ ਦੇ ਵਿੱਚ, ਅਗਰ ਇਹਨਾਂ ਦੀ ਮੀਨਿੰਗ ਦੇ ਵਿੱਚ ਪ੍ਰੋਬਲਮ ਹੈ ਤਾਂ ਮੈਨੂੰ ਦੱਸ ਦਿਓ, ਮੈਂ ਸਮਝਾ ਦਿੰਦਾ। ਵੈਸੇ ਸੋਵਰੈਨਿਟੀ ਦੇਖੋ ਕੀ ਹੁੰਦਾ ਹੈਗਾ ਕਿ ਤੁਹਾਨੂੰ ਮੈਂ ਪਹਿਲਾਂ ਵੀ ਸਮਝਾਇਆ ਸੀਗਾ ਕਿ ਕਿਸੇ ਦੇਸ਼ ਦਾ ਆਪਣਾ ਸੋਵਰਨ ਹੋਣਾ, ਕਿਸੇ ਦੇਸ਼ ਦੇ ਉੱਪਰ ਕੋਈ ਹੋਰ ਪਾਵਰ ਨਾ ਹੋਣੀ, ਉਹ ਹੁੰਦੀ ਹੈ ਸੋਵਰੈਨਿਟੀ, ਕਿ ਸਾਡਾ ਦੇਸ਼ ਇੱਕ ਸੋਵਰਨ ਕੰਟਰੀ ਹੈਗਾ, ਠੀਕ ਹੈ ਨਾ। ਇੰਟੀਗ੍ਰਿਟੀ ਕੀ ਹੈ? ਮਤਲਬ ਅਖੰਡਤਾ, ਕਿ ਸਾਡਾ ਦੇਸ਼ ਅਖੰਡ ਹੈ, ਭਾਰਤ ਅਖੰਡ ਦੇਸ਼ ਹੈ। ਸਿਕਿਉਰਿਟੀ ਆਫ ਸਟੇਟ, ਤੁਹਾਨੂੰ ਸਮਝ ਆ ਰਹੀ ਹੈ ਚੀਜ਼, ਠੀਕ ਹੈ ਨਾ, ਸਿਕਿਉਰਿਟੀ ਹੋਣੀ। ਫਰੈਂਡਲੀ ਰਿਲੇਸ਼ਨ ਵਿਦ ਫੋਰਨ ਸਟੇਟਸ, ਦੂਸਰੇ ਦੇਸ਼ਾਂ ਨਾਲ ਵਧੀਆ ਰਿਲੇਸ਼ਨ ਹੋਣੇ, ਠੀਕ ਹੈ। ਪਬਲਿਕ ਆਰਡਰ ਮਤਲਬ ਕੀ ਹੈ? ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਕੋਈ ਨਾ ਆਉਣੀ ਚਾਹੀਦੀ ਹੈ, ਠੀਕ ਹੈ ਨਾ। ਹੁਣ ਹੁੰਦਾ ਕੀ ਹੈਗਾ, ਜਿਹੜੇ ਰਾਜਨੇਤਾ ਨੇ ਸਾਡੇ ਪੋਲੀਟੀਸ਼ੀਅਨਸ ਨੇਗੇ, ਉਹ ਕੁਛ ਨਾ ਕੁਛ ਇੱਦਾਂ ਦੀ ਭਾਸ਼ਣ ਦੇ ਦਿੰਦੇ ਨੇ, ਗੋਲੀ ਮਾਰੋ, ਇਹ ਵਰੋ, ਹੈ ਨਾ,
ਤਾਂ ਉਹ ਪਬਲਿਕ ਆਰਡਰ ਨੂੰ ਡਿਸਟਰਬ ਕਰਦੀਆਂ ਨੇ ਚੀਜ਼ਾਂ, ਤਾਂ ਇਹ ਰਾਈਟ ਟੂ ਫਰੀडम ਆਫ ਸਪੀਚ ਦੇ ਅਗੇਂਸਟ ਨਹੀਂ ਆ। ਠੀਕ ਹੈ ਨਾ, ਤੁਸੀਂ ਇੱਦਾਂ ਦਾ ਕੁਝ ਨਹੀਂ ਬੋਲ ਸਕਦੇ ਜਿਹੜਾ ਕਿ ਵਾਇਲੈਂਸ ਨੂੰ ਇੰਕਰੇਜ ਕਰੇ, ਜਿਹੜਾ ਕਿ ਹਥਿਆਰ ਚੱਕਣ ਲਈ ਇੰਕਰੇਜ ਕਰੇ। ਠੀਕ ਹੈ ਨਾ, ਤਾਂ ਪਬਲਿਕ ਆਰਡਰ ਹਾਰਮ ਨਹੀਂ ਹੋਣਾ ਚਾਹੀਦਾ, ਇਹ ਵੀ ਇੱਕ ਰੀਜ਼ਨੇਬਲ ਰਿਸਟ੍ਰਿਕਸ਼ਨ ਹੈਗੀ। ਡੀਸੈਂਸੀ ਮਤਲਬ ਤੁਸੀਂ ਕੋਈ ਓਬਸੀਨ ਕੰਮ ਨਹੀਂ ਕਰ ਰਹੇ ਹੈਗੇ, ਓਬਸੀਨ ਚੀਜ਼ ਨਹੀਂ ਬੋਲ ਰਹੇ ਹੈਗੇ। ਠੀਕ ਹੈ ਨਾ, ਵਲਗਰ ਚੀਜ਼ ਨਹੀਂ ਬੋਲ ਰਹੇ ਮਤਲਬ ਸਿੰਪਲੀ। ਮੋਰੈਲਿਟੀ ਅਗੇਨ ਮੋਰਲ ਚੀਜ਼ਾਂ ਹੁੰਦੀਆਂ ਜਿਹੜੀਆਂ ਨੈਤਿਕ ਚੀਜ਼ਾਂ ਹੁੰਦੀਆਂ ਨੇਗੀਆਂ। ਠੀਕ ਹੈ ਨਾ, ਕੰਟੈਂਪਟ ਆਫ ਕੋਰਟ, ਇਹ ਆਪਾਂ ਨੂੰ ਪਤਾ ਕਿ ਕੋਰਟ ਨੂੰ ਆਪਾਂ ਨੇ ਕ੍ਰਿਟੀਸਾਈਜ਼ ਨਹੀਂ ਕਰਨਾ ਜਾਂ ਮਾਨਹਾਨੀ ਨਹੀਂ ਕਰਨੀ, ਡੈਫੇਮੇਸ਼ਨ ਵੀ ਮਾਨਹਾਨੀ ਹੁੰਦਾ। ਠੀਕ ਹੈ, ਇਨਸਾਈਟਮੈਂਟ ਟੂ ਓਫੈਂਸ ਅਗੇਨ ਉਹੀ ਕਿ ਕਿਸੇ ਕੋਈ ਕ੍ਰਾਈਮ ਕਰਨ ਲਈ ਉਕਸਾਉਣਾ। ਓਫੈਂਸ ਕੀ ਹੁੰਦਾ? ਕ੍ਰਾਈਮ। ਇਨਸਾਈਟਮੈਂਟ ਹੁੰਦਾ ਹੈ ਉਕਸਾਉਣਾ, ਕਿ ਕਿਸੇ ਕ੍ਰਾਈਮ ਕਰਨ ਲਈ ਉਕਸਾ ਰਹੇ ਹਾਂ ਤਾਂ ਵੀ ਆਪਾਂ ਫਰੀडम ਆਫ ਸਪੀਚ ਕਲੇਮ ਨਹੀਂ ਕਰ ਸਕਦੇ। ਠੀਕ ਹੈ, ਇਨਸਾਈਟਮੈਂਟ ਟੂ ਓਫੈਂਸ ਬਿਲਕੁਲ। ਫਰੀडम ਆਫ ਪ੍ਰੈਸ ਵੀ ਹੁੰਦੀ ਹੈ, ਹਾਂਜੀ ਹਾਂਜੀ, ਫਰੀडम ਆਫ ਸਪੀਚ ਆਰਟੀਕਲ ਬਿਲਕੁਲ ਬਿਲਕੁਲ ਬਿਲਕੁਲ। MC 19A ਆਰਟੀਕਲ ਫਰੀडम ਆਫ ਸਪੀਚ ਵੀ ਆ ਜਾਂਦੀ ਹੈ, ਫਰੀडम ਆਫ ਪ੍ਰੈਸ ਵੀ ਆ ਜਾਂਦੀ ਹੈ, ਸਾਰਾ ਕੁਛ ਇਹਦੇ ਵਿੱਚ ਆ ਜਾਂਦਾ। ਫਰੀडम ਆਫ ਸਪੀਚ ਦੇਖੋ ਸਿਰਫ ਬੋਲਣ ਦੀ ਨਹੀਂ ਹੁੰਦੇ, ਲਿਖਣ ਦੀ ਵੀ, ਸਾਰਾ ਕੁਝ ਐਕਸਪ੍ਰੈਸ ਕਰਨ ਦਾ ਉਹ ਫਰੀडम ਆਫ ਸਪੀਚ ਦੇ ਵਿੱਚ ਹੀ ਆ ਗਿਆ, ਐਕਸਪ੍ਰੈਸ਼ਨ ਦੇ ਵਿੱਚ ਹੀ ਆ ਗਿਆ। ਫਰੀडम ਆਫ ਪ੍ਰੈਸ ਵੀ ਇਹਦੇ ਵਿੱਚ ਹੀ ਆ ਗਈ। ਠੀਕ ਹੈ, ਹੁਣ ਨੈਕਸਟ ਜਿਹੜਾ ਹੁੰਦਾ ਆਪਾਂ ਗੱਲ ਕਰ ਰਹੇ ਸੀਗੇ ਕਿ ਆਰਟੀਕਲ 19 ਦੇ ਵਿੱਚ 6 ਰਾਈਟਸ ਨੇਗੀਆਂ ਅੱਗੇ। ਠੀਕ ਹੈ ਨਾ, ਪਹਿਲੀ ਰਾਈਟਸ ਤਾਂ ਇਹੀ ਆਪਾਂ ਨੇ ਕਰ ਲਈ ਕਿ ਫਰੀडम ਆਫ ਸਪੀਚ ਹੈ। ਹੁਣ ਸੈਕਿੰਡ ਰਾਈਟ ਹੈ ਜਿਹੜੀ ਉਹ ਫਰੀडम ਆਫ ਅਸੈਂਬਲੀ ਹੈ, ਆਰਟੀਕਲ 19 ਹੀ ਚੱਲ ਰਿਹਾ, ਧਿਆਨ ਰੱਖਣਾ ਹੈ। ਠੀਕ ਹੈ, ਕਾਫੀ ਇੰਪੋਰਟੈਂਟ ਆਰਟੀਕਲ ਹੈ। ਫਰੀडम ਆਫ ਅਸੈਂਬਲੀ, ਅਸੈਂਬਲੀ ਮਤਲਬ ਇਕੱਠ ਹੋਣਾ, ਇਕੱਠ ਕਰਨਾ। ਠੀਕ ਹੈ ਨਾ, ਪ੍ਰੋਸੈਸ਼ਨ, ਧਰਨੇ ਲਗਾ ਸਕਦੇ ਹਾਂ ਆਪਾਂ, ਪਰ ਸਿਰਫ ਪਬਲਿਕ ਲੈਂਡ ਦੇ। ਅਸੀਂ ਕੋਈ ਪ੍ਰਾਈਵੇਟ ਬੰਦੇ ਦੀ ਜਗ੍ਹਾ 'ਤੇ ਜਾ ਕੇ ਧਰਨਾ ਨਹੀਂ ਲਾ ਸਕਦੇ, ਤਾਂ ਉਹ ਸਾਡਾ ਕੋਈ ਫੰਡਾਮੈਂਟਲ ਰਾਈਟ ਨਹੀਂ ਹੈਗਾ। ਲੋਕ ਕਰਦੇ ਨੇ ਠੀਕ ਹੈ, ਬਟ ਇਹ ਕੋਈ ਫੰਡਾਮੈਂਟਲ ਰਾਈਟ ਨਹੀਂ ਹੈਗਾ। ਠੀਕ ਹੈ ਨਾ, ਅੱਛਾ, ਜਿਹੜਾ ਸਾਡਾ ਪ੍ਰੋਸੈਸ਼ਨ ਆਫ ਪੀਸਫੁਲ ਹੋਣਾ ਚਾਹੀਦਾ। ਠੀਕ ਹੈ ਨਾ, ਕੋਈ ਵਾਇਲੈਂਸ ਨਹੀਂ ਹੋਣੀ ਚਾਹੀਦੀ, ਅਤੇ ਅਨਆਰਮਡ ਹੋਣਾ ਚਾਹੀਦਾ, ਹਥਿਆਰਬੰਦ ਨਹੀਂ ਹੋਣਾ ਚਾਹੀਦਾ। ਅਸੈਂਬਲੀ ਕਰ ਲਓ ਕੋਈ ਦਿੱਕਤ ਨਹੀਂ, ਬਟ ਹਥਿਆਰਬੰਦ ਅਸੈਂਬਲੀ ਨਹੀਂ ਕਰ ਸਕਦੇ। ਠੀਕ ਹੈ ਨਾ, ਰਿਸਟ੍ਰਿਕਟਡ ਸੋਵਰਨਟੀ, ਹੁਣ ਜਿਹੜੀਆਂ ਰੈਸਟ੍ਰਿਕਸ਼ਨਸ ਨੇ ਇਹਦੇ ਵਿੱਚ ਵੀ ਨੇ, ਦੇਖੋ ਹਰ ਆਰਟੀਕਲ ਦੇ ਨਾਲ ਕੁਛ ਨਾ ਕੁਛ ਰੀਜ਼ਨੇਬਲ ਰੈਸਟ੍ਰਿਕਸ਼ਨਸ ਹੈਗੀਆਂ ਨੇ। ਠੀਕ ਹੈ, ਪਹਿਲੀ ਤਾਂ ਇਹੀ ਹੈ ਵੀ ਸੋਵਰਨਟੀ ਅਤੇ ਇੰਟੀਗ੍ਰਿਟੀ ਆਫ ਇੰਡੀਆ ਆਪਾਂ ਮਤਲਬ ਪਹਿਲਾਂ ਕਰ ਚੁੱਕੇ ਹਾਂ, ਅਤੇ ਪਬਲਿਕ ਆਰਡਰ ਹੈਗਾ। ਹੁਣ ਸੈਕਸ਼ਨ 144 ਆਪਾਂ ਹਮੇਸ਼ਾ ਸੁਣਦੇ ਹਾਂ ਕਿ 144 ਲੱਗੀ, 144 ਧਾਰਾ ਲੱਗੀ, ਉਹ CRPC ਦੀ ਹੁੰਦੀ ਹੈਗੀ। ਠੀਕ ਹੈ, CRPC ਦੀ ਸੈਕਸ਼ਨ 144 ਹੈ ਜਿਹੜਾ, ਉਹਦੇ ਵਿੱਚ ਕੀ ਹੁੰਦਾ ਹੈ ਕਿ ਫਰੀडम, ਦੇਖੋ ਆਪਾਂ ਗੱਲ ਕੀ ਕਰ ਰਹੇ ਹਾਂ, ਫਰੀडम ਆਫ ਅਸੈਂਬਲੀ ਦੀ, ਕਿ ਸਾਨੂੰ ਇਕੱਠੇ ਹੋਣ ਦੀ ਅਧਿਕਾਰ ਹੈਗਾ। ਬਟ ਇਹਦੇ ਵਿੱਚ ਰੀਜ਼ਨੇਬਲ ਰਿਸਟ੍ਰਿਕਸ਼ਨ ਕੀ ਹੈਗੀ ਕਿ ਜਦੋਂ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੈ, ਤਾਂ ਸਾਡੇ ਜਿਹੜੇ ਮੈਜਿਸਟ੍ਰੇਟ ਹੈਗਾ, DM ਹੈ ਸਾਡਾ ਜਾਂ SDM ਹੈ, ਉਹ 144 ਧਾਰਾ ਨੂੰ ਲਾਗੂ ਕਰਕੇ ਸਾਡੀ ਫਰੀडम ਆਫ ਅਸੈਂਬਲੀ ਨੂੰ ਠੱਲ ਪਾ ਸਕਦਾ, ਰੋਕ ਸਕਦਾ ਕਿ ਤੁਸੀਂ ਅਸੈਂਬਲ ਨਹੀਂ ਹੋਣਾ। ਠੀਕ ਹੈ, ਤਾਂ ਇਹ ਵੀ ਰੀਜ਼ਨੇਬਲ ਰਿਸਟ੍ਰਿਕਸ਼ਨ ਦੇ ਵਿੱਚ ਆ ਜਾਂਦੀ ਹੈ ਕਿ ਜਦੋਂ ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਹੋਵੇ ਤਾਂ ਸਾਡੀ ਫਰੀडम 'ਤੇ ਰੋਕ ਲਗਾਈ ਜਾ ਸਕਦੀ ਹੈ। ਠੀਕ ਹੈ, ਚਲੋ ਥਰਡ ਜਿਹੜੀ ਹੈਗੀ ਫਰੀडम ਹੈਗੀ ਜੀ, ਉਹ ਫਰੀडम ਆਫ ਐਸੋਸੀਏਸ਼ਨ ਹੈਗੀ। ਪ੍ਰਸ਼ਾਂਤ ਭੂਸ਼ਣ ਅਗੇਂਸਟ, ਬਿਲਕੁਲ ਬਿਲਕੁਲ, ਪ੍ਰਸ਼ਾਂਤ ਭੂਸ਼ਣ ਦੇ ਅਗੇਂਸਟ ਜਿਹੜਾ ਕੰਟੈਂਪਟ ਆਫ ਕੋਰਟ ਕੇਸ ਹੋਇਆ ਸੀਗਾ, ਉਹ ਵੀ ਇਹਦੇ ਵਿੱਚ ਅੰਡਰ ਹੀ ਆ ਜਾਂਦਾ ਕੁਛ ਨਾ ਕੁਛ। ਠੀਕ ਹੈ, ਕੀ ਸਰ ਇਹ ਬੁੱਕ 'ਤੇ ਹੈ ਗਿਲਸਮੈਟੋਰ 'ਤੇ? ਕੀ ਸਰ ਇਹ ਬੁੱਕ 'ਤੇ ਹੈ ਗਿਲਸਮੈਟੋਰ 'ਤੇ? ਕੀ ਕਹਿ ਰਹੇ ਹੋ ਅਜੀਤ ਸਿੰਘ ਜੀ? ਸਮਝ ਨਹੀਂ ਆਇਆ ਮੈਨੂੰ, ਪਲੀਜ਼ ਦੁਬਾਰਾ ਕਲੀਅਰ ਕਰਕੇ ਦੱਸਿਓ ਕੁਛ। ਇਟ ਆਲਸੋ ਦੇਖੋ ਐਸੋਸੀਏਸ਼ਨ ਕੀ ਹੈ, ਮਤਲਬ ਜਿਹੜੇ ਹੁਣ ਯੂਨੀਅਨਸ ਬਣਾ ਲੈਂਦੇ ਨੇ, ਟ੍ਰੇਡ ਯੂਨੀਅਨਸ ਨੇ ਜਾਂ ਹੋਰ ਇੱਦਾਂ ਦੀਆਂ ਐਸੋਸੀਏਸ਼ਨਸ ਨੇ, ਆੜਤੀ ਐਸੋਸੀਏਸ਼ਨ ਹੈਗੀ। ਠੀਕ ਹੈ ਨਾ, ਇੱਦਾਂ ਦੀਆਂ ਜਿਹੜੀਆਂ ਗਰੁੱਪਸ ਨੇਗੇ, ਉਹਦੀ ਵੀ ਸਾਨੂੰ ਫੰਡਾਮੈਂਟਲ ਰਾਈਟ ਆ ਬਣਾਉਣ ਦੀ। ਕੋਆਪਰੇਟਿਵ ਸੁਸਾਇਟੀਜ਼ ਦੀ ਇਹ ਬਾਅਦ ਦੇ ਵਿੱਚ ਐਡ ਹੋਇਆ ਸੀਗਾ ਫੰਡਾਮੈਂਟਲ ਰਾਈਟ। ਠੀਕ ਹੈ, ਇਟ ਆਲਸੋ ਕਵਰਸ ਨੋਟ ਟੂ ਫਾਰਮ ਜੁਆਇਨ ਐਸੋਸੀਏਸ਼ਨ। ਠੀਕ ਹੈ, ਹੁਣ ਆਜ਼ਾਦੀ ਹੈਗੀ ਹੈ ਮੈਨੂੰ ਐਸੋਸੀਏਸ਼ਨ ਬਣਾਉਣ ਦੀ, ਮੈਨੂੰ ਆਜ਼ਾਦੀ ਇਹ ਵੀ ਹੈ ਕਿ ਮੈਂ ਕੋਈ ਐਸੋਸੀਏਸ਼ਨ ਨਾ ਜੁਆਇਨ ਕਰਾਂ, ਮੈਨੂੰ ਕੋਈ ਧੱਕਾ ਨਹੀਂ ਕਰ ਸਕਦਾ ਕਿ ਤੁਸੀਂ ਐਸੋਸੀਏਸ਼ਨ ਕੋਈ ਯੂਨੀਅਨ ਜੁਆਇਨ ਕਰੋ। ਮੇਰੇ ਕੋਲ ਆਜ਼ਾਦੀ ਹੈ, ਮੈਂ ਕਰਾਂ ਜਾਂ ਨਾ ਕਰਾਂ, ਇਹ ਮੇਰੀ ਆਪਣੀ ਪਰਸਨਲ ਗਿੱਲ ਹੈਗੀ ਹੈ। ਠੀਕ ਹੈ, ਇਹਦੇ ਵਿੱਚ ਵੀ ਰੀਜ਼ਨੇਬਲ ਰੈਸਟ੍ਰਿਕਸ਼ਨ ਹੈਗੀ ਹੈ, ਅਗੇਨ ਸੋਵਰਨਿਟੀ, ਇੰਟੀਗ੍ਰਿਟੀ ਅਤੇ ਪਬਲਿਕ ਆਰਡਰ ਅਤੇ ਮੋਰੈਲਿਟੀ। ਠੀਕ ਹੈ, ਟੂ ਓਬਟੇਨ ਰਿਕਗਨੀਸ਼ਨ, ਹੁਣ ਦੇਖੋ ਯੂਨੀਅਨ ਬਣਾਉਣੀ ਤਾਂ ਫੰਡਾਮੈਂਟਲ ਰਾਈਟ ਹੈਗੀ ਹੈ ਕਿ ਯੂਨੀਅਨ ਮੈਂ ਬਣਾ ਸਕਦਾ। ਯੂਨੀਅਨ ਨੂੰ ਆਪਾਂ ਕਲੇਮ ਕਰੀਏ ਭਾਰਤ ਸਰਕਾਰ ਤੋਂ ਜਾਂ ਸਟੇਟ ਸਰਕਾਰ ਤੋਂ ਕਿ ਤੁਸੀਂ ਮੇਰੀ ਯੂਨੀਅਨ ਨੂੰ ਰਜਿਸਟਰ ਕਰੋ, ਰਿਕਗਨਾਈਜ਼ ਕਰੋ, ਕੋਈ ਮਾਨਤਾ ਦਿਓ, ਇਹ ਕੋਈ ਫੰਡਾਮੈਂਟਲ ਰਾਈਟ ਨਹੀਂ ਹੈਗਾ। ਦੇਖੋ ਦੁਬਾਰਾ ਸੁਣੋ, ਯੂਨੀਅਨ ਬਣਾਉਣਾ ਫੰਡਾਮੈਂਟਲ ਰਾਈਟ ਹੈਗਾ ਕਿ ਮੈਂ ਆਪਣਾ ਐਸੋਸੀਏਸ਼ਨ ਬਣਾ ਲਾਂ, ਯੂਨੀਅਨ ਬਣਾ ਲਾਂ, ਇਹ ਮੇਰਾ ਮੂਲ ਅਧਿਕਾਰ ਹੈ, ਮੇਰੇ ਫੰਡਾਮੈਂਟਲ ਰਾਈਟ ਹੈਗੀ ਹੈ। ਬਟ ਮੈਂ ਉਸ ਐਸੋਸੀਏਸ਼ਨ ਨੂੰ ਲੈ ਕੇ ਜਾ ਕੇ ਭਾਰਤ ਸਰਕਾਰ ਕੋਲ ਜਾਵਾਂ ਕਿ ਮੈਨੂੰ ਕੋਈ ਕਾਗਜ਼ ਦਿਓ, ਮੈਨੂੰ ਮਾਨਤਾ ਪ੍ਰਾਪਤ ਕਰੋ, ਮਾਨਤਾ ਦਿਓ, ਮੈਨੂੰ ਰਿਕਗਨੀਸ਼ਨ ਦਿਓ, ਇਹ ਮੇਰੀ ਕੋਈ ਰਾਈਟ ਨਹੀਂ ਹੈਗੀ। ਠੀਕ ਹੈ ਨਾ, ਭਾਰਤ ਸਰਕਾਰ ਦਿੰਦੀ ਹੈ ਠੀਕ ਹੈ, ਬਟ ਇਹ ਮੈਂ ਕਲੇਮ ਨਹੀਂ ਕਰ ਸਕਦਾ ਕਿ ਮੈਨੂੰ ਦਿੰਦੀ ਕਿਉਂ ਨਹੀਂ। ਠੀਕ ਹੈ, ਨੋਟ ਗਰੰਟਿਡ ਰਾਈਟ ਟੂ ਇਫੈਕਟਿਵ ਬਾਰਗੇਨਿੰਗ, ਇਹ ਵੀ ਬਸ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਠੀਕ ਹੈ, ਇਹ ਚੀਜ਼ ਇੰਪੋਰਟੈਂਟ ਹੈਗੀ ਹੈ ਥੋੜ੍ਹੀ ਜਿਹੀ ਕਿ ਤੁਸੀਂ ਐਸੋਸੀਏਸ਼ਨ ਨੂੰ ਰਿਕਗਨਾਈਜ਼ ਕਰਨ ਵਾਸਤੇ ਫੰਡਾਮੈਂਟਲ ਰਾਈਟ ਕਲੇਮ ਨਹੀਂ ਕਰ ਸਕਦੇ। ਮੂਵ ਫਰੀਲੀ, ਬਿਲਕੁਲ ਬਿਲਕੁਲ। ਜੇ ਸਰ ਆਰਮਡ ਕਰਦੀ ਹੈ ਤਾਂ ਕਿੰਨੀ ਪਨਿਸ਼ਮੈਂਟ ਮਿਲੂ? ਆਪਾਂ ਨੇ ਕੀ ਲੈਣਾ ਕਿੰਨੀ ਪਨਿਸ਼ਮੈਂਟ ਮਿਲੂ, ਇਹ ਕੁਐਸਚਨ ਤੁਸੀਂ ਇਹਨਾਂ 'ਚ ਫਾਲਤੂ ਚੀਜ਼ਾਂ 'ਤੇ ਧਿਆਨ ਦਿਆ ਕਰੋ। ਫਰੀडम ਆਫ ਮੂਵਮੈਂਟ, ਦੇਖੋ ਸੈਡੀਸ਼ਨ ਦੇ ਚਾਰਜਿਸ ਲੱਗਦੇ ਨੇ, ਸੈਕਸ਼ਨ 124A ਹੁੰਦਾ ਹੈਗਾ ਸਾਡਾ, ਸੈਕਸ਼ਨ 124 ਤੁਸੀਂ ਲਿਖਣਾ ਲਿਖ ਲਓ, ਇਹ 124A ਸੈਕਸ਼ਨ IPC ਦਾ,
ਇਹਦੇ ਵਿੱਚ ਸੈਡੀਸ਼ਨ ਦੇ ਚਾਰजेस ਲੱਗ ਸਕਦੇ ਨੇ, ਯਾਨੀ ਕਿ ਦੇਸ਼ ਧਰੋਹ ਦੇ ਚਾਰजेस ਲੱਗ ਸਕਦੇ ਨੇ। ਤਾਂ ਦੇਖੋ ਹਰ ਚੀਜ਼ ਦੇ ਹੱਲ ਹੈਗੇ ਨੇ, ਬਟ ਅਗਰ ਕਿਸੇ ਦੇ ਖਿਲਾਫ ਦੇਸ਼ ਧਰੋਹ ਦਾ ਚਾਰਜ ਲੱਗਦਾ ਹੈ ਤਾਂ ਫਿਰ ਉਹਦੇ ਕੋਲ ਕੋਈ ਹੱਲ ਨਹੀਂ ਰਹਿ ਜਾਂਦਾ, ਉਹ ਆਲਮੋਸਟ ਬੰਦਾ ਖਤਮ ਹੋ ਜਾਂਦਾ ਹੈਗਾ। ਠੀਕ ਹੈ, ਸੈਡੀਸ਼ਨ ਦਾ ਚਾਰजेस ਬਹੁਤ ਵੱਡਾ ਚਾਰਜ ਹੁੰਦਾ ਹੈਗਾ। ਠੀਕ ਹੈ, ਤਾਂ ਜਿਸ ਤਰ੍ਹਾਂ ਦੀ ਸਰਕਾਰਾਂ ਅੱਜ ਕੱਲ੍ਹ ਹੈਗੀਆਂ ਨੇ ਤਾਂ ਸੈਡੀਸ਼ਨ ਬੜੀ ਈਜ਼ੀਲੀ ਲੱਗ ਜਾਂਦੀ ਹੁੰਦੀ ਹੈ। ਪਹਿਲਾਂ ਬ੍ਰਿਟਿਸ਼ ਸਰਕਾਰ ਇਸ ਚੀਜ਼ ਨੂੰ ਮਿਸਯੂਜ਼ ਕਰਦੀ ਸੀ ਸੈਕਸ਼ਨ 124A ਨੂੰ, ਹੁਣ ਸਾਡੀ ਭਾਰਤ ਸਰਕਾਰ ਕਰਦੀ ਹੈ, ਜਿਹੜੀ ਪ੍ਰੈਜ਼ੈਂਟ ਸਰਕਾਰ ਹੈਗੀ। ਠੀਕ ਹੈ, ਚਲੋ ਫਰੀडम ऑफ मूवमेंट। ਹੁਣ ਅਗੇਨ ਜਿਹੜੀ ਚੌਥੀ ਰਾਈਟ ਹੈਗੀ ਹੈ ਕਿ ਮੈਨੂੰ ਭਾਰਤ ਦੇ ਵਿੱਚ ਥਰੂ ਆਊਟ ਦ ਟੈਰੀਟਰੀ ਆਫ ਇੰਡੀਆ ਮੂਵਮੈਂਟ ਦੀ ਆਜ਼ਾਦੀ ਹੈ, ਮੈਂ ਕਿਤੇ ਵੀ ਜਾ ਆ ਸਕਦਾ। ਠੀਕ ਹੈ, ਹੁਣ ਅਗੇਨ ਇਹਦੇ ਵਿੱਚ ਵੀ ਰਿਸਟ੍ਰਿਕਸ਼ਨਸ ਹੈਗੀਆਂ ਨੇਗੀਆਂ। ਠੀਕ ਹੈ, ਜਨਰਲ ਪਬਲਿਕ ਦੇ ਪ੍ਰੋਟੈਕਸ਼ਨ ਲਈ। ਠੀਕ ਹੈ, ਜਾਂ ਫਿਰ ਐਸਟੀਜ਼ ਨੇ। ਹੁਣ ਕੁਛ ਏਰੀਆਜ਼ ਨੇ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ, ਜਿਵੇਂ ਸ਼ਡਿਊਲਡ ਏਰੀਆਜ਼ ਨੇ, ਸ਼ਡਿਊਲਡ ਟਰਾਈਬਸ ਨੇਗੀਆਂ, ਜਿੱਥੇ ਦੇ ਲੋਕ ਥੋੜ੍ਹੇ ਜਿਹੇ ਅੰਡਰ ਡਿਵੈਲਪ ਨੇਗੇ ਅਤੇ ਉਹਨਾਂ ਨੂੰ ਪ੍ਰੋਟੈਕਸ਼ਨ ਦੀ ਲੋੜ ਹੁੰਦੀ ਹੈਗੀ। ਠੀਕ ਹੈ, ਸ਼ਡਿਊਲਡ ਟਰਾਈਬਸ ਨੂੰ। ਅਤੇ ਹੁਣ ਜੇ ਆਪਾਂ ਲੋਕ ਉੱਥੇ ਜਾ ਕੇ ਆਪਾਂ ਚਾਹੇ ਟੂਰਿਸਟ ਐਜ਼ ਅ ਟੂਰਿਸਟ ਹੀ ਜਾਈਏ, ਬਟ ਉਹਨਾਂ ਦੇ ਕਲਚਰ ਨੂੰ ਹਾਰਮ ਹੁੰਦਾ ਹੈ। ਠੀਕ ਹੈ, ਉਹਨਾਂ ਦਾ ਲਿਵਿੰਗ ਸਟਾਈਲ ਹੈ, ਜਿਹੜਾ ਲਾਈਫ ਸਟਾਈਲ ਹੈ, ਉਹ ਬਿਲਕੁਲ ਅਲੱਗ ਹੁੰਦਾ ਹੈਗਾ। ਤੁਹਾਨੂੰ ਯਾਦ ਹੋਏਗਾ ਪਿੱਛੇ ਜੇ ਕੁਛ ਵੀਡੀਓਜ਼ ਆਈਆਂ ਸੀਗੀਆਂ, ਅੰਡੇਮਾਨ ਨਿਕੋਬਾਰ ਦੇ ਵਿੱਚ ਇੱਕ ਟਰਾਈਬ ਸੀਗੀ। ਠੀਕ ਹੈ, ਉਹਦੇ ਉਹ ਮਤਲਬ ਨੇਕਡ ਰਹਿੰਦੇ ਨੇਗੇ ਉਹ ਟਰਾਈਬਸ। ਤਾਂ ਆਪਣੇ ਕੁਛ ਵੀਡੀਓਜ਼ ਵਾਇਰਲ ਹੋਈਆਂ ਸੀਗੀਆਂ ਕਿ ਜਿਹੜੇ ਆਪਣੇ ਲੋਕ ਨੇ, ਮੇਨ ਸਟ੍ਰੀਮ ਲੋਕ ਨੇਗੇ, ਉਹ ਉੱਥੇ ਜਾ ਕੇ ਵੀਡੀਓਜ਼ ਬਣਾ ਰਹੇ ਸੀ, ਉਹਨਾਂ ਨੂੰ ਤੰਗ ਕਰ ਰਹੇ ਸੀਗੇ। ਠੀਕ ਹੈ, ਤਾਂ ਉਹਨਾਂ ਲੋਕਾਂ ਦੇ ਪ੍ਰੋਟੈਕਸ਼ਨ ਲਈ ਕਿ ਉਹਨਾਂ ਨੂੰ ਆਪਣੇ ਕਲਚਰ ਵਿੱਚ, ਉਹਨਾਂ ਨੂੰ ਆਪਣੀ ਸੁਸਾਇਟੀ ਦੇ ਵਿੱਚ ਰਹਿਣ ਦੇਣਾ ਚਾਹੀਦਾ ਹੈਗਾ, ਤਾਂ ਉਹਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ। ਤਾਂ ਇੱਥੇ ਰਿਸਟ੍ਰਿਕਸ਼ਨ ਲਗਾਈਆਂ ਜਾ ਸਕਦੀਆਂ ਨੇਗੀਆਂ। ਤਾਂ ਉਸ ਆਈਲੈਂਡਸ ਦੇ ਉੱਪਰ ਅੱਜ ਵੀ ਰਿਸਟ੍ਰਿਕਸ਼ਨ ਹੈ ਕਿ ਆਮ ਲੋਕ ਨਹੀਂ ਜਾ ਸਕਦੇ। ਇਸੇ ਤਰ੍ਹਾਂ ਹੋਰ ਵੀ ਜਿਹੜੇ ਟਰਾਈਬਲ ਏਰੀਆਜ਼ ਨੇ ਕਈ, ਉੱਥੇ ਰਿਸਟ੍ਰਿਕਸ਼ਨ ਨੇ ਕਿ ਆਮ ਜਨਤਾ ਨਹੀਂ ਜਾ ਸਕਦੀ। ਠੀਕ ਹੈ, ਕੁਛ ਨਾ ਕੁਛ ਰਿਸਟ੍ਰਿਕਸ਼ਨਸ ਨੇਗੀਆਂ। ਨੌਰਥ ਈਸਟ ਦੇ ਵਿੱਚ ਵੀ ਬਹੁਤ ਨੇਗੀਆਂ ਇੱਦਾਂ। ਠੀਕ ਹੈ, ਪਬਲਿਕ ਹੈਲਥ, ਪਬਲਿਕ ਮੋਰਲਸ। ਠੀਕ ਹੈ, ਜ਼ਿਆਦਾ ਇੰਪੋਰਟੈਂਟ ਇਹੀ ਹੈ ਕਿ ਕਿਸੇ ਪਰਟੀਕੂਲਰ ਗਰੁੱਪ ਦੇ ਇੰਟਰਸਟ ਨੂੰ ਬਚਾਉਣ ਵਾਸਤੇ ਤੁਸੀਂ ਜਿਹੜੀ ਫਰੀडम ਆਫ ਮੂਵਮੈਂਟ ਹੈ ਉਹਦੇ ਉੱਪਰ ਰੋਕ ਲਗਾ ਸਕਦੇ ਹੋ। ਠੀਕ ਹੈ, ਆਰਟੀਕਲ 19 ਹੈ ਜਿਹੜਾ, ਦੇਖੋ ਹੁਣ ਇਸ 'ਚ ਧਿਆਨ ਦੇਣ ਵਾਲੀ ਚੀਜ਼ ਹੈਗੀ, ਜਿਹੜੇ ਫਰੀडम ਆਫ ਮੂਵਮੈਂਟ ਦੀ ਗੱਲ ਕਰ ਰਹੇ ਹਾਂ, ਇਹ ਸਿਰਫ ਔਰ ਸਿਰਫ ਇਨਸਾਈਡ ਦਾ ਕੰਟਰੀ ਦੀ ਗੱਲ ਕਰ ਰਹੇ ਹਾਂ ਆਪਾਂ। ਜਿਹੜਾ ਆਰਟੀਕਲ 19 ਦੀ ਗੱਲ ਕਰ ਰਹੇ ਨਾ ਆਪਾਂ, ਰਾਈਟ ਟੂ ਫਰੀडम ਆਫ ਮੂਵਮੈਂਟ, ਕਿ ਮੈਂ ਦੇਸ਼ ਦੇ ਟੈਰੀਟਰੀ ਦੇ ਵਿੱਚ ਕਿਤੇ ਵੀ ਜਾ ਸਕਦਾ, ਇਹ ਸਿਰਫ ਇਨਸਾਈਡ ਦਾ ਕੰਟਰੀ ਦੀ ਗੱਲ ਕਰ ਰਹੀ ਹੈ। ਜੇ ਆਪਾਂ ਨੇ ਆਊਟਸਾਈਡ ਆਫ ਕੰਟਰੀ ਦੀ ਗੱਲ ਕਰਨਾ ਵੀ ਮੈंने ਦੇਸ਼ ਤੋਂ ਬਾਹਰ ਜਾਣਾ ਹੈਗਾ, ਕਿ ਘੁੰਮਣ ਫਿਰਨ ਜਾਣਾ ਜਾਂ ਵੈਸੇ ਪਰਮਾਨੈਂਟਲੀ ਜਾਣਾ ਹੈ, ਤਾਂ ਉਹ ਆਰਟੀਕਲ 19 ਦੇ ਵਿੱਚ ਨਹੀਂ ਆਊਗੀ, ਉਹ ਚੀਜ਼ ਆਊਗੀ ਆਰਟੀਕਲ 21 ਦੇ ਵਿੱਚ। ਅੱਗੇ ਵੀ ਪੜ੍ਹਾਂਗੇ ਆਪਾਂ, ਅੱਗੇ ਆਊਗਾ ਮੂਵ ਆਫ ਦਾ ਕੰਟਰੀ ਜਾਂ ਰਿਟਰਨ ਹੋਣਾ, ਕਿ ਵਾਪਸ ਵੀ ਆਉਣਾ ਕੰਟਰੀ ਦੇ ਵਿੱਚ, ਤਾਂ ਉਹ ਆਰਟੀਕਲ 21 ਦੇ ਵਿੱਚ ਆਊਗੀ। ਬਸ ਤੁਸੀਂ ਇਹ ਧਿਆਨ ਰੱਖਣੀ ਹੈ ਥੋੜ੍ਹੀ ਚੀਜ਼, ਵੀ ਜਿਹੜੀ ਮੂਵਮੈਂਟ ਦੀ ਗੱਲ ਕਰ ਰਹੇ ਹਾਂ, ਦੇਖੋ ਪਹਿਲੀ ਗੱਲ ਤਾਂ ਮੂਵਮੈਂਟ ਦੀ ਗੱਲ ਕਰ ਰਹੇ ਹਾਂ ਵੀ ਆਪਣੇ ਆਉਣਾ ਜਾਣਾ ਕਿੱਥੇ, ਦੇਸ਼ ਦੇ ਅੰਦਰ, ਦੇਸ਼ ਦੇ ਬਾਹਰ। ਦੇਸ਼ ਦੇ ਅੰਦਰ ਆਉਣਾ ਜਾਣਾ ਆਰਟੀਕਲ 19 ਡੀਲ ਕਰੂਗਾ, ਦੇਸ਼ ਦੇ ਬਾਹਰ ਆਉਣਾ ਜਾਣਾ ਆਰਟੀਕਲ 21 ਡੀਲ ਕਰੂਗਾ ਬਸ। ਸੈਂਟੀਨਲ ਸਟ੍ਰਾਈਕ, ਬਿਲਕੁਲ ਇੰਪ੍ਰੈਸਿਵ। ਫਰੀडम ਆਫ ਰੈਸੀਡੈਂਸ। ਠੀਕ ਹੈ, ਇੱਕ ਤਾਂ ਦੇਖੋ ਮੂਵਮੈਂਟ ਦੀ ਸੀ ਵੀ ਆਉਣਾ ਜਾਣਾ, ਇੱਕ ਰੈਜ਼ੀਡੈਂਸ ਵੀ, ਤੁਸੀਂ ਉੱਥੇ ਘਰ ਲੈ ਕੇ ਰਹਿ ਸਕਦੇ ਹੋ। ਠੀਕ ਹੈ ਨਾ, ਮੈਨੂੰ ਆਜ਼ਾਦੀ ਹੈ ਕਿ ਮੈਂ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਆਪਣਾ ਘਰ ਲੈ ਸਕਦਾ, ਉੱਥੇ ਜਾ ਕੇ ਰਹਿ ਸਕਦਾ। ਰਾਈਟ ਟੂ ਫਰੀडम ਆਫ ਰੈਸੀਡੈਂਸ ਹੈਗਾ। ਰਿਜ਼ਾਈਡ, ਸੈਟਲ ਇਨ ਐਨੀ ਪਾਰਟ ਆਫ ਕੰਟਰੀ, ਚਾਹੇ ਰੈਂਟ 'ਤੇ ਲਵਾਂ, ਚਾਹੇ ਮੈਂ ਬਾਏ ਕਰਾਂ, ਮੈਨੂੰ ਆਜ਼ਾਦੀ ਹੈ ਮੈਂ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਰਿਜ਼ਾਈਡ ਕਰ ਸਕਦਾ। ਠੀਕ ਹੈ, ਅਗੇਨ ਇਹਦੇ ਵਿੱਚ ਵੀ ਰਿਸਟ੍ਰਿਕਸ਼ਨ ਹੈਗੀ ਹੈ। ਦੇਖੋ ਰਾਈਟ ਟੂ ਮੂਵਮੈਂਟ, ਫਰੀडम ਆਫ ਮੂਵਮੈਂਟ ਅਤੇ ਫਰੀडम ਆਫ ਰੈਸੀਡੈਂਸ, ਇਹ ਆਲਮੋਸਟ ਸਿਮਿਲਰ ਨੇਗੀਆਂ। ਠੀਕ ਹੈ, ਇਹਦੇ ਵਿੱਚ ਵੀ ਰਿਸਟ੍ਰਿਕਸ਼ਨ ਨੇ ਜਿਹੜੀਆਂ ਸੇਮ ਹੀ ਨੇਗੀਆਂ। ਠੀਕ ਹੈ, ਜਨਰਲ ਪਬਲਿਕ ਦੀ ਅਤੇ SC ST ਦੇ ਜਿਹੜੇ STs ਦੇ ਜਿਹੜੇ ਇੰਟਰਸਟ ਨੇ, ਉਹਨਾਂ ਨੂੰ ਅਸੀਂ ਹਾਰਮ ਨਹੀਂ ਕਰਨਾ ਹੈਗਾ। ਠੀਕ ਹੈ, ਹੁਣ ਜਿਹੜੀ ਨੈਕਸਟ ਰਾਈਟ ਆਉਂਦੀ ਹੈ ਪ੍ਰੋਫੈਸ਼ਨ ਦੀ, ਰਾਈਟ ਟੂ ਫਰੀडम ਆਫ ਪ੍ਰੋਫੈਸ਼ਨ। ਮੇਰੇ ਕੋਲ ਆਜ਼ਾਦੀ ਹੈ ਕਿ ਮੈਂ ਕੋਈ ਵੀ ਵਪਾਰ ਚਲਾ ਸਕਦਾ, ਕੋਈ ਵੀ ਧੰਦਾ ਕਰ ਸਕਦਾ। ਠੀਕ ਹੈ, ਮੀਨਸ ਆਫ ਅਰਨਿੰਗ, ਮੈਂ ਆਪਣੇ ਲਾਈਵਲੀਹੁੱਡ ਲਈ, ਆਪਣੇ ਅਰਨਿੰਗਸ ਲਈ ਕੁਛ ਵੀ, ਕੋਈ ਵੀ ਪ੍ਰੋਫੈਸ਼ਨ ਜੁਆਇਨ ਕਰ ਸਕਦਾ। ਠੀਕ ਹੈ, ਹੁਣ ਇਹਦੇ ਵਿੱਚ ਵੀ ਰਿਸਟ੍ਰਿਕਸ਼ਨ ਹੈਗੀ ਹੈ। ਕਿਹੜੀ ਰਿਸਟ੍ਰਿਕਸ਼ਨ ਹੈ, ਜਨਰਲ ਪਬਲਿਕ। ਹੁਣ ਦੇਖੋ ਮੈਂ ਕਹਿ ਰਿਹਾ ਮੈਨੂੰ ਫਰੀडम ਆਫ ਪ੍ਰੋਫੈਸ਼ਨ ਦੀ ਆਜ਼ਾਦੀ ਹੈਗੀ ਹੈ। ਠੀਕ ਹੈ, ਹੁਣ ਇੱਦਾਂ ਤਾਂ ਹੈ ਨਹੀਂ ਮੈਂ ਡਾਕਟਰ ਬਣ ਜਾ। ਠੀਕ ਹੈ, ਮੇਰੇ ਕੋਲ ਕੋਈ ਡਿਗਰੀ ਨਹੀਂ ਹੈਗੀ, ਬਟ ਮੈਂ ਜਾ ਕੇ ਇਲਾਜ ਕਰਦਾ ਲੋਕਾਂ ਦਾ, ਇੱਦਾਂ ਨਹੀਂ ਹੋ ਸਕਦਾ। ਮੈਂ ਕਹਾਂ ਕਿ ਮੈਨੂੰ ਆਜ਼ਾਦੀ ਹੈ ਪ੍ਰੋਫੈਸ਼ਨ ਦੀ, ਮੈਂ ਡਾਕਟਰ ਬਣਨਾ, ਮੈਨੂੰ ਪ੍ਰੋਫੈਸ਼ਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਪਰ ਇਹਦੇ ਵਿੱਚ ਵੀ ਰੀਜ਼ਨੇਬਲ ਰਿਸਟ੍ਰਿਕਸ਼ਨ ਇਹੀ ਹੈ ਕਿ ਅਗਰ ਮੇਰੇ ਵਰਗਾ ਬੰਦਾ ਡਾਕਟਰ ਬਣ ਗਿਆ, ਫਿਰ ਲੋਕਾਂ ਦਾ ਕੀ ਬਣੂਗਾ, ਫਿਰ ਜਿਹੜੇ ਪੇਸ਼ੈਂਟਸ ਉਹਨਾਂ ਦਾ ਕੀ ਬਣੂਗਾ। ਠੀਕ ਹੈ ਨਾ, ਤਾਂ ਉੱਥੇ ਗੱਲ ਆ ਜਾਂਦੀ ਕਿ ਜਨਰਲ ਪਬਲਿਕ ਜਿਹੜੀ ਇੰਟਰਸਟ ਹੈ ਉਹ ਹਾਰਮ ਨਹੀਂ ਹੋਣਾ ਚਾਹੀਦਾ। ਤਾਂ ਇੱਥੇ ਜਿਹੜੀ ਸਰਕਾਰ ਹੈ ਕੁਛ ਨਾ ਕੁਛ ਕੁਆਲੀਫਿਕੇਸ਼ਨ ਰੱਖ ਸਕਦੀ ਹੈ। ਜਿਵੇਂ ਮੈਂ ਅਗੇਨ ਡਾਕਟਰ ਦੀ ਗੱਲ ਕਰਾਂਗਾ ਕਿ MBBS ਦੀ ਡਿਗਰੀ ਹੋਈ, BDS ਦੀ ਡਿਗਰੀ ਹੋਣੀ ਚਾਹੀਦੀ ਹੈ, ਤੁਸੀਂ ਫੇਰ ਹੀ ਜਿਹੜੀ ਪ੍ਰੈਕਟਿਸ ਕਰ ਸਕਦੇ ਹੋ। ਠੀਕ ਹੈ, ਤਾਂ ਰਾਈਟ ਟੂ ਫਰੀडम ਆਫ ਪ੍ਰੋਫੈਸ਼ਨ ਦੇ ਵਿੱਚ ਵੀ ਕੁਛ ਨਾ ਕੁਛ ਰਿਸਟ੍ਰਿਕਸ਼ਨਸ ਨੇਗੀਆਂ। ਹਾਂਜੀ, ਸੈਂਟੀਨਲ ਟ੍ਰਾਈਬ ਹੈਗਾ, ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਵੀ ਅੰਡੇਮਾਨ ਨਿਕੋਬਾਰ ਦੇ ਵਿੱਚ ਵੀਡੀਓਜ਼ ਵਾਇਰਲ ਹੋਈਆਂ ਸੀ, ਉਹ ਸੈਂਟੀਨਲ ਟ੍ਰਾਈਬ ਦੀ ਜਿਹੜੀ ਵੀਡੀਓ ਸੀ ਉਹ ਵਾਇਰਲ ਹੋਈਆਂ ਸੀਗੀਆਂ। ਠੀਕ ਹੈ, ਸਟੇਟ ਕੈਨ ਪ੍ਰਸਕ੍ਰਾਈਬ ਕੁਆਲੀਫਿਕੇਸ਼ਨ, ਅਗੇਨ ਉਹੀ ਦੱਸ ਰਿਹਾ ਵੀ ਕੁਆਲੀਫਿਕੇਸ਼ਨ ਸਟੇਟ ਕੈਨ ਕੈਰੀ ਔਨ ਇਟਸੈਲਫ ਬਾਈ ਟ੍ਰੇਡ। ਹੁਣ ਹਰਿਆਣਾ ਦੇ ਵਿੱਚ ਜਿਹੜੀਆਂ ਸਾਰੀਆਂ ਬੱਸਿਸ ਨੇਗੀਆਂ ਉਹ ਗਵਰਨਮੈਂਟ ਬੱਸਿਸ ਨੇਗੀਆਂ। ਠੀਕ ਹੈ ਨਾ,
ਤਾਂ ਸਟੇਟ ਕਹਿ ਸਕਦੀ ਹੈ, ਜਾਂ ਹੁਣ ਰੇਲਵੇ ਹੈ, ਰੇਲਵੇ ਸਿਰਫ ਔਰ ਸਿਰਫ ਪ੍ਰਾਈਵੇਟ ਗਵਰਨਮੈਂਟ ਹੈਗੀ, ਠੀਕ ਹੈ ਨਾ। ਹਾਲਾਂਕਿ ਪ੍ਰਾਈਵੇਟਾਈਜੇਸ਼ਨ ਦੀ ਗੱਲਾਂ ਚੱਲ ਰਹੀਆਂ ਨੇਗੀਆਂ, ਬਟ ਐਟ ਪ੍ਰੈਜ਼ੈਂਟ ਸਾਰਾ ਜਿਹੜਾ ਆਪਰੇਸ਼ਨ ਹੈ ਉਹ ਸਿਰਫ ਔਰ ਸਿਰਫ ਪਬਲਿਕ ਓਨਡ ਹੈ, ਗਵਰਨਮੈਂਟ ਓਨਡ ਹੈਗਾ, ਠੀਕ ਹੈ। ਤਾਂ ਸਟੇਟ ਕੀ ਹੈ, ਇਹ ਮੋਨੋਪੋਲੀ ਕਰ ਸਕਦੀ ਹੈ ਕਿ ਸਿਰਫ ਸਟੇਟ ਹੀ, ਸਰਕਾਰ ਹੀ ਕਿਸੇ ਚੀਜ਼ ਦੇ ਉੱਪਰ ਕੰਮ ਕਰੂਗੀ। ਪ੍ਰਾਈਵੇਟ ਦਾ ਬਿਲਕੁਲ ਹੀ ਦਖਲਅੰਦਾਜ਼ੀ ਬੰਦ ਕਰ ਸਕਦੀ ਹੈ, ਜਿਵੇਂ ਕਿ ਹਰਿਆਣੇ ਦੀਆਂ ਬੱਸਿਸ ਹੋ ਗਈਆਂ ਜਾਂ ਰੇਲਵੇ ਹੋ ਗਈ ਆਪਣੀ, ਠੀਕ ਹੈ। ਦੋ ਚੀਜ਼ਾਂ ਹੋ ਗਈਆਂ ਪ੍ਰੋਫੈਸ਼ਨ ਦੀ ਰਿਸਟ੍ਰਿਕਸ਼ਨ। ਦੇਖੋ ਰਾਈਟ ਟੂ ਫਰੀडम ਆਫ ਪ੍ਰੋਫੈਸ਼ਨ ਦੀ ਗੱਲ ਕਰ ਰਹੇ ਹਾਂ ਆਪਾਂ, ਧੰਦੇ ਦੀ ਗੱਲ ਕਰ ਰਹੇ ਹਾਂ, ਉਹਦੇ ਵਿੱਚ ਰਿਸਟ੍ਰਿਕਸ਼ਨਸ ਨੇ ਕਿਹੜੀਆਂ ਨੇ। ਇੱਕ ਤਾਂ ਕੁਆਲੀਫਿਕੇਸ਼ਨ, ਕਿ ਤੁਹਾਨੂੰ ਡਿਗਰੀ ਵਗੈਰਾ ਮੰਗ ਸਕਦੀ ਹੈ ਸਰਕਾਰ। ਇੱਕ ਇਹ ਹੈ ਕਿ ਸਰਕਾਰ ਆਪਣੇ ਆਪ ਬਿਜ਼ਨਸ ਚਲਾ ਸਕਦੀ ਹੈ ਅਤੇ ਲੋਕਾਂ ਨੂੰ ਕਹਿ ਸਕਦੀ ਹੈ ਵੀ ਤੁਸੀਂ ਇਹ ਬਿਜ਼ਨਸ ਨਹੀਂ ਕਰਨਾ ਹੈਗਾ, ਠੀਕ ਹੈ। ਅਗੇਨ ਸਟੇਟ ਕੈਨ ਰੈਗੂਲੇਟ ਥਰੂ ਲਾਇਸੈਂਸਿੰਗ। ਦੇਖੋ ਲਾਇਸੈਂਸਿੰਗ ਬਹੁਤ ਹੁੰਦੀ ਹੈਗੀ, ਕੋਈ ਵੀ ਜਿਵੇਂ ਹਾਰਮਫੁਲ ਕੈਮੀਕਲਸ ਨੇਗੇ, ਹਜ਼ਾਰਡੀਅਸ ਕੈਮੀਕਲਸ ਨੇ, ਉਹਨਾਂ ਦੀ ਟਰੇਡ ਕਰਨੀ ਹੈ, ਉਹਨਾਂ ਦੀ ਪ੍ਰੋਡਕਸ਼ਨ ਕਰਨੀ ਹੈ, ਮੈਨੂਫੈਕਚਰਿੰਗ ਕਰਨੀ ਹੈ, ਤਾਂ ਲਾਇਸੈਂਸਿੰਗ ਵੀ ਰਿਕੁਆਇਰਡ ਹੈ। ਇੱਥੇ ਵੀ ਜਿਹੜੀ ਸਰਕਾਰ ਹੈ ਉਹ ਰੈਗੂਲੇਸ਼ਨ ਕਰ ਸਕਦੀ ਹੈ, ਠੀਕ ਹੈ। ਗੁੱਡ ਮਾਰਨਿੰਗ ਬਲਜੀਤ। ਨੋਰ ਦੇ ਵਾਂਟ ਟੂ ਅਸ ਟੂ ਇੰਟਰਫੇਅਰ। ਬਿਲਕੁਲ। ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵਿਕਸ਼ਨ। ਦੇਖੋ ਆਰਟੀਕਲ 19 ਆਪਣਾ ਹੋ ਗਿਆ, ਕਾਫੀ ਇੰਪੋਰਟੈਂਟ ਆਰਟੀਕਲ ਸੀ। ਤੁਸੀਂ ਪਲੀਜ਼ ਇੱਕ ਵਾਰੀ ਵੀਡੀਓ ਨੂੰ ਹੋਰ ਕੁਛ ਰਿਪੀਟ ਕਰਕੇ ਦੇਖੋ ਨਾ ਦੇਖੋ, ਆਰਟੀਕਲ 19 ਦੁਬਾਰਾ ਜ਼ਰੂਰ ਦੇਖੋ, ਠੀਕ ਹੈ। ਚਲੋ ਆਰਟੀਕਲ 20 ਆ ਗਿਆ ਜੀ। ਕੌਣ ਪੁੱਛ ਰਿਹਾ ਸੀ? ਆਰਟੀਕਲ 20 ਆ ਗਿਆ। ਦੇਖੋ ਆਪਣਾ ਪ੍ਰੋਟੈਕਸ਼ਨ ਇਨ ਰਿਸਪੈਕਟ ਆਫ ਕਨਵਿਕਸ਼ਨ ਫॉर। ਦੇਖੋ ਕਨਵਿਕਸ਼ਨ ਦੀ ਮੀਨਿੰਗ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਵੀ ਜਦੋਂ ਬੰਦਾ ਕਨਵਿਕਟ ਹੋ ਜੇ, ਜਦੋਂ ਜਿਹੜਾ ਇਲਜ਼ਾਮ ਹੈ ਉਹ ਸਾਬਿਤ ਹੋ ਜੇ, ਕਨਵਿਕਸ਼ਨ ਫॉर ਔਫੈਂਸਿਸ। ਹੁਣ ਇਲਜ਼ਾਮ ਸਾਬਿਤ ਹੋਣ ਤੋਂ ਬਾਅਦ, ਠੀਕ ਹੈ ਨਾ, ਕੋਈ ਮੁਜਰਿਮ ਹੈ, ਉਹਦੇ ਕੀ ਰਾਈਟਸ ਨੇ, ਇਹ ਆਰਟੀਕਲ 20 ਦੀ ਗੱਲ ਕਰ ਰਿਹਾ ਹੈਗਾ, ਠੀਕ ਹੈ ਨਾ। ਕਿਸੇ ਮੁਜਰਿਮ ਦੇ ਕੀ ਰਾਈਟਸ ਨੇ, ਆਰਟੀਕਲ 20 ਦੇ ਵਿੱਚ ਆਊਗਾ ਉਹ, ਠੀਕ ਹੈ। ਪਹਿਲਾਂ ਤਾਂ ਪ੍ਰੋਟੈਕਸ਼ਨ ਅਗੇਂਸਟ ਆਰਬਿਟਰਰੀ ਐਂਡ ਐਕਸੈਸਿਵ ਪਨਿਸ਼ਮੈਂਟ, ਵੀ ਜਿੰਨੀ ਕੁ ਬੰਦੇ ਨੇ ਜੁਰਮ ਕੀਤਾ ਹੈ ਸਿਰਫ ਉਨੀ ਹੀ ਸਜ਼ਾ ਮਿਲਣੀ ਚਾਹੀਦੀ ਹੈ। ਇੱਦਾਂ ਕੁਝ ਇਹ ਜਿਹਾ ਕੁਛ ਜਿਹੜਾ ਹੈਗਾ ਉਹ ਫਰੀडम ਆਫ ਕਨਵਿਕਸ਼ਨ ਆਫ ਔਫੈਂਸਿਸ ਆ ਜਾਂਦਾ, ਆਰਟੀਕਲ 20 ਦੇ ਵਿੱਚ ਆ ਜਾਂਦਾ, ਠੀਕ ਹੈ। ਪਹਿਲੀ ਜਿਹੜੀ ਪ੍ਰੋਵੀਜ਼ਨ ਉਹ ਤਾਂ ਇਹ ਹੈਗੀ ਹੈ ਕਿ ਨੋ ਐਕਸ ਪੋਸਟ ਫੈਕਟੋ ਲਾਅ। ਜਿਹੜੀ ਤੁਸੀਂ ਪਨਿਸ਼ਮੈਂਟ ਦੇ ਰਹੇ ਹੋ, ਦੇਖੋ ਹੁਣ ਆਪਾਂ ਨੇ ਇਹ ਤਾਂ ਮੰਨ ਲਿਆ ਵੀ ਕਿ ਹਾਂ ਬੰਦਾ ਮੁਜਰਿਮ ਹੈ, ਸਾਬਿਤ ਹੋ ਗਈ ਇਹ ਚੀਜ਼, ਠੀਕ ਹੈ, ਵੀ ਉਹ ਬੰਦੇ ਨੇ ਕੋਈ ਕ੍ਰਾਈਮ ਕੀਤਾ ਹੈ। ਪਰ ਹੁਣ ਜਿਹੜਾ ਕ੍ਰਾਈਮ ਕੀਤਾ ਹੈਗਾ, ਤੁਸੀਂ ਜਿਹੜੀ ਉਹ ਪਨਿਸ਼ਮੈਂਟ ਦੇਣੀ ਆ ਉਹਨੂੰ, ਉਹ ਸਿਰਫ ਉਹੀ ਪਨਿਸ਼ਮੈਂਟ ਦੇ ਸਕਦੇ ਹੋ ਜਿਹੜੀ ਕਿ ਉਸ ਟਾਈਮ 'ਤੇ, ਹੁਣ ਮੰਨ ਲਓ ਅੱਜ 2020 ਹੈਗਾ, 2020 ਹੈ, ਠੀਕ ਹੈ। 2018 ਦੇ ਵਿੱਚ ਕਿਸੇ ਬੰਦੇ ਨੇ ਕ੍ਰਾਈਮ ਕੀਤਾ, 2018 ਦੇ ਵਿੱਚ ਕ੍ਰਾਈਮ ਕੀਤਾ ਕਿਸੇ ਬੰਦੇ ਨੇ, ਠੀਕ ਹੈ ਨਾ। ਮੰਨ ਲਓ ਕੋਈ ਮਰਡਰ ਕਰਤਾ 2018 ਦੇ ਵਿੱਚ ਮਰਡਰ ਦੀ ਜਿਹੜੀ ਸਜ਼ਾ ਸੀਗੀ ਉਹ ਮੰਨ ਲਓ 2 ਸਾਲ ਹੈਗੀ, ਠੀਕ ਹੈ। ਪਰ 2020 ਦੇ ਵਿੱਚ ਆ ਕੇ ਇਹ ਸਜ਼ਾ ਲਾਅ ਚੇਂਜ ਕਰਤਾ ਸਰਕਾਰ ਨੇ, ਪਾਰਲੀਮੈਂਟ ਨੇ, ਕਿ ਜਿਹੜੀ ਸਜ਼ਾ ਹੈਗੀ ਆ ਉਹ 5 ਸਾਲ ਹੋਊਗੀ ਮਰਡਰ ਕਰਨ ਦੀ। ਮੈਂ ਇੱਕ ਐਵੇਂ ਰੈਂਡਮ ਕੋਈ ਵੈਸੇ ਹੀ ਲੈ ਰਿਹਾ, ਕੁਛ ਬਿਲਕੁਲ ਫੈਕਚੁਅਲ ਚੀਜ਼ ਨਹੀਂ ਹੈਗੀ, ਤੁਹਾਨੂੰ ਸਮਝਾਉਣ ਵਾਸਤੇ ਕਹਿ ਰਿਹਾ ਮੈਂ, ਠੀਕ ਹੈ। 2018 ਦੇ ਵਿੱਚ ਮਰਡਰ ਦੀ ਸਜ਼ਾ ਸੀਗੀ 2 ਸਾਲ, ਔਰ 2020 ਦੇ ਵਿੱਚ ਚੇਂਜ ਹੋ ਗਿਆ 5 ਸਾਲ ਕਰਤੀ। ਹੁਣ ਇੱਕ ਕਿਸੇ ਬੰਦੇ ਨੇ 2018 ਦੇ ਵਿੱਚ ਮਰਡਰ ਕੀਤਾ, ਬਟ ਪਤਾ ਲੱਗਿਆ ਜਦੋਂ ਕਨਵਿਕਟ ਹੋਇਆ ਉਹ ਬੰਦਾ ਹੋਇਆ 2020 ਦੇ ਵਿੱਚ, ਠੀਕ ਹੈ। ਦੇਖੋ ਉਰੇ ਮਰਡਰ ਕਰਤਾ, ਇੱਥੇ 2020 ਦੇ ਵਿੱਚ ਆ ਕੇ ਸਾਬਿਤ ਹੋ ਗਿਆ ਕਿ ਹਾਂ ਬੰਦੇ ਨੇ ਮਰਡਰ ਕੀਤਾ ਸੀਗਾ। ਜਦੋਂ 2020 ਦੇ ਵਿੱਚ ਮਰਡਰ ਕੀਤਾ ਉਦੋਂ 5 ਸਾਲ ਦੀ ਸਜ਼ਾ ਹੋ ਗਈ ਸੀਗੀ। ਹੁਣ ਤੁਸੀਂ ਦੱਸੋ ਵੀ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ? ਹੁਣ 2 ਸਾਲ ਮਿਲਣੀ ਚਾਹੀਦੀ ਹੈ ਜਦੋਂ ਕਿ ਮਰਡਰ ਕੀਤਾ ਸੀ, ਜਾਂ 5 ਸਾਲ ਜਦੋਂ ਕਿ ਸਾਬਿਤ ਹੋਇਆ ਕਿ ਹਾਂ ਮਰਡਰ ਹੋ ਗਿਆ ਸੀਗਾ, ਅਤੇ ਹੁਣ 5 ਸਾਲ ਦੀ ਸਜ਼ਾ ਦੇਣੀ ਚਾਹੀਦੀ ਹੈ। ਕਿੰਨੀ ਸਜ਼ਾ ਮਿਲਣੀ ਚਾਹੀਦੀ ਹੈ, ਠੀਕ ਹੈ। ਦੇਖੋ ਇਹ ਐਕਸ ਪੋਸਟ ਫੈਕਟੋ ਦਾ ਮਤਲਬ ਇਹੀ ਹੈ ਕਿ ਜਦੋਂ ਬੰਦੇ ਨੇ ਜਿਹੜਾ ਕ੍ਰਾਈਮ ਕੀਤਾ ਹੈ ਉਸ ਟਾਈਮ 'ਤੇ ਜਿਹੜੀ ਸਜ਼ਾ ਸੀ ਸਿਰਫ ਉਹੀ ਸਜ਼ਾ ਮਿਲੂਗੀ। ਮਤਲਬ ਕੀ ਹੈ, ਜੇ 2018 ਦੇ ਵਿੱਚ ਕ੍ਰਾਈਮ ਕੀਤਾ ਹੈ ਤਾਂ 2 ਸਾਲ ਦੀ ਸਜ਼ਾ ਮਿਲੂਗੀ, ਜ਼ਰੂਰੀ ਨਹੀਂ ਹੈਗਾ ਵੀ 5 ਸਾਲ ਦੀ ਮਿਲੂਗੀ, ਕਿਉਂਕਿ ਜੇ ਉਰੇ ਸਾਬਿਤ ਹੋਇਆ ਕਿ 5 ਸਾਲ ਦੀ ਜਦੋਂ ਲਾਅ ਬਣ ਗਿਆ ਸੀ ਕਿ 5 ਸਾਲ ਦੀ ਸਜ਼ਾ ਹੋਊਗੀ, ਉਸ ਟਾਈਮ ਜਦੋਂ ਕੋਈ ਉਸ ਟਾਈਮ ਸਾਬਿਤ ਹੋਇਆ ਕਿ ਬੰਦੇ ਨੇ ਮਰਡਰ ਕੀਤਾ ਹੈ, ਤਾਂ ਉਹ ਡਜ਼ਨਟ ਮੈਟਰ। ਜਦੋਂ ਬੰਦੇ ਨੇ ਕ੍ਰਾਈਮ ਕੀਤਾ ਉਸ ਟਾਈਮ 'ਤੇ ਜਿਹੜੀ ਸਜ਼ਾ ਸੀਗੀ, ਜੋ ਲਾਅ ਸੀਗਾ ਉਹਦੇ ਅਗੇਂਸਟ ਹੀ ਤੁਹਾਨੂੰ ਸਜ਼ਾ ਮਿਲੂਗੀ, ਤਾਂ ਮਤਲਬ 2 ਸਾਲ ਦੀ ਹੀ ਸਜ਼ਾ ਮਿਲੂਗੀ। ਇਹ ਚੀਜ਼ ਤੁਸੀਂ ਦੁਬਾਰਾ ਸੁਣੋ, ਤੁਹਾਨੂੰ ਦੁਬਾਰਾ ਅੱਛੀ ਤਰ੍ਹਾਂ ਸਮਝ ਆ ਜਾਏਗੀ, ਠੀਕ ਹੈ। ਰਿਪੀਟ ਕਰੋ ਇਸ ਚੀਜ਼ ਨੂੰ, ਠੀਕ ਹੈ। ਚਲੋ ਬਿਲਕੁਲ ਹਰਮਨ 2 ਸਾਲ ਦੀ ਸਜ਼ਾ ਮਿਲੂਗੀ ਅਕੋਰਡਿੰਗ ਟੂ ਤੁਸੀਂ, ਤੁਹਾਨੂੰ ਕਾਫੀ ਕੁਛ ਪਤਾ ਹੈ ਇਸ ਹਿਸਾਬ ਨਾਲ, ਤਾਂ ਬਿਲਕੁਲ ਵੈਰੀ ਗੁੱਡ, ਕਿਆ ਬਾਤ ਹੈ, ਵੈਰੀ ਇੰਪ੍ਰੈਸਿਵ ਐਕਚੁਅਲੀ, ਠੀਕ ਹੈ। ਬਸ ਹਾਂ ਇਹੀ ਚੀਜ਼ ਲਿਖੀ ਹੋਈ ਹੈ ਸਾਰੇ ਵਿੱਚ। ਬਟ ਸਿਵਲ ਲਾਇਬਿਲਿਟੀ ਇਹ ਸਿਰਫ ਕ੍ਰਿਮੀਨਲ ਕੇਸਿਸ ਦੇ ਵਿੱਚ ਹੈਗੀ ਹੈ, ਠੀਕ ਹੈ। ਜਿਹੜੀ ਆਪਾਂ ਰੈਟਰੋਸਪੈਕਟਿਵ ਦੀ ਗੱਲ ਕਰਦੇ ਹਾਂ, ਇੱਕ ਵਰਡ ਆਉਂਦਾ ਰੈਟਰੋਸਪੈਕਟਿਵ, ਮਤਲਬ ਕੀ ਹੈ, ਉਹੀ ਸਿਮਿਲਰ ਚੀਜ਼ ਇਸੇ ਨੂੰ ਦੱਸ ਰਿਹਾ ਹੈਗਾ, ਠੀਕ ਹੈ। 2 ਸਾਲ 5 ਸਾਲ ਵਾਲੀ ਚੀਜ਼ ਨੂੰ ਦੱਸ ਰਿਹਾ ਕਿ ਕੋਈ ਲਾਅ ਪਹਿਲਾਂ ਤੋਂ ਪਿੱਛੇ ਤੋਂ ਇੰਪਲੀਮੈਂਟ ਨਹੀਂ ਕੀਤਾ ਜਾ ਸਕਦਾ, ਠੀਕ ਹੈ ਨਾ। ਹੁਣ ਮੈਂ ਕਹਾਂ ਕਿ 5 ਸਾਲ ਦੀ ਸਜ਼ਾ ਹੋਊਗੀ ਤਾਂ 2020 ਤੋਂ ਹੀ ਇੰਪਲੀਮੈਂਟ ਹੋਊਗਾ, 2018 ਤੋਂ ਇੰਪਲੀਮੈਂਟ ਨਹੀਂ ਕਰ ਸਕਦਾ, ਠੀਕ ਹੈ ਨਾ। ਪਿਛਲਾ ਇਫੈਕਟ ਨਹੀਂ ਹੋ ਸਕਦਾ, ਠੀਕ ਹੈ ਨਾ। ਅੱਗੇ ਜਿਹੜਾ ਹੁਣ ਬਣ ਗਿਆ ਲਾਅ ਹੁਣ ਤੋਂ ਇੰਪਲੀਮੈਂਟ ਹੋਊਗਾ। ਤਾਂ ਇਹ ਜਿਹੜੀ ਸੇਫਟੀ ਹੈਗੀ ਇਹ ਸਿਰਫ ਔਰ ਸਿਰਫ ਕ੍ਰਿਮੀਨਲ ਕੇਸਿਸ ਦੇ ਵਿੱਚ ਹੈ, ਇਹ ਸਿਵਲ ਕੇਸਿਸ ਦੇ ਵਿੱਚ ਨਹੀਂ ਹੈਗੀ, ਠੀਕ ਹੈ ਨਾ।
ਹੁਣ ਆਪਾਂ ਟੈਕਸ ਲੌਜ਼ ਦੀ ਗੱਲ ਕਰਦੇ ਹਾਂ, ਉਹ ਸਿਵਲ ਲਾਇਬਿਲਿਟੀ ਦੇ ਵਿੱਚ ਆ ਜਾਂਦੇ ਨੇ ਜਿਹੜੇ ਟੈਕਸ ਲੌਜ਼ ਨੇ, ਠੀਕ ਹੈ। ਟੈਕਸ ਲੌਜ਼ ਨੇ, ਭਾਰਤ ਸਰਕਾਰ ਕੀ ਕਹਿ ਸਕਦੀ ਹੈ ਕਿ ਅੱਜ ਤੋਂ ਜਿਹੜਾ ਇਨਕਮ ਟੈਕਸ ਹੈ ਜਾਂ ਹੋਰ ਕੋਈ ਵੀ ਟੈਕਸ ਹੈ, ਅਸੀਂ 2015 ਤੋਂ ਚੇਂਜ ਕਰ ਰਹੇ ਹਾਂ ਕਿ ਅਸੀਂ 15% ਦੀ ਜਗ੍ਹਾ ਅਸੀਂ 20% ਟੈਕਸ ਲਵਾਂਗੇ। ਮਤਲਬ ਜਿਹੜੀ ਸਿਵਲ ਲਾਇਬਿਲਿਟੀ ਹੈ ਉਹ ਪਹਿਲਾਂ ਤੋਂ ਵੀ ਹੋ ਸਕਦੀ ਹੈ, ਜਿਹੜੀ ਕ੍ਰਿਮੀਨਲ ਲਾਇਬਿਲਿਟੀ ਹੈ ਉਹ ਸਿਰਫ ਨਵੇਂ ਸਾਲ ਤੋਂ ਹੋਊਗੀ, ਜਿਹੜੀ ਨਵੇਂ ਇੰਪਲੀਮੈਂਟੇਸ਼ਨ ਤੋਂ ਹੋਊਗੀ। ਜਿਹੜੀ ਸਿਵਲ ਲਾਇਬਿਲਿਟੀ ਉਹ ਪਹਿਲਾਂ ਤੋਂ ਵੀ ਹੋ ਸਕਦੀ ਹੈ, ਇਹ ਥੋੜ੍ਹਾ ਡਿਫਰੈਂਸ ਹੈਗਾ, ਠੀਕ ਹੈ। ਨੋ ਡਬਲ ਜੈਪਰਡੀ, ਕਿਸੇ ਇੱਕ ਸਜ਼ਾ ਲਈ, ਇੱਕ ਜੁਰਮ ਲਈ 2 ਵਾਰ ਸਜ਼ਾ ਨਹੀਂ ਮਿਲ ਸਕਦੀ, ਠੀਕ ਹੈ ਨਾ, ਇਹੀ ਮਤਲਬ ਹੈ ਸਿੰਪਲੀ ਇਹਦਾ। ਚਲੋ, ਨੋ ਸੈਲਫ ਇਨਕ੍ਰੀਮੇਸ਼ਨ, ਮਤਲਬ ਕਿਸੇ ਨੂੰ ਆਪਣੇ ਆਪ ਦੇ ਖਿਲਾਫ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਠੀਕ ਹੈ ਨਾ। ਇਹ 3 ਪ੍ਰੋਵੀਜ਼ਨਸ ਨੇ ਮੇਨ ਜੀਆਂ, ਠੀਕ ਹੈ। ਜ਼ਿਆਦਾ ਤੁਸੀਂ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ, ਵੈਸੇ ਤਾਂ ਆਪਾਂ ਡਿਟੇਲ ਦੇ ਵਿੱਚ ਕਰ ਹੀ ਲਿਆ, ਠੀਕ ਹੈ। ਇਹਨਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ, ਬਸ ਸਿੰਪਲ ਇਹ ਸਮਝ ਲਓ ਕਿ ਨੋ ਡਬਲ ਜੈਪਰਡੀ ਮਤਲਬ ਇਹ ਹੈ ਕਿ ਇੱਕ ਜੁਰਮ ਦੀ 2 ਵਾਰ ਸਜ਼ਾ ਨਹੀਂ ਮਿਲ ਸਕਦੀ, ਅਤੇ ਨੋ ਸੈਲਫ ਇਨਕ੍ਰੀਮੇਸ਼ਨ ਦਾ ਮਤਲਬ ਇਹ ਹੈ ਕਿ ਕਿਸੇ ਨੂੰ ਆਪਣੇ ਆਪ ਦੇ ਖਿਲਾਫ ਵਿਟਨੈਸ ਬਣਨ ਲਈ ਕੰਪੈਲ ਨਹੀਂ ਕੀਤਾ ਜਾ ਸਕਦਾ। ਜੋ ਲਾਅ 'ਚ ਦਿੱਤੀ ਹੋਈ ਹੈ ਸਜ਼ਾ ਹੋਣੀ ਸੁਪਰੀਮ ਕੋਰਟ ਦੀ ਮਰਜ਼ੀ, ਤੁਹਾਡੀ ਜਿੰਨੀ ਮਰਜ਼ੀ ਵਧਾ ਦੇਵੋ, ਬਿਲਕੁਲ। ਅਗਰ ਹਾਈ ਕੋਰਟ ਨੇ ਕੋਈ ਪਨਿਸ਼ਮੈਂਟ ਦਿੱਤੀ ਤਾਂ ਸੁਪਰੀਮ ਕੋਰਟ ਵਧਾ ਸਕਦੀ ਸਜ਼ਾ। ਦੇਖੋ ਪਲੀਜ਼, ਇਹ ਤੁਸੀਂ ਜਿਹੜੇ ਲੀਗਲ ਫੈਕਟਸ ਨੇ ਇਹ ਬਿਲਕੁਲ ਅਨਨੈਸੈਸਰੀ ਨੇ, ਤੁਸੀਂ ਇਹ ਚੀਜ਼ਾਂ ਦੇ ਵਿੱਚ ਨਾ ਪਾਓ। ਇਹ ਜਿਹੜਾ ਤੁਹਾਨੂੰ ਮੈਂ ਸਾਰੀ ਸਟੋਰੀ ਸਮਝਾਈ ਹੈ, ਇਹ ਸਮਝਾਉਣ ਦਾ ਮੇਰਾ ਮਤਲਬ ਸਿਰਫ ਇਹ ਸੀ ਕਿ ਤੁਹਾਨੂੰ ਇਸ ਸੈਂਟੈਂਸ ਦਾ ਮੀਨਿੰਗ ਸਮਝ ਆ ਜੇ। ਆਪਾਂ ਨੂੰ ਕੋਈ ਮਤਲਬ ਨਹੀਂ ਕਿੰਨੀ ਸਜ਼ਾ ਮਿਲਦੀ ਹੈ, ਕਿੰਨੀ ਮਿਲਣੀ ਚਾਹੀਦੀ ਹੈ, ਠੀਕ ਹੈ ਨਾ। ਇਹ ਬਿਲਕੁਲ ਅਨਨੈਸੈਸਰੀ ਚੀਜ਼ਾਂ ਨੇਗੀਆਂ, ਠੀਕ ਹੈ ਨਾ। ਇਹ ਲਾਅ ਵਾਲੇ ਸਟੂਡੈਂਟਸ ਨੂੰ ਚਾਹੇ ਰਿਕੁਆਇਰਮੈਂਟ ਹੋਵੇ, ਬਟ ਆਪਾਂ ਨੂੰ ਬਿਲਕੁਲ ਰਿਕੁਆਇਰਮੈਂਟ ਨਹੀਂ ਹੈਗੀ ਇਹ ਚੀਜ਼ਾਂ ਦੀ। ਇਹ ਸਟੋਰੀ ਮੈਂ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਦੱਸੀ ਹੈਗੀ ਵੀ ਤੁਸੀਂ ਇਹ ਸੈਂਟੈਂਸ ਦਾ ਮੀਨਿੰਗ ਸਮਝ ਲਓ। ਹਾਂ, ਆਵੇਂ ਥੋੜ੍ਹੀ ਵਧਾ ਸਕਦਾ। ਚਲੋ, ਪ੍ਰੋਟੈਕਸ਼ਨ ਆਫ ਲਾਈਫ ਐਂਡ ਲਿਬਰਟੀ, ਆਰਟੀਕਲ 21 ਦੀ ਗੱਲ ਕਰ ਰਿਹਾ। ਇਹ ਵੀ ਕਾਫੀ ਇੰਪੋਰਟੈਂਟ ਆਰਟੀਕਲ ਹੈ ਜੀ। ਪ੍ਰੋਟੈਕਸ਼ਨ ਆਫ ਲਾਈਫ, ਦੇਖੋ ਕਿੰਨੀ ਵੱਡੀ ਗੱਲ ਕਹਿ ਰਿਹਾ ਕਿ ਮੈਨੂੰ ਜੀਣ ਦੀ ਆਜ਼ਾਦੀ, ਲਾਈਫ ਦੀ ਆਜ਼ਾਦੀ ਮੈਨੂੰ, ਤੇ ਇਹ ਵੀ ਆਜ਼ਾਦੀ ਦੇ ਵਿੱਚ ਆ ਜਾਂਦਾ। ਲਿਬਰਟੀ ਵੀ ਮਤਲਬ ਆਜ਼ਾਦੀ ਹੀ ਹੁੰਦਾ ਕਿ ਮੈਨੂੰ ਆਪਣੀ ਪਰਸਨਲ ਲਿਬਰਟੀ ਹੋਣੀ ਚਾਹੀਦੀ ਹੈ। ਸਭ ਤੋਂ ਵੱਡੀ ਗੱਲ ਤਾਂ ਪ੍ਰੋਟੈਕਸ਼ਨ ਆਫ ਲਾਈਫ ਦੀ ਗੱਲ ਕਰ ਰਿਹਾ ਹੈਗਾ ਵੀ ਮੈਨੂੰ ਜੀਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ, ਤਾਂ ਬਹੁਤ ਵੱਡੀ ਗੱਲ ਕਹਿ ਰਿਹਾ ਇਹ ਚੀਜ਼, ਠੀਕ ਹੈ। ਨੋ ਡੈਪਰੀਵੇਸ਼ਨ ਆਫ ਲਾਈਫ ਐਂਡ ਲਿਬਰਟੀ ਐਕਸੈਪਟ ਪ੍ਰੋਸੀਜਰ ਐਸਟੈਬਲਿਸ਼ਡ ਬਾਈ ਲਾਅ, ਮਤਲਬ ਕੀ ਹੈ। ਹੁਣ ਦੇਖੋ ਫਾਂਸੀ ਦੀ ਸਜ਼ਾ ਹੋ ਰਹੀ ਹੈ ਕਿਸੇ ਬੰਦੇ ਨੂੰ, ਠੀਕ ਹੈ, ਤਾਂ ਕੀ ਉਹ ਫਾਂਸੀ ਦੀ ਸਜ਼ਾ ਹੋਣ ਦਾ ਕੀ ਮਤਲਬ ਹੈ ਕਿ ਅਸੀਂ ਉਸ ਤੋਂ ਰਾਈਟ ਟੂ ਲਾਈਫ ਛੀਨ ਰਹੇ ਹਾਂ, ਹੈ ਨਾ। ਇਹੀ ਚੀਜ਼ ਹੋਈ, ਰਾਈਟ ਟੂ ਲਾਈਫ ਦਾ ਮਤਲਬ ਰਾਈਟ ਟੂ ਜੀਣਾ, ਮੈਨੂੰ ਜੀਣ ਦਾ ਹੱਕ ਹੈ। ਜੇ ਕਿਸੇ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਤਾਂ ਅਸੀਂ ਉਸ ਤੋਂ ਜੀਣ ਦਾ ਹੱਕ ਖੋ ਰਹੇ ਹਾਂ ਨਾ, ਠੀਕ ਹੈ ਨਾ। ਤਾਂ ਇਹ ਚੀਜ਼ ਆਉਂਦੀ ਹੈ ਕਿ ਕਿਸੇ ਬੰਦੇ ਤੋਂ ਤੁਸੀਂ ਜੀਣ ਦਾ ਹੱਕ ਨਹੀਂ ਖੋ ਸਕਦੇ ਐਕਸੈਪਟ, ਸਿਵਾਏ ਕਿ ਕੋਈ ਪ੍ਰੋਪਰ ਪ੍ਰੋਸੀਜਰ ਫੋਲੋ ਕੀਤਾ ਗਿਆ ਹੋਵੇ। ਦੇਖੋ ਫਾਂਸੀ ਦੀ ਸਜ਼ਾ ਹੋਣ 'ਚ ਕਿੰਨਾ ਟਾਈਮ ਲੱਗ ਜਾਂਦਾ ਤੁਹਾਨੂੰ ਪਤਾ ਹੈਗਾ, ਠੀਕ ਹੈ ਨਾ। ਬਾਰ ਹਾਈ ਕੋਰਟ, ਸੁਪਰੀਮ ਕੋਰਟ, ਫਿਰ ਪ੍ਰੈਜ਼ੀਡੈਂਟ, ਕਿਤੇ ਚੀਜ਼ਾਂ ਜਾਂਦੀਆਂ ਨੇਗੀਆਂ। ਤਾਂ ਇੱਕ ਪ੍ਰੋਪਰ ਪ੍ਰੋਸੀਜਰ ਫੋਲੋ ਹੁੰਦਾ, ਫਿਰ ਹੀ ਫਾਂਸੀ ਦੀ ਸਜ਼ਾ ਕਿਸੇ ਨੂੰ ਹੁੰਦੀ ਹੈਗੀ, ਠੀਕ ਹੈ। ਤਾਂ ਇਹੀ ਗੱਲ ਕਹਿ ਰਿਹਾ ਇਹ ਕਿ ਕਿਸੇ ਨੂੰ ਤੁਸੀਂ ਕਿਸੇ ਦੀ ਰਾਈਟ ਟੂ ਲਾਈਫ ਖੋ ਨਹੀਂ ਸਕਦੇ ਐਕਸੈਪਟ ਬਾਈ ਪ੍ਰੋਸੀਜਰ ਐਸਟੈਬਲਿਸ਼ਡ ਬਾਈ ਲਾਅ। ਹੁਣ ਇਹਦੇ ਵਿੱਚ ਵੀ ਜਿਹੜਾ ਲਾਅ ਦੀ ਇੱਕ ਆਪਾਂ ਇੰਟਰਪ੍ਰੀਟੇਸ਼ਨ ਦੀ ਗੱਲ ਕਰਦੇ ਹਾਂ ਕਿ ਜਿਹੜਾ ਪ੍ਰੋਸੀਜਰ ਐਸਟੈਬਲਿਸ਼ਡ ਬਾਈ ਲਾਅ ਹੈ ਉਹ ਕੀ ਚੀਜ਼ ਹੁੰਦੀ ਹੈ। ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈ ਇੱਥੇ। ਦੇਖੋ 2 ਕੇਸਿਸ ਇਹਦੇ ਵਿੱਚ ਇੰਪੋਰਟੈਂਟ ਹੈਗੇ। ਇੱਕ ਤਾਂ ਹੈਗਾ ਗੋਪਾਲਨ ਕੇਸ। ਗੋਪਾਲਨ ਕੇਸ ਦੇ ਵਿੱਚ ਹੁਣ ਦੇਖੋ ਤੁਸੀਂ ਜਿਹੜਾ ਪ੍ਰੋਸੀਜਰ ਐਸਟੈਬਲਿਸ਼ਡ ਬਾਈ ਲਾਅ ਹੈਗਾ, ਹੁਣ ਦੇਖੋ ਮੈਂ ਕੱਲ੍ਹ ਨੂੰ ਇੱਕ ਸਰਕਾਰ ਨੇ ਲਾਅ ਬਣਾਤਾ ਕਿ ਜਿਹੜੇ ਬੰਦੇ ਨੇ ਹੈਲਮਟ ਨਹੀਂ ਪਾਇਆ ਉਹਨੂੰ ਗੋਲੀ ਮਾਰ ਦਿਓ, ਠੀਕ ਹੈ। ਸਰਕਾਰ ਲਾਅ ਬਣਾ ਸਕਦੀ ਹੈਗੀ ਕਿ ਹੈਲਮਟ ਨਹੀਂ ਪਾਈ ਗੋਲੀ ਮਾਰ ਦਿਓ। ਹੁਣ ਦੇਖੋ ਜੇ ਆਪਾਂ ਲਾਅ ਦੀ ਤਰਫ ਦੇਖੀਏ ਕਿ ਹਾਂ ਇਹ ਲਾਅ ਬਣਾਤਾ ਤਾਂ ਸਰਕਾਰ ਇੱਦਾਂ ਕਰ ਸਕਦੀ ਹੈ, ਬਿਲਕੁਲ ਕਰ ਸਕਦੀ ਹੈਗੀ, ਠੀਕ ਹੈ ਨਾ। ਉਹਦੇ ਕੋਲ ਹਰ ਰਾਈਟ ਹੈਗਾ ਇਹ ਚੀਜ਼ ਕਰਨ ਦਾ। ਤਾਂ ਜਿਹੜਾ ਗੋਪਾਲਨ ਕੇਸ ਦੇ ਵਿੱਚ ਸੀਗਾ, ਇਹ ਗੋਪਾਲਨ ਕੇਸ ਇਹੀ ਕਹਿੰਦਾ ਕਿ ਹਾਂ ਸਰਕਾਰ ਇਹ ਚੀਜ਼ ਕਰ ਸਕਦੀ ਹੈ ਕਿ ਇਹੋ ਜਿਹੇ ਲਾਅਜ਼ ਬਣਾ ਸਕਦੀ ਹੈ ਕਿ ਜੇ ਕਿਸੇ ਨੇ ਹੈਲਮਟ ਨਹੀਂ ਪਾਇਆ ਤਾਂ ਉਹਨੂੰ ਗੋਲੀ ਮਾਰਨ ਦਾ ਹੱਕ ਹੈਗਾ, ਠੀਕ ਹੈ ਨਾ। ਗੋਪਾਲਨ ਕੇਸ ਇਹ 'ਚ ਕਹਿੰਦਾ, ਬਟ ਕੀ ਇਹ ਚੀਜ਼ ਵਧੀਆ ਹੈਗੀ? ਨਹੀਂ, ਇਹ ਚੀਜ਼ ਵਧੀਆ ਨਹੀਂ ਹੈਗੀ, ਠੀਕ ਹੈ ਨਾ। ਹਾਲਾਂਕਿ ਬਿਲਕੁਲ ਪ੍ਰੋਸੈਸ ਨਾਲ ਹੋ ਰਹੀ ਹੈ ਚੀਜ਼, ਕਾਨੂੰਨ ਬਣਾਇਆ ਪਾਰਲੀਮੈਂਟ ਨੇ ਜਾਂ ਸਟੇਟ ਅਸੈਂਬਲੀ ਨੇ, ਠੀਕ ਹੈ ਨਾ, ਪਾਸ ਹੋਇਆ, ਫਿਰ ਇੰਪਲੀਮੈਂਟੇਸ਼ਨ ਹੋ ਰਿਹਾ ਸਾਰਾ ਪ੍ਰੋਸੈਸ ਨਾਲ ਹੈ, ਪ੍ਰੋਸੀਜਰ ਨਾਲ ਹੈ। ਬਟ ਕੀ ਇਹ ਚੀਜ਼ ਹੋ ਸਕਦੀ ਹੈ ਡੈਮੋਕ੍ਰੇਸੀ ਦੇ ਵਿੱਚ? ਇਹ ਚੀਜ਼ ਪੋਸੀਬਲ ਨਹੀਂ ਹੈਗੀ। ਤਾਂ ਜਿਹੜਾ ਗੋਪਾਲਨ ਕੇਸ ਸੀ ਉਹ ਬੜਾ ਨੈਰੋ ਇੰਟਰਪ੍ਰੀਟੇਸ਼ਨ ਦੇ ਰਿਹਾ ਸੀਗਾ, ਨੈਰੋ ਵਿਊ ਦੇ ਰਿਹਾ ਸੀ ਕਿ ਹਾਂ ਇੱਦਾਂ ਦੇ ਲਾਜ਼ ਵੀ ਪੋਸੀਬਲ ਹੈਗੇ ਨੇ। ਇਹ ਗੋਪਾਲਨ ਕੇਸ ਕਹਿ ਰਿਹਾ ਹੈਗਾ, ਠੀਕ ਹੈ ਨਾ, ਵੀ ਇੱਦਾਂ ਦੇ ਲਾਜ਼ ਪੋਸੀਬਲ ਹੈਗੇ ਨੇ। ਬਟ ਮੇਨਕਾ ਕੇਸ ਦੇ ਵਿੱਚ ਕੀ ਸੀਗਾ, ਇਹਨੇ ਹੋਰ ਪ੍ਰੋਗਰੈਸਿਵ ਜਿਹੜੀ ਹੈ ਲੈਜਿਸਲੇਸ਼ਨ ਦਿੱਤੀ, ਪ੍ਰੋਗਰੈਸਿਵ ਇੰਟਰਪ੍ਰੀਟੇਸ਼ਨ ਦਿੱਤੀ, ਮਤਲਬ ਵਾਈਡਰ ਦਿੱਤੀ ਕਿ ਨਹੀਂ ਇਹ ਕੋਈ ਤਰੀਕਾ ਨਹੀਂ ਹੈਗਾ, ਤੁਸੀਂ ਇੱਦਾਂ ਦੇ ਆਰਬਿਟਰੀ ਲਾਜ਼ ਨਹੀਂ ਬਣਾ ਸਕਦੇ, ਠੀਕ ਹੈ ਨਾ। ਇੱਦਾਂ ਦੀ ਕੋਈ ਆਪਣੀ ਮਰਜ਼ੀ ਨਹੀਂ ਚਲਾ ਸਕਦੇ ਵੀ ਤੁਸੀਂ ਕੁਛ ਵੀ ਲਾਅ ਬਣਾ ਦਿਓ, ਠੀਕ ਹੈ ਨਾ। ਤਾਂ ਇਹ ਵਾਈਡਰ ਇੰਟਰਪ੍ਰੀਟੇਸ਼ਨ ਹੈਗੀ ਸਿੰਪਲੀ। 2 ਚੀਜ਼ਾਂ ਦੇਖੋ, ਆਪਾਂ ਰਾਈਟ ਟੂ ਲਾਈਫ ਪੜ੍ਹ ਰਹੇ ਹਾਂ ਕਿ ਜੀਣ ਦੀ ਆਜ਼ਾਦੀ ਪੜ੍ਹ ਰਹੇ ਹਾਂ ਆਪਾਂ, ਠੀਕ ਹੈ ਨਾ। ਹੁਣ ਜੀਣ ਦੀ ਆਜ਼ਾਦੀ ਖੋਈ ਜਾ ਸਕਦੀ ਸੀਗੀ,
ਖੋਈ ਜਾ ਸਕਦੀ ਕਿਵੇਂ? ਆਪਾਂ ਪੜ੍ਹ ਰਹੇ ਹਾਂ ਇੱਥੇ ਕਿ ਕਿਸੇ ਲਾਅ ਦੇ ਨਾਲ, ਕਿ ਕੋਈ ਲਾਅ ਬਣਾ ਲਓ, ਤੁਸੀਂ ਜੀਣ ਦੀ ਆਜ਼ਾਦੀ ਖੋਲੋ, ਕੋਈ ਦਿੱਕਤ ਨਹੀਂ, ਮਾਰ ਦਿਓ ਕਿਸੇ ਨੂੰ, ਕਰ ਸਕਦੇ ਹੋ ਤੁਸੀਂ। ਬਟ ਇਹ ਚੀਜ਼ ਵਧੀਆ ਨਹੀਂ ਹੈਗੀ। ਇਹ ਚੀਜ਼ ਆਪਾਂ ਨੂੰ ਮੇਨਕਾ ਕੇਸ ਦੇ ਵਿੱਚ ਆਈ ਹੈਗੀ 1978 ਦੇ ਵਿੱਚ। ਇਹ ਚੀਜ਼ ਸਮਝਣ ਵਾਲੀ ਥੋੜ੍ਹੀ ਜਿਹੀ। ਦੇਖੋ ਇਹ ਚੈਪਟਰ ਤੁਹਾਨੂੰ ਬਾਰ-ਬਾਰ ਕਹਿ ਰਿਹਾ, ਥੋੜ੍ਹਾ ਜਿਹਾ ਟਿਪੀਕਲ ਹੈਗਾ ਅਤੇ ਸਮਝਣਾ ਬਹੁਤ ਜ਼ਰੂਰੀ ਹੈ। ਤੁਸੀਂ ਬਾਰ-ਬਾਰ ਤੁਸੀਂ ਇੱਕ ਵਾਰੀ ਰਿਪੀਟ ਕਰਕੇ ਦੁਬਾਰਾ ਫਿਰ ਦੇਖ ਲਓ ਇਸ ਚੀਜ਼ ਨੂੰ, ਠੀਕ ਹੈ ਨਾ। ਰਾਈਟ ਟੂ ਇੰਟਰਨੈਟ ਇਜ਼ ਆਲਸੋ ਪਾਰਟ ਆਫ ਆਰਟੀਕਲ 21। ਬਿਲਕੁਲ 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 ਨਹੀਂ, ਐਕਚੁਅਲੀ ਰਾਈਟ ਟੂ ਇੰਟਰਨੈਟ ਆਪਾਂ ਆਰਟੀਕਲ 19 ਦੇ ਵਿੱਚ ਵੀ ਕਹਿ ਸਕਦੇ ਹਾਂ ਆਪਾਂ, ਠੀਕ ਹੈ। ਆਰਟੀਕਲ 19 ਦੇ ਵਿੱਚ ਵੀ, ਕਿਉਂਕਿ ਰਾਈਟ ਟੂ ਫਰੀਡਮ ਆਫ ਸਪੀਚ ਆ ਜਾਂਦਾ ਹੈਗਾ ਅਤੇ ਰਾਈਟ ਟੂ ਫਰੀਡਮ ਆਫ ਪ੍ਰੋਫੈਸ਼ਨ ਆ ਜਾਂਦਾ ਹੈ, ਤਾਂ ਆਰਟੀਕਲ 19 ਦੇ ਵਿੱਚ ਐਜ਼ ਸੱਚ ਰਾਈਟ ਟੂ ਇੰਟਰਨੈਟ ਦੀ ਕੋਈ ਰਾਈਟ ਨਹੀਂ ਹੈਗਾ। ਰਾਈਟ ਟੂ ਫਰੀਡਮ ਆਫ ਸਪੀਚ ਥਰੂ ਇੰਟਰਨੈਟ ਉਹ ਫੰਡਾਮੈਂਟਲ ਰਾਈਟ ਹੈ। ਸਮਝ ਰਹੇ ਹੋ? ਦੋ ਚੀਜ਼ਾਂ ਨੇਗੀਆਂ। ਇੱਕ ਤਾਂ ਦੇਖੋ ਰਾਈਟ ਟੂ ਇੰਟਰਨੈਟ ਹੈਗੀ, ਰਾਈਟ ਟੂ ਇੰਟਰਨੈਟ ਕੋਈ ਵੀ ਫੰਡਾਮੈਂਟਲ ਰਾਈਟ ਨਹੀਂ ਹੈਗਾ, ਟੂ ਬੀ ਵੈਰੀ ਟਰੂ, ਠੀਕ ਹੈ ਨਾ। ਬਿਲਕੁਲ ਪ੍ਰੀਸਾਈਜ਼ ਮੈਂ ਕਹਿ ਰਿਹਾ, ਰਾਈਟ ਟੂ ਇੰਟਰਨੈਟ ਕੋਈ ਫਰੀਡਮ ਨਹੀਂ ਹੈਗੀ ਆਪਣੇ ਕੋਲ, ਫੰਡਾਮੈਂਟਲ ਰਾਈਟ ਨਹੀਂ ਹੈਗੀ। ਬਟ ਰਾਈਟ ਟੂ ਸਪੀਚ ਥਰੂ ਦਾ ਇੰਟਰਨੈਟ, ਸੋਸ਼ਲ ਮੀਡੀਆ ਜਾਂ ਜਿਵੇਂ ਵੀ ਮੈਂ ਆਪਣੀ ਕੋਈ ਗੱਲ ਰੱਖਣਾ ਚਾਹਵਾਂ, ਤਾਂ ਜਿਹੜੀ ਉਹ ਮੇਰੀ ਫਰੀਡਮ ਆ ਉਹ ਬਿਲਕੁਲ ਆਰਟੀਕਲ 19 ਦੇ ਵਿੱਚ ਆਊਗੀ। ਰਾਈਟ ਟੂ ਇੰਟਰਨੈਟ ਐਜ਼ ਸੱਚ ਕੋਈ ਰਾਈਟ ਨਹੀਂ ਹੈਗੀ, ਠੀਕ ਹੈ। ਆਪਣੇ ਪਹਿਲੀ ਵਾਰ ਇੱਕ ਲੇਡੀ ਨੂੰ ਫਾਂਸੀ ਹੋਈ ਸੀ ਆਪਣੀ ਪਹਿਲੀ ਵਾਰ। ਸਰ ਹੀਬੀਅਸ ਕਾਰਪਸ ਐਪਲੀਕੇਬਲ ਟੂ ਆਰਟੀਕਲ 21 ਨੋਟ ਆਰਟੀਕਲ 19। ਰਾਜੇ ਹੀਬੀਅਸ ਕਾਰਪਸ ਚੀਜ਼ ਅਲੱਗ ਹੈਗੀ, ਆਪਾਂ ਗੱਲ ਕਰਦੇ ਹਾਂ ਉਹਦੇ ਬਾਰੇ। ਹੀਬੀਅਸ ਕਾਰਪਸ ਦਾ ਦੇਖੋ ਮਤਲਬ ਇਹੀ ਹੈ ਕਿ ਕੋਈ ਕਿਸੇ ਨੂੰ ਇਲੀਗਲੀ ਡਿਟੇਨ ਨਹੀਂ ਕੀਤਾ ਜਾ ਸਕਦਾ। ਤੁਸੀਂ ਦ੍ਰਿਸ਼ਯਮ ਮੂਵੀ ਦੇਖੀ ਹੋਣੀ ਹੈ, ਹੈ ਨਾ, ਅਜੇ ਦੇਵਗਨ ਦੀ ਦ੍ਰਿਸ਼ਯਮ ਮੂਵੀ, ਉਹਦੇ ਵਿੱਚ ਹੀਬੀਅਸ ਕਾਰਪਸ ਬਾਰੇ ਬਹੁਤ ਗੱਲਾਂ ਕੀਤੀਆਂ ਗਈਆਂ ਨੇਗੀਆਂ ਕਿ ਤੁਸੀਂ ਕਿਸੇ ਨੂੰ ਇਲੀਗਲੀ ਡਿਟੇਨ ਨਹੀਂ ਕਰ ਸਕਦੇ, ਠੀਕ ਹੈ ਨਾ। ਉਹਦੇ ਅਗੇਂਸਟ ਆਪਾਂ ਆਰਟੀਕਲ 32 ਦੇ ਵਿੱਚ ਜਾਵਾਂਗੇ, ਠੀਕ ਹੈ। ਰਾਈਟ ਇੰਕਲੂਡਸ ਰਾਈਟ ਟੂ ਲਾਈਫ ਵਿਦ ਡਿਗਨਿਟੀ। ਹੁਣ ਦੇਖੋ ਆਰਟੀਕਲ 21 ਹੈ ਜਿਹੜਾ ਸੰਵਿਧਾਨ ਦੇ ਵਿੱਚ ਲਿਖੀ ਹੋਈ ਹੈ, ਉਹ ਤਾਂ ਬਿਲਕੁਲ ਫੈਕਚੁਅਲ ਚੀਜ਼ਾਂ ਲਿਖੀਆਂ ਹੋਈਆਂ ਨੇਗੀਆਂ ਕਿ ਰਾਈਟ ਟੂ ਫਰੀਡਮ ਆਫ ਲਾਈਫ ਹੋਣੀ ਚਾਹੀਦੀ ਹੈ, ਲਿਬਰਟੀ। ਬਟ ਉਸ ਤੋਂ ਬਾਅਦ ਦੇਖੋ ਫਰੀਡਮ ਆਫ ਲਾਈਫ ਹੋਣੀ ਚਾਹੀਦੀ, ਜਿਹੜੀ ਜੀਣ ਦੀ ਆਜ਼ਾਦੀ। ਜੀਣ ਲਈ ਤਾਂ ਬਹੁਤ ਕੁਛ ਰਿਕੁਆਇਰਡ ਹੈ ਯਾਰ। ਅੱਛੀ ਹਵਾ ਵੀ ਹੋਣੀ ਚਾਹੀਦੀ ਹੈ, ਅੱਛਾ ਵਾਤਾਵਰਣ ਹੋਣਾ ਚਾਹੀਦਾ, ਅੱਛਾ ਪਾਣੀ ਹੋਣਾ ਚਾਹੀਦਾ ਹੈ, ਮੇਰੇ ਕੋਲ ਸਾਰੀਆਂ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ। ਜੀਣ ਲਈ ਤਾਂ ਸਾਰਾ ਕੁਛ ਰਿਕੁਆਇਰਡ ਹੈਗਾ। ਇਸੇ ਕਰਕੇ ਸੁਪਰੀਮ ਕੋਰਟ ਦੀਆਂ ਜਿਹੜੀਆਂ ਪ੍ਰੋਗਰੈਸਿਵ ਡਿਸੀਜਨਸ ਆਏ ਨੇਗੇ ਵਿਦ ਟਾਈਮ ਦੇ ਨਾਲ ਸੁਪਰੀਮ ਕੋਰਟ ਨੇ ਬਹੁਤ ਕੁਛ ਐਡ ਕਰ ਦਿੱਤਾ ਆਰਟੀਕਲ 21 ਦੇ ਵਿੱਚ ਜੁਡੀਸ਼ੀਅਲ ਆਪਣਾ ਇੰਟਰਪ੍ਰੀਟੇਸ਼ਨ ਦੇ ਨਾਲ। ਇੱਕ ਤਾਂ ਹੈਗਾ ਕਿ ਸਿਰਫ ਰਾਈਟ ਟੂ ਲਾਈਫ ਇੰਪੋਰਟੈਂਟ ਨਹੀਂ ਹੈਗੀ, ਰਾਈਟ ਟੂ ਲਾਈਫ ਵਿਦ ਡਿਗਨਿਟੀ ਇੰਪੋਰਟੈਂਟ ਹੈਗੀ, ਕਿ ਮੈਨੂੰ ਡਿਗਨਿਟੀ ਦੇ ਨਾਲ ਜੀਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਉਹ ਮੇਰੀ ਫੰਡਾਮੈਂਟਲ ਰਾਈਟ ਹੈ। ਸਿਰਫ ਮੈਂ ਜੀ ਕੇ ਕੀ ਕਰੂੰਗਾ? ਮੈਨੂੰ ਇੱਕ ਅੱਛਾ ਲਿਵਿੰਗ ਸਟੈਂਡਰਡ ਚਾਹੀਦਾ ਹੈਗਾ ਜੀਣ ਵਾਸਤੇ, ਠੀਕ ਹੈ ਨਾ। ਰਾਈਟ ਟੂ ਪ੍ਰੀਵੇਸੀ ਵੀ ਦੇਖੋ, ਇੱਕ ਕੇਸ ਆਇਆ ਸੀ ਆਪਣੇ ਕੋਲੇ 2017-18 ਦੇ ਵਿੱਚ, ਪੁੱਤਾ ਸਵਾਮੀ ਕੇਸ, ਤੁਸੀਂ ਲਿਖ ਸਕਦੇ ਹੋ, ਇੰਪੋਰਟੈਂਟ ਹੈ ਕਾਫੀ। ਪੁੱਤਾ ਸਵਾਮੀ ਕੇਸ ਸੀਗਾ ਇਹ, ਰਾਈਟ ਟੂ ਪ੍ਰੀਵੇਸੀ। ਇਹਦੇ ਨਾਲ ਕੀ ਹੋਇਆ, ਜਿਹੜਾ ਰਾਈਟ ਟੂ ਪ੍ਰੀਵੇਸੀ ਹੈ ਉਹ ਵੀ ਆਰਟੀਕਲ 21 ਦੇ ਵਿੱਚ ਐਡ ਹੋ ਗਿਆ, ਠੀਕ ਹੈ ਨਾ। ਅਗੇਨ ਰਾਈਟ ਟੂ ਸ਼ੈਲਟਰ, ਰਾਈਟ ਟੂ ਹੈਲਥ, ਰਾਈਟ ਟੂ ਫਰੀ ਐਜੂਕੇਸ਼ਨ, ਰਾਈਟ ਟੂ ਲੀਗਲ ਏਡ, ਇਹ ਸਾਰਾ ਕੁਛ ਜਿਹੜਾ ਆਰਟੀਕਲ 21 ਦੇ ਵਿੱਚ ਆ ਜਾਂਦਾ। ਦੇਖੋ ਬਹੁਤ ਪ੍ਰੋਗਰੈਸਿਵ ਚੀਜ਼ਾਂ ਨੇਗੀਆਂ, ਬਹੁਤ ਇੰਪੋਰਟੈਂਟ ਚੀਜ਼ਾਂ ਨੇਗੀਆਂ। ਸਪੀਡੀ ਟਰਾਇਲ ਮਤਲਬ ਕੀ ਹੈ, ਹਾਲਾਂਕਿ ਇੰਨੇ ਜੁਡੀਸ਼ੀਅਲ ਡਿਲੇਜ਼ ਹੁੰਦੇ ਨੇ ਆਪਣੇ ਤਾਰੀਖ ਪੇ ਤਾਰੀਖ। ਆਪਾਂ ਸਨੀ ਦਿਓਲ ਸਾਹਿਬ ਆਪਾਂ ਨੂੰ ਦੱਸ ਰਹੇ ਨੇ, ਸਾਡੇ ਇੱਕ ਫਿਲੋਸਫਰ ਨੇ ਬਾਲੀਵੁੱਡ ਦੇ, ਸਨੀ ਦਿਓਲ ਸਾਹਿਬ, ਤਾਂ ਉਹ ਵੀ ਕਹਿੰਦੇ ਨੇ ਤਾਰੀਖ ਪੇ ਤਾਰੀਖ ਕਹਿੰਦੇ ਹੁੰਦੇ ਨੇ। ਤਾਂ ਬਟ ਜਿਹੜਾ ਆਪਣੇ ਫੰਡਾਮੈਂਟਲ ਰਾਈਟ ਹੈ ਸਪੀਡੀ ਟਰਾਇਲ ਦਾ, ਕਿ ਸਾਨੂੰ ਤਾਰੀਖ ਪੇ ਤਾਰੀਖ ਨਹੀਂ ਚਾਹੀਦੀ ਹੈਗੀ, ਇਹ ਵੀ ਸਾਡਾ ਫੰਡਾਮੈਂਟਲ ਰਾਈਟ ਹੈ। ਹੁੰਦਾ ਡਿਫਰੈਂਟ ਚੀਜ਼ ਆ, ਹੁੰਦਾ ਓਬਵੀਅਸਲੀ ਅਲੱਗ ਹੈ, ਤਰੀਕਾਂ ਮਿਲਦੀਆਂ ਨੇਗੀਆਂ, ਬਟ ਇਹ ਸਾਡਾ ਫੰਡਾਮੈਂਟਲ ਰਾਈਟ ਹੈ ਕਿ ਸਾਨੂੰ ਸਪੀਡੀ ਟਰਾਇਲ ਮਿਲਣਾ ਚਾਹੀਦਾ, ਠੀਕ ਹੈ ਨਾ। ਟਾਈਮਲੀ ਮੈਡੀਕਲ ਰੈਪੂਟੇਸ਼ਨ, ਇਹ ਸਾਰਾ ਕੁਛ ਆਰਟੀਕਲ 21 ਦੇ ਵਿੱਚ ਆ ਜਾਂਦਾ। ਗੁੱਡ ਮਾਰਨਿੰਗ। ਬੌਂਡਡ ਲੇਬਰ ਅੱਗੇ ਆਏਗਾ ਜੀ, ਅੱਗੇ ਆਏਗਾ ਬੌਂਡਡ ਲੇਬਰ। ਰਾਈਟ ਕੀ ਇਜ਼ ਨੋਟ ਈਵਨ ਵਾਇਲੇਟ, ਬਿਲਕੁਲ। ਐਮਰਜੈਂਸੀ ਦੇ ਵਿੱਚ ਦੋ ਆਰਟੀਕਲਸ ਨੇ, ਆਰਟੀਕਲ 20 ਅਤੇ ਆਰਟੀਕਲ 21। ਇਹ ਦੋਨੋਂ ਜਿਹੜੇ ਆਰਟੀਕਲਸ ਨੇ ਇਹ ਐਮਰਜੈਂਸੀ ਦੇ ਵਿੱਚ ਵੀ ਹਟਾਏ ਨਹੀਂ ਜਾ ਸਕਦੇ। ਇਸ ਤੋਂ ਆਪਾਂ ਨੂੰ ਪਤਾ ਲੱਗਦਾ ਕਿੰਨੇ ਇੰਪੋਰਟੈਂਟ ਨੇ ਆਰਟੀਕਲ 20 ਅਤੇ ਆਰਟੀਕਲ 21। ਆਰਟੀਕਲ 21 ਤਾਂ ਦੇਖੋ ਪ੍ਰੋਟੈਕਸ਼ਨ ਆਫ ਲਾਈਫ ਹੈਗਾ, ਲਾਈਫ ਜੀਣ ਦੀ ਆਜ਼ਾਦੀ ਤਾਂ ਦੇਖੋ ਚਾਹੀਦੀ ਹਰੇਕ ਨੂੰ ਚਾਹੀਦੀ ਹੈ, ਠੀਕ ਹੈ। ਇਟ ਇਜ਼ ਜਸਟ ਡਿਫਾਈਨਡ ਬਾਈ SC, ਨੋ ਮੈਂਸ਼ਨ ਨਹੀਂ। ਬਿਲਕੁਲ ਕੌਨਸਟੀਟਿਊਸ਼ਨ ਦੇ ਵਿੱਚ ਨਹੀਂ ਮੈਂਸ਼ਨਡ ਹੈਗੀ ਇਹ ਚੀਜ਼ਾਂ, ਇਹ ਸਿਰਫ ਸੁਪਰੀਮ ਕੋਰਟ ਨੇ ਹੀ ਐਡ ਕੀਤੀਆਂ ਨੇਗੀਆਂ। ਆਰਟੀਕਲ 21A ਦੇਖੋ, 21A ਦਾ ਮਤਲਬ ਕੀ ਹੈ? ਅਗੇਨ ਕਿ ਇਹ ਬਾਅਦ ਦੇ ਵਿੱਚ ਐਡ ਹੋਈ ਹੈ ਚੀਜ਼, ਪਹਿਲਾਂ ਓਰੀਜਨਲ ਕੌਨਸਟੀਟਿਊਸ਼ਨ ਦੇ ਵਿੱਚ ਨਹੀਂ ਹੈਗੀ ਸੀ, ਠੀਕ ਹੈ। ਆਰਟੀਕਲ 21A ਪਲੀਜ਼ ਕਮੈਂਟ ਕਰੋ ਕਿਹੜੇ ਅੱਛਾ ਲਿਖਿਆ ਹੋਇਆ। ਨਹੀਂ, ਹਾਂਜੀ 2002 ਦੇ ਵਿੱਚ 86th ਅਮੈਂਡਮੈਂਟ ਹੋਈ ਸੀ, ਠੀਕ ਹੈ। ਇਸ ਟਾਈਮ ਸਰਕਾਰ ਕਿਹੜੀ ਸੀਗੀ? ਵਾਜਪਾਈ ਸਾਹਿਬ ਦੀ ਸਰਕਾਰ ਸੀਗੀ, ਠੀਕ ਹੈ। ਵਾਜਪਾਈ ਸਰਕਾਰ ਨੇ ਆਰਟੀਕਲ 21A ਐਡ ਕੀਤਾ ਫੰਡਾਮੈਂਟਲ ਰਾਈਟ ਦਾ, ਕਿ ਜਿਹੜੇ 6 ਤੋਂ 14 ਸਾਲ ਦੇ ਬੱਚੇ ਨੇ, 6 to 14 ਈਅਰਸ ਦੇ ਬੱਚੇ ਨੇ, ਉਹਨਾਂ ਨੂੰ ਫ੍ਰੀ ਅਤੇ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾ ਸਕੇ, ਠੀਕ ਹੈ ਨਾ। ਅੱਛਾ ਇਹ ਇੰਪਲੀਮੈਂਟ ਕਦੋਂ ਹੋਈ ਫਿਰ ਇਹ ਤੋਂ ਬਾਅਦ 'ਚ?
ਆਪਾਂ ਨੇ ਗੱਲ ਕੀਤੀ ਸੀ ਕਿ ਕੁਝ ਆਰਟੀਕਲਸ ਇੱਦਾਂ ਦੇ ਨੇਗੇ, ਕੁਝ ਜਿਹੜੇ ਫੰਡਾਮੈਂਟਲ ਰਾਈਟਸ ਇੱਦਾਂ ਦੇ ਨੇਗੇ ਜਿਹੜੇ ਕਿ ਸੈਲਫ ਇਨਫੋਰਸ਼ੇਬਲ ਨੇਗੇ, ਕਿ ਤੁਸੀਂ ਫੰਡਾਮੈਂਟਲ ਰਾਈਟ ਬਣਾਤੀ ਤਾਂ ਉਹ ਆਪਣੇ ਆਪ ਇਨਫੋਰਸ਼ੇਬਲ ਨੇ। ਆਰਟੀਕਲ 19 ਦੀ ਗੱਲ ਕਰੀਏ ਆਪਾਂ, ਬਟ ਕੁਝ ਜਿਹੜੇ ਆਰਟੀਕਲਸ ਨੇ ਜਿਵੇਂ ਆਰਟੀਕਲ 17 ਦੀ ਗੱਲ ਕੀਤੀ ਸੀ ਆਪਾਂ ਨੇ, ਇਹਨਾਂ ਵਾਸਤੇ ਸੈਪਰੇਟ ਤੋਂ ਲਾਅ ਬਣਾਉਣਾ ਪੈਂਦਾ ਸੀਗਾ। ਜਿਵੇਂ ਆਪਾਂ ਨੇ ਪ੍ਰੋਟੈਕਸ਼ਨ ਆਫ ਸਿਵਲ ਰਾਈਟ ਐਕਟ 1955 ਦੀ ਗੱਲ ਕੀਤੀ ਸੀਗੀ ਕਿ ਆਰਟੀਕਲ 17 ਹੈਗਾ, ਠੀਕ ਹੈ, ਅਨਟਚੇਬਿਲਿਟੀ, ਬਟ ਉਸ ਤੋਂ ਬਾਅਦ ਆਪਾਂ ਨੇ ਲਾਅ ਵੀ ਬਣਾਇਆ 1955 ਦੇ ਵਿੱਚ। ਉਸੇ ਤਰ੍ਹਾਂ ਇਹ ਆਪਾਂ ਨੇ ਫੰਡਾਮੈਂਟਲ ਰਾਈਟ ਤਾਂ ਬਣਾਤੀ ਆਰਟੀਕਲ 21 ਦੇ ਏ ਦੇ ਵਿੱਚ ਪਾ ਕੇ, ਜਿਹੜੀ ਰਾਈਟ ਟੂ ਐਜੂਕੇਸ਼ਨ ਹੈ ਆਪਾਂ ਨੇ ਫੰਡਾਮੈਂਟਲ ਰਾਈਟ ਤਾਂ ਬਣਾਤੀ, ਬਟ ਐਕਚੁਅਲ 'ਚ ਇੰਪਲੀਮੈਂਟ ਕਦੋਂ ਹੋਈ ਇਹ 2009 ਦੇ ਵਿੱਚ ਹੋਈ ਰਾਈਟ ਟੂ ਐਜੂਕੇਸ਼ਨ ਐਕਟ ਦੇ ਨਾਲ। ਇਹ ਸੈਪਰੇਟ ਤੋਂ ਆਪਾਂ ਨੂੰ ਲਾਅ ਬਣਾਉਣਾ ਪਿਆ, ਠੀਕ ਹੈ ਨਾ, ਇਹਦੇ ਨਾਲ ਇੰਪਲੀਮੈਂਟ ਹੋਈ ਇਹ ਚੀਜ਼। ਚਲੋ, ਗੁੱਡ ਮਾਰਨਿੰਗ ਪ੍ਰਧਾਨ ਸਾਹਿਬ। ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ ਆਰਟੀਕਲ 22, ਦੇਖੋ ਇਹ ਵੀ ਇੰਪੋਰਟੈਂਟ ਆਰਟੀਕਲ ਹੈ ਕਾਫੀ। ਇਹਦੇ ਵਿੱਚ ਦੋ ਪਾਰਟਸ ਹੁੰਦੇ ਨੇਗੇ, ਠੀਕ ਹੈ। ਇੱਕ ਤਾਂ ਦੋ ਪਾਰਟਸ ਨੇ ਡਿਟੈਂਸ਼ਨ ਦੇ। ਦੇਖੋ ਡਿਟੈਂਸ਼ਨ ਦੋ ਤਰ੍ਹਾਂ, ਡਿਟੈਂਸ਼ਨ ਹੁੰਦਾ ਕੀ ਹੈ, ਅਰੈਸਟ ਸਿੰਪਲੀ। ਡਿਟੈਂਸ਼ਨ ਦਾ ਮਤਲਬ ਸਿੰਪਲੀ ਅਰੈਸਟ ਹੈਗਾ, ਠੀਕ ਹੈ। ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਤਾਂ ਹੁੰਦੀ ਹੈ ਪ੍ਰੀਵੈਂਟਿਵ, ਇੱਕ ਹੁੰਦੀ ਹੈ ਪੂਨੀਟਿਵ। ਅੱਗੇ ਪੜ੍ਹਦੇ ਹਾਂ ਆਪਾਂ, ਚਲੋ। ਇੱਕ ਤਾਂ ਦੇਖੋ ਆਪਾਂ ਗੱਲ ਕਰੀਏ ਵੀ ਪ੍ਰੀਵੈਂਟਿਵ ਦੀ ਗੱਲ ਕਰੀਏ, ਆਰਟੀਕਲ ਪ੍ਰੋਟੈਕਸ਼ਨ ਪ੍ਰੀਵੈਂਟਿਵ ਟ੍ਰੇਨਿੰਗ। ਹੁਣ ਪੂਨੀਟਿਵ ਦਾ ਕੀ, ਦੇਖੋ ਪੂਨੀਟਿਵ ਦਾ ਕੀ ਮਤਲਬ ਹੋਇਆ, ਪੂਨੀਟਿਵ PUNITIVE, ਪੂਨੀਟਿਵ ਮਤਲਬ ਪੁਨਿਸ਼ਮੈਂਟ ਤੋਂ ਬਣਿਆ ਪੂਨੀਟਿਵ, ਠੀਕ ਹੈ ਨਾ। ਵੀ ਜਦੋਂ ਕਿਸੇ ਬੰਦੇ ਨੇ ਕੋਈ ਕ੍ਰਾਈਮ ਕਰਤਾ, ਉਸ ਤੋਂ ਬਾਅਦ 'ਚ ਜਿਹੜੀ ਡਿਟੈਂਸ਼ਨ ਹੋਊਗੀ, ਉਸ ਤੋਂ ਬਾਅਦ 'ਚ ਜਿਹੜਾ ਅਰੈਸਟ ਹੋਊਗਾ, ਤਾਂ ਉਦੋਂ ਕੀ ਉਹਦੇ ਕੋਲ ਮੁਜਰਿਮ ਕੋਲ ਕੀ ਸਹੂਲਤਾਂ ਨੇਗੀਆਂ, ਠੀਕ ਹੈ ਨਾ, ਜੁਰਮ ਕਰਨ ਤੋਂ ਬਾਅਦ, ਠੀਕ ਹੈ। ਇੱਕ ਤਾਂ ਹੈ ਕਿ ਉਹਨੂੰ ਉਹਦਾ ਗਰਾਊਂਡ ਆਫ ਡਿਟੈਂਸ਼ਨ ਦੱਸਿਆ ਜਾਵੇ, ਠੀਕ ਹੈ ਨਾ। ਦੋ ਤਰ੍ਹਾਂ ਦੀ ਡਿਟੈਂਸ਼ਨ ਹੁੰਦੀ ਹੈ, ਆਪਾਂ ਪਹਿਲੀ ਗੱਲ ਕਰ ਰਹੇ ਹਾਂ ਆਪਾਂ। ਜਿਹੜਾ ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ ਹੈ ਆਰਟੀਕਲ 22, ਇਹ ਦੋ ਤਰ੍ਹਾਂ ਦੀ ਡਿਟੈਂਸ਼ਨ ਦੀ ਗੱਲ ਕਰਦਾ ਹੈ, ਦੋ ਤਰ੍ਹਾਂ ਦੇ ਅਰੈਸਟ ਦੀ ਗੱਲ ਕਰਦਾ ਹੈ। ਆਪਾਂ ਪਹਿਲੇ ਅਰੈਸਟ ਦੀ ਗੱਲ ਕਰ ਰਹੇ ਹਾਂ। ਪਹਿਲਾ ਅਰੈਸਟ ਕਿਹੜਾ ਹੈ ਕਿ ਜਦੋਂ ਜੁਰਮ ਕਰ ਲਿਆ ਉਸ ਤੋਂ ਬਾਅਦ, ਠੀਕ ਹੈ। ਤਾਂ ਉਦੋਂ ਕੀ ਪ੍ਰੋਟੈਕਸ਼ਨਸ ਨੇਗੀਆਂ ਮੁਜਰਿਮ ਕੋਲੇ। ਇੱਕ ਤਾਂ ਮੁਜਰਿਮ ਨੂੰ ਦੱਸਣਾ ਪਊਗਾ ਕਿ ਉਹਦਾ ਗਰਾਊਂਡ ਕੀ ਹੈ, ਉਹਨੂੰ ਅਰੈਸਟ ਕਿਉਂ ਕੀਤਾ, ਕਿਸ ਗਰਾਊਂਡ 'ਤੇ ਅਰੈਸਟ ਕੀਤਾ, ਠੀਕ ਹੈ। ਇੱਕ ਦੂਸਰਾ ਹੈਗਾ ਕਿ ਉਹਨੂੰ ਲੀਗਲ ਪ੍ਰੈਕਟੀਸ਼ਨਰ, ਦੇਖੋ ਆਪਾਂ ਮੂਵੀਜ਼ ਦੇ ਵਿੱਚ ਵੀ ਇਹ ਚੀਜ਼ ਦੇਖਦੇ ਹਾਂ ਕਿ ਉਹ ਹਰ ਇੱਕ ਨੂੰ ਜਿਹੜਾ ਜਦੋਂ ਵੀ ਕੋਈ ਪੁਲਿਸ ਫੜ ਕੇ ਲੈ ਕੇ ਜਾਂਦੀ ਹੈ ਤਾਂ ਉਹਨੂੰ ਉਹਦਾ ਲੋਇਰ ਨੂੰ ਆਪਾਂ ਨੂੰ ਦਿਵਾਉਣਾ ਪੈਂਦਾ, ਪੁਲਿਸ ਨੂੰ ਅਰੇਂਜ ਕਰਨਾ ਪੈਂਦਾ ਕਿ ਉਹਦੇ ਲੋਇਰ ਨਾਲ ਮਿਲਾਇਆ ਜਾਵੇ, ਲੀਗਲ ਪ੍ਰੈਕਟੀਸ਼ਨਰ ਨੂੰ ਮਿਲਾਇਆ ਜਾਣਾ ਚਾਹੀਦਾ ਹੈ, ਠੀਕ ਹੈ। ਤੀਸਰਾ ਇਹ ਹੈ ਕਿ 24 ਘੰਟਿਆਂ ਦੇ ਵਿੱਚ ਮੈਜਿਸਟਰੇਟ ਦੇ ਅੱਗੇ ਉਹਨੂੰ ਪੇਸ਼ ਕਰਨਾ ਪੈਣਾ ਹੈਗਾ, ਠੀਕ ਹੈ। ਇਹ ਕੁਝ 3 ਪ੍ਰੋਵੀਜ਼ਨਸ ਨੇਗੀਆਂ ਜਿਹੜੀਆਂ ਕਿ ਕ੍ਰਾਈਮ ਕਰਨ ਤੋਂ ਬਾਅਦ ਮੁਜਰਿਮ ਕੋਲੇ ਅਵੇਲੇਬਲ ਨੇਗੀਆਂ, ਠੀਕ ਹੈ। ਚਲੋ ਬਸ, ਠੀਕ ਹੈ, ਤਾਂ ਕੋਈ ਗੱਲ ਨਹੀਂ। ਦੂਜਾ ਪਾਰਟ ਹੈਗਾ ਜੀ ਪ੍ਰੀਵੈਂਟਿਵ ਡਿਟੈਂਸ਼ਨ ਦਾ। ਪ੍ਰੀਵੈਂਟਿਵ, ਦੇਖੋ ਪ੍ਰੀਵੈਂਟਿਵ ਦਾ ਮਤਲਬ ਕੀ ਹੈ ਕਿ ਰੋਕਣਾ। ਮਤਲਬ ਕੀ ਹੈਗਾ ਕਿ ਆਪਾਂ ਨੂੰ ਕਿਸੇ ਦੇ ਬੰਦੇ 'ਤੇ ਸ਼ੱਕ ਹੋਇਆ ਕਿ ਕੋਈ ਬੰਦਾ, ਪੁਲਿਸ ਨੂੰ ਕਿਸੇ ਬੰਦੇ 'ਤੇ ਸ਼ੱਕ ਹੋਇਆ ਕਿ ਕੋਈ ਬੰਦਾ ਕੋਈ ਇਲੀਗਲ ਐਕਟੀਵਿਟੀ ਕਰ ਸਕਦਾ ਹੈ, ਲਾਅ ਐਂਡ ਆਰਡਰ ਪ੍ਰੋਬਲਮ ਕਰ ਸਕਦਾ ਹੈਗਾ, ਤਾਂ ਉਸ ਲਾਅ ਐਂਡ ਆਰਡਰ ਪ੍ਰੋਬਲਮ ਨੂੰ ਰੋਕਣ ਲਈ ਉਹ ਪ੍ਰੀਵੈਂਟਿਵ ਡਿਟੈਂਸ਼ਨ, ਮਤਲਬ ਕੀ ਹੈ, ਜੁਰਮ ਕਰਨ ਤੋਂ ਪਹਿਲਾਂ ਹੀ ਬੰਦੇ ਨੂੰ ਚੱਕ ਲੈਂਦੇ ਨੇ, ਠੀਕ ਹੈ ਨਾ। ਪ੍ਰੀਵੈਂਟਿਵ ਡਿਟੈਂਸ਼ਨ ਇਹ ਇਹਦੇ ਵਿੱਚ ਆ ਜਾਂਦਾ ਹੈਗਾ, ਠੀਕ ਹੈ। ਹੁਣ ਇਹਦੇ ਵਿੱਚ ਕੀ ਚੀਜ਼ਾਂ ਆਉਂਦੀਆਂ ਨੇਗੀਆਂ, ਠੀਕ ਹੈ ਨਾ। ਇੱਕ ਤਾਂ ਇਹ ਹੋਣਾ ਚਾਹੀਦਾ ਕਿ ਇਹਦੇ ਵਿੱਚ ਕੀ ਸੇਫ ਗਾਰਡਸ ਨੇ। ਦੇਖੋ ਪੁਲਿਸ ਨੇ ਚੱਕ ਲਿਆ, ਠੀਕ ਹੈ, ਵੀ ਤੁਸੀਂ ਕੋਈ ਜੁਰਮ ਕਰਨ ਦੀ ਪਲੈਨਿੰਗ ਬਣਾ ਰਹੇ ਸੀਗੇ, ਬਟ ਪੁਲਿਸ ਨੂੰ ਸ਼ੱਕ ਹੋਇਆ, ਸ਼ੱਕ ਦੇ ਬਿਨਾਂ ਦੀ ਚੱਕ ਲੈਣਾ, ਮਤਲਬ ਸਿੰਪਲ ਜੀ ਗੱਲ ਹੈ, ਠੀਕ ਹੈ। ਤਾਂ ਉਦੋਂ ਉਸ ਬੰਦੇ ਕੋਲ ਕੀ ਪ੍ਰੋਟੈਕਸ਼ਨਸ ਨੇਗੀਆਂ। ਇੱਕ ਤਾਂ ਇਹ ਹੋਣਾ ਚਾਹੀਦਾ ਕਿ ਜਿਹੜੀ ਇਹ ਡਿਟੈਂਸ਼ਨ ਹੈ ਇਹ 3 ਮਹੀਨੇ ਤੋਂ ਜ਼ਿਆਦਾ ਨਹੀਂ ਹੋ ਸਕਦੀ, ਠੀਕ ਹੈ। ਹਾਲਾਂਕਿ ਔਨ ਗਰਾਊਂਡ ਬਹੁਤ ਕੁਛ ਡਿਫਰੈਂਟ ਹੈਗਾ, 6 ਮਹੀਨੇ ਬਲਕਿ 2 ਸਾਲ ਚੱਲਦੀ ਰਹਿੰਦੀਆਂ ਚੀਜ਼ਾਂ ਨੇ, ਠੀਕ ਹੈ। ਬਟ ਪੇਪਰ ਦੇ ਵਿੱਚ ਕੀ ਹੈ, ਮਤਲਬ ਕੌਂਸਟੀਟਿਊਸ਼ਨ ਦੇ ਵਿੱਚ ਕੀ ਹੈ ਕਿ ਸਿਰਫ 3 ਮਹੀਨੇ ਹੀ ਮੈਕਸੀਮਮ ਜਿਹੜੀ ਡਿਟੈਂਸ਼ਨ ਹੋ ਸਕਦੀ ਹੈ, ਠੀਕ ਹੈ। ਬਾਕੀ ਜ਼ਿਆਦਾ ਡਿਟੇਲ ਦੀ ਬਿਲਕੁਲ ਤੁਹਾਨੂੰ ਲੋੜ ਨਹੀਂ ਹੈਗੀ, ਠੀਕ ਹੈ ਨਾ, ਇਹ ਚੀਜ਼ਾਂ ਦੀ। ਓਪੋਰਚੁਨਿਟੀ ਟੂ ਮੇਕ ਰਿਪਰੈਜ਼ੈਂਟੇਸ਼ਨ, ਆਪਣੇ ਆਪ ਦੀ ਆਪਣੀ ਸਫਾਈ ਦੇਣ ਦੀ ਉਹਨੂੰ ਪੂਰੀ ਮੌਕਾ ਮਿਲਣਾ ਚਾਹੀਦਾ। ਬਸ ਇਹ ਸਿੰਪਲ ਜਿਹੀ ਚੀਜ਼ਾਂ ਨੇ, ਬਸ ਆਹ 3 ਮਹੀਨੇ ਤੁਸੀਂ ਯਾਦ ਰੱਖ ਸਕਦੇ ਹੋ, ਠੀਕ ਹੈ। ਵੀ 3 ਮਹੀਨੇ ਦੇ ਵਿੱਚ ਤੋਂ ਜ਼ਿਆਦਾ ਡਿਟੇਨ ਨਹੀਂ ਕਰ ਸਕਦੇ, ਇਹ ਅੱਗੇ ਦੀ ਲੋੜ ਨਹੀਂ ਹੈਗੀ ਤੁਹਾਨੂੰ, ਇੰਨਾ ਇਹ ਚੀਜ਼ ਦੀ ਲੋੜ ਨਹੀਂ ਹੈਗੀ। ਹੈਲੋ ਸਰ, ਸੌਰੀ ਮੈਂ ਲੇਟ ਹੋ ਗਿਆ ਅੱਜ, ਕੋਈ ਗੱਲ ਨਹੀਂ, ਜਸਟ ਕੋਈ ਗੱਲ ਨਹੀਂ, ਚੱਕ ਲੈਣਾ, ਯੂ ਨੋ ਐਵਰੀਥਿੰਗ। ਲਿਮਸੀ ਜੀ ਯੂ ਆਰ ਅ ਲਾਇਰ। ਨਹੀਂ ਦੇਖੋ ਪਤਾ ਕੀ ਹੈ, ਮੈਂ ਤੁਹਾਨੂੰ ਅਗੇਨ ਉਹੀ ਕਹਿ ਰਿਹਾ ਕਿ ਮਲਟੀਪਲ ਰਿਵੀਜ਼ਨਸ ਨੇਗੀਆਂ, ਠੀਕ ਹੈ, ਕੋਈ ਇਸ਼ੂ ਨਹੀਂ ਹੈਗਾ ਐਡਾ। ਇੱਕ 1.5 ਸਾਲ ਦੇ ਵਿੱਚ ਤੁਸੀਂ ਬਿਲਕੁਲ ਐਕਸਪਰਟ ਬਣ ਸਕਦੇ ਹੋ ਚੀਜ਼ਾਂ ਦੇ, ਠੀਕ ਹੈ, ਮਲਟੀਪਲ ਰਿਵੀਜ਼ਨਸ ਨਾਲ, ਕੋਈ ਇਹਦੇ ਵਿੱਚ ਰੋਕਟ ਸਾਇੰਸ ਨਹੀਂ ਹੈਗੀ। ਕੌਂਸਟੀਟਿਊਸ਼ਨ ਡਿਵਾਈਡਡ ਬਿਟਵੀਨ ਪ੍ਰੀਵੈਂਟਿਵ ਡਿਟੈਂਸ਼ਨ ਰਿਲੇਟਡ ਪਾਵਰ ਬਿਟਵੀਨ। ਹੁਣ ਦੇਖੋ ਪ੍ਰੀਵੈਂਟਿਵ ਡਿਟੈਂਸ਼ਨ ਦੀ ਜਿਹੜੀ ਲਾਜ਼ ਨੇਗੇ, ਕਾਨੂੰਨ ਬਣਾਉਣੇ ਨੇ, ਉਹਦੇ ਵਿੱਚ ਆਪਾਂ ਦੇਖੋ ਆਰਟੀਕਲ 240 ਦੀ ਗੱਲ ਕਰਦੇ ਸੀਗੇ, ਆਰਟੀਕਲ 246 ਦੇ ਵਿੱਚ 7th ਸ਼ਡਿਊਲ ਦੀ ਗੱਲ ਕਰਦੇ ਸੀਗੇ। 7th ਸ਼ਡਿਊਲ ਸੀਗਾ ਜਿਹਦੇ ਵਿੱਚ ਸਾਡੇ ਕੋਲ 3 ਲਿਸਟਾਂ ਸੀਗੀਆਂ, ਯੂਨੀਅਨ, ਸਟੇਟ ਅਤੇ ਕੌਨਕਰੈਂਟ, ਇਹ 3 ਲਿਸਟਾਂ ਸੀਗੀਆਂ। ਜਿਹੜੇ ਪ੍ਰੀਵੈਂਟਿਵ ਡਿਟੈਂਸ਼ਨ ਦੇ ਲਾਜ਼ ਨੇਗੇ, ਕਾਨੂੰਨ ਨੇਗੇ,
ਇਹ ਜ਼ਿਆਦਾਤਰ ਪਾਰਲੀਮੈਂਟ ਦੇ ਨਾਲ ਬਾਇਸਡ ਨੇਗੇ, ਠੀਕ ਹੈ ਨਾ। ਪਾਰਲੀਮੈਂਟ ਜ਼ਿਆਦਾ ਲਾਜ਼ ਬਣਾ ਸਕਦੀ ਹੈ ਪ੍ਰੀਵੈਂਟਿਵ ਡਿਟੈਂਸ਼ਨ ਦੇ। ਅਗੇਨ ਏਰੀਆਜ਼ ਕਿਹੜੇ ਨੇ, ਦੇਖੋ ਡਿਫੈਂਸ, ਫੋਰਨ ਅਫੇਅਰਸ, ਸਿਕਿਉਰਿਟੀ ਆਫ ਇੰਡੀਆ। ਮਤਲਬ ਕੀ ਹੈ, ਜਿਹੜੇ ਇਹ ਸਬਜੈਕਟਸ ਨੇਗੇ ਇਹਨਾਂ 'ਤੇ ਅਗਰ ਪ੍ਰੀਵੈਂਟਿਵ ਡਿਟੈਂਸ਼ਨ ਦਾ ਲਾਅ ਬਣਾਉਣਾ ਹੈ ਤਾਂ ਉਹ ਪਾਰਲੀਮੈਂਟ ਬਣਾਏਗੀ, ਠੀਕ ਹੈ ਨਾ। ਸਿਕਿਉਰਿਟੀ ਆਫ ਸਟੇਟ, ਪਬਲਿਕ ਆਰਡਰ, ਮੇਨਟੇਨੈਂਸ ਆਫ ਸਪਲਾਈਜ਼ ਜ਼ਿਆਦਾ ਇੰਪੋਰਟੈਂਟ, ਤੁਹਾਨੂੰ ਦਿਖ ਨਹੀਂ ਰਿਹਾ ਹੋਣਾ ਇਹ ਚੀਜ਼, ਕੋਈ ਗੱਲ ਨਹੀਂ, ਠੀਕ ਹੈ। ਤਾਂ ਮਤਲਬ ਜਿਹੜੇ ਸਟੇਟ ਦੇ ਸਬਜੈਕਟ ਨੇ, ਦੇਖੋ ਪਬਲਿਕ ਆਰਡਰ ਹੈ ਜਿਹੜਾ ਮਤਲਬ ਜਿਵੇਂ ਪੁਲਿਸ ਵਗੈਰਾ ਹੋ ਗਈ, ਇਹ ਸਾਰਾ ਕੁਛ ਸਟੇਟ ਦਾ ਸਬਜੈਕਟ ਹੈ ਨਾ। ਤਾਂ ਇਹਨਾਂ ਦੇ ਜਿਹੜੇ ਕਾਨੂੰਨ ਬਣਾਉਣੇ ਨੇ ਉਹ ਸਟੇਟ ਬਣਾਏਗੀ। ਸਿੰਪਲ ਜੀ ਚੀਜ਼ ਹੈ, ਜਿਵੇਂ ਆਪਾਂ 7th ਸ਼ਡਿਊਲ ਦੀ ਗੱਲ ਕਰਦੇ ਹਾਂ ਕਿ ਏਰੀਆਜ਼ ਡਿਵਾਈਡਡ ਨੇਗੇ, ਠੀਕ ਹੈ ਨਾ। ਕੋਈ ਡਿਫੈਂਸ ਦਾ ਮੈਟਰ ਹੈਗਾ, ਫੋਰਨ ਅਫੇਅਰਸ ਦਾ ਮੈਟਰ ਹੈ, ਉਹ ਪਾਰਲੀਮੈਂਟ ਦੇਖੂਗੀ, ਓਬਵੀਅਸ ਜੀ ਗੱਲ ਹੈ, ਆਪਾਂ ਨੂੰ ਸਮਝ ਆਉਂਦਾ। ਕੋਈ ਸਟੇਟ ਦੀ ਸਿਕਿਉਰਿਟੀ ਦਾ ਕੰਮ ਹੈਗਾ, ਉਹ ਸਟੇਟ ਦੇਖੂਗੀ, ਸਿੰਪਲ ਜੀ ਗੱਲ है। बिल्कुल बिल्कुल नहीं, मैंने तो यूट्यूब पे क्लासेस अटेंड की थी एक बार विदाउट नो रिविजन। कोई गल नहीं लिमसी, ਤੁਸੀਂ ਦੇਖੋ ਐਕਸੈਪਸ਼ਨਸ ਹਮੇਸ਼ਾ ਹੁੰਦੀਆਂ ਨੇਗੀਆਂ, ਠੀਕ ਹੈ ਨਾ। ਆਪਾਂ ਲਿਮਸੀ ਦੇਖੋ ਇਹਨਾਂ ਦਾ ਮੈਂਟਲ ਸੈਟਅਪ ਬਿਲਕੁਲ ਡਿਫਰੈਂਟ ਹੋਊਗਾ। ਆਪਾਂ ਇਹਨਾਂ ਨਾਲ ਕੰਪੇਅਰ ਨਹੀਂ ਕਰਾਂਗੇ, ਠੀਕ ਹੈ ਨਾ। ਆਪਾਂ ਜਿਹੜਾ ਮਾਸਿਸ ਨਾਲ ਕੰਪੇਅਰ ਕਰਾਂਗੇ, ਕੰਪੇਅਰ ਵੀ ਨਹੀਂ ਕਰਨਾ ਐਕਚੁਅਲੀ, ਆਪਾਂ ਨੇ ਸਿਰਫ ਆਪਣੇ ਆਪ ਨੂੰ ਹੀ ਇੰਪਰੂਵ ਕਰਦੇ ਰਹਿਣਾ ਹਮੇਸ਼ਾ। ਕਿਸੇ ਨੂੰ ਤੁਸੀਂ ਬੈਂਚ ਮਾਰਕ ਨਾ ਬਣਾਓ ਵੀ ਮੈਂ ਉਹਦੇ ਵਰਗਾ ਬਣਨਾ, ਠੀਕ ਹੈ। ਆਪਣੇ ਆਪ 'ਤੇ ਹੀ ਇੰਪਰੂਵਮੈਂਟ ਹਮੇਸ਼ਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ, ਠੀਕ ਹੈ ਨਾ। ਦੇਖੋ ਹਰ ਇੱਕ ਬੰਦੇ ਦਾ ਜਿਹੜਾ ਲਰਨਿੰਗ ਪ੍ਰੋਸੈਸ ਹੈ ਜਾਂ ਬੈਕਗਰਾਊਂਡ ਹੈ ਉਹ ਬਿਲਕੁਲ ਡਿਫਰੈਂਟ ਹੁੰਦਾ। ਹਰ ਇੱਕ ਦਾ ਜਿਹੜਾ ਸਟਾਰਟਿੰਗ ਪੁਆਇੰਟ ਆ ਉਹ ਸੇਮ ਨਹੀਂ ਹੁੰਦਾ, ਠੀਕ ਹੈ ਨਾ। ਕਿਸੇ ਦਾ ਜਿਹੜਾ ਬੈਕਗਰਾਊਂਡ ਆ ਬਹੁਤ ਜ਼ਿਆਦਾ ਪ੍ਰਿਵਿਲੇਜਡ ਹੁੰਦਾ ਹੈਗਾ, ਜਾਂ ਅੱਛੀ ਸਕੂਲਿੰਗ ਹੁੰਦੀ ਹੈ। ਹਰ ਇੱਕ ਨੂੰ ਉਹ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ। ਤਾਂ ਆਪਾਂ ਕਿਸੇ ਨਾਲ ਕੰਪੇਅਰ ਨਹੀਂ ਕਰਨਾ, ਆਪਾਂ ਨੇ ਸਿਰਫ ਆਪਣੇ ਆਪ ਨੂੰ ਇੰਪਰੂਵ ਕਰਦੇ ਰਹਿਣਾ, ਠੀਕ ਹੈ। ਦੇਖੋ ਪਾਰਟੀਸਪੇਟ ਕਰ ਰਹੇ ਹਾਂ ਆਪਾਂ, ਅੱਛੀ ਗੱਲ ਹੈ, ਬਹੁਤ ਅੱਛੀ ਗੱਲ ਹੈ, ਸਾਰੇ ਅੱਛੀ ਤਰ੍ਹਾਂ ਪਾਰਟੀਸਪੇਟ ਕਰ ਰਹੇ ਹਾਂ। ਬਟ ਕਿਸੇ ਤੋਂ ਆਪਾਂ ਨੇ ਡੀਮੋਰਲਾਈਜ਼ ਨਹੀਂ ਹੋਣਾ ਵੀ ਉਹਨੂੰ ਇੰਨਾ ਪਤਾ ਜਾਂ ਮੈਨੂੰ ਨਹੀਂ ਪਤਾ ਹੈਗਾ। ਇਹ ਸਾਰਾ ਕੁਛ ਟਾਈਮ ਨਾਲ ਆਪਣੇ ਆਪ ਆ ਜਾਣਾ, ਠੀਕ ਹੈ ਨਾ। ਲਿਮਸੀ ਕਹਿ ਰਹੇ ਨੇ ਕਿ ਉਹ ਰਿਵੀਜ਼ਨ ਨਹੀਂ ਕੀਤੀ, ਉਹਨਾਂ ਨੂੰ ਵੈਸੇ ਵੀ ਆਉਂਦਾ ਹੈ, ਠੀਕ ਹੈ, ਵੈਲ ਐਂਡ ਗੁੱਡ ਹੈ, ਬਹੁਤ ਅੱਛੀ ਗੱਲ ਹੈਗੀ। ਬਟ ਮੈਕਸਿਮਮ ਜਿਹੜੇ ਲੋਕ ਨੇ ਉਹ ਮਲਟੀਪਲ ਰਿਵੀਜ਼ਨਸ ਨਾਲ ਹੀ ਸਿੱਖ ਸਕਦੇ ਨੇ, ਠੀਕ ਹੈ ਨਾ। ਤਾਂ ਆਪਣਾ ਜਿਹੜਾ ਟਾਰਗੇਟ ਹੈ ਇਹੀ ਹੋਣਾ ਚਾਹੀਦਾ ਹੈ ਕਿ ਆਪਾਂ ਨੂੰ ਮੈਕਸਿਮਮ ਰਿਵੀਜ਼ਨਸ ਕਰਨੀਆਂ ਚਾਹੀਦੀਆਂ ਨੇਗੀਆਂ, ਲੈਕਚਰਸ ਲਗਾਉਣੇ ਚਾਹੀਦੇ ਨੇ ਅਤੇ ਬੁੱਕਸ ਵੀ ਪੜ੍ਹਨੀਆਂ ਚਾਹੀਦੀਆਂ ਨੇ, ਠੀਕ ਹੈ ਨਾ। ਤਾਂ ਸਿਰਫ ਆਪਾਂ ਨੇ ਆਪਣੇ ਆਪ ਨਾਲ ਕੰਪੇਅਰ ਕਰਨਾ, ਕਿਸੇ ਹੋਰ ਨਾਲ ਕੰਪੇਅਰ ਨਹੀਂ ਕਰਨਾ, ਠੀਕ ਹੈ। ਰਹਿਣ ਲੱਗ ਜੂਗਾ ਲਿਮਸੀ, ਠੀਕ ਹੈ। ਪਾਪਾ ਕੈਮਿਸਟ ਹੈ, ਹੀ ਵਾਜ਼ ਇੰਸਪਾਇਰਡ ਬਾਈ ਦਿਸ। ਚਲੋ, ਵੈਲਿਡ ਪ੍ਰੀਵੈਂਸ਼ਨ ਲਾਅ, ਇਹ ਕੁਛ ਲਾਅਸ ਨੇ ਜਿਹੜੇ ਪ੍ਰੀਵੈਂਟਿਵ ਡਿਟੈਂਸ਼ਨ ਨੇ। ਦੇਖੋ ਜਿਵੇਂ ਨੈਸ਼ਨਲ ਸਿਕਿਉਰਿਟੀ ਐਕਟ, ਠੀਕ ਹੈ ਨਾ। ਉਸ ਤੋਂ ਬਾਅਦ 'ਚ ਹੋਰ ਵੀ ਪੋਕਾ ਮਕੋਕਾ, ਇਹ ਸਾਰੇ ਜਿਹੜੇ ਪ੍ਰੀਵੈਂਟਿਵ ਡਿਟੈਂਸ਼ਨ ਲਾਅਸ ਨੇਗੇ, ਟਾਡਾ ਪੋਟਾ, ਇਹ ਸਾਰੇ ਪ੍ਰੀਵੈਂਟਿਵ ਡਿਟੈਂਸ਼ਨ ਆਪਾਂ ਸੁਣਿਆ ਹੋਊਗਾ ਨਾ, ਸੰਜੇ ਦੱਤ ਵੀ ਅੰਦਰ ਗਿਆ ਸੀਗਾ ਯੂਆਪਾ, ਇਹ ਸਾਰੇ ਟਾਡਾ ਪੋਟਾ, ਇਹ ਸਾਰੇ ਜਿਹੜੇ ਲਾਅਸ ਨੇ ਇਹ ਪ੍ਰੀਵੈਂਟਿਵ ਡਿਟੈਂਸ਼ਨ ਲਾਅਸ ਨੇਗੇ, ਠੀਕ ਹੈ। ਚਲੋ ਆਪਣਾ ਦੇਖੋ ਇੱਕ ਥੋੜ੍ਹੀ ਜਿਹੀ ਸੋਚਣ ਵਾਲੀ ਗੱਲ ਇਹ ਹੈਗੀ ਕਿ ਸਾਡਾ ਭਾਰਤ ਦੇਸ਼ ਇਕਲੌਤਾ ਐਸਾ ਦੇਸ਼ ਹੈ, ਵੱਡਾ ਦੇਸ਼ ਹੈ, ਡੈਮੋਕ੍ਰੈਟਿਕ ਕੰਟਰੀ, ਜਿੱਥੇ ਅੱਜ ਵੀ ਪ੍ਰੀਵੈਂਟਿਵ ਡਿਟੈਂਸ਼ਨ ਦੇ ਲਾਅਸ ਨੇ ਜਿਹੜੇ ਉਹ ਕੌਨਸਟੀਟਿਊਸ਼ਨ ਦਾ ਪਾਰਟ ਨੇ। ਦੇਖੋ ਪ੍ਰੀਵੈਂਟਿਵ ਜਿਹੜੀ ਡਿਟੈਂਸ਼ਨ ਹੈਗੀ ਉਹ ਕੋਈ ਬਹੁਤ ਵਧੀਆ ਚੀਜ਼ ਨਹੀਂ ਹੈਗੀ, ਠੀਕ ਹੈ। ਕਿਸੇ ਨੂੰ ਦੇਖੋ ਜਿਹੜੀ ਪ੍ਰੋਗਰੈਸਿਵ ਸੋਸਾਇਟੀ ਹੈ, ਮਾਡਰਨ ਸੋਸਾਇਟੀ ਹੈ, ਉਹ ਸਜ਼ਾ ਨੂੰ ਬਿਲਕੁਲ ਘਟਾਉਂਦੀ ਜਾ ਰਹੀ ਹੈਗੀ, ਠੀਕ ਹੈ ਨਾ। ਬਟ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਕੀ ਹੋ ਰਿਹਾ ਹੈ, ਕਿਸੇ ਬੰਦੇ ਨੂੰ ਜੁਰਮ ਕਰਨ ਤੋਂ ਪਹਿਲਾਂ ਹੀ ਚੱਕਿਆ ਜਾ ਰਿਹਾ, ਤਾਂ ਇਹ ਬਹੁਤ ਵਧੀਆ ਚੀਜ਼ ਨਹੀਂ ਹੈਗੀ, ਠੀਕ ਹੈ ਨਾ। ਮੈਕਸੀਮਮ ਕੰਟਰੀਜ਼ ਨੇ ਜਿਹੜੀਆਂ ਉਹ ਇਸ ਚੀਜ਼ ਨੂੰ ਹਟਾਉਂਦੀਆਂ ਜਾ ਰਹੀਆਂ ਨੇਗੀਆਂ। ਅਤੇ ਭਾਰਤ ਇਕਲੌਤਾ ਐਸਾ ਵੱਡਾ ਦੇਸ਼ ਹੈਗਾ ਜਿੱਥੇ ਕਿ ਹਾਲੇ ਵੀ ਕੌਨਸਟੀਟਿਊਸ਼ਨ ਦਾ ਇਹ ਪਾਰਟ ਹੈਗੀ, ਠੀਕ ਹੈ। ਹੁਣ ਆਰਟੀਕਲ 23 ਅਤੇ 24 ਦੀ ਆਪਾਂ ਗੱਲ ਕਰੀਏ। ਵਟ ਇਜ਼ ਦ ਮੀਨਿੰਗ ਆਫ ਲਿਮਸੀ? ਤੁਸੀਂ ਪਲੀਜ਼ ਲੈਕਚਰ 'ਤੇ ਧਿਆਨ ਦਿਓ ਨਾ, ਤੁਸੀਂ ਕੀ ਗੱਲਾਂ ਮਾਰੀ ਜਾ ਰਹੇ ਹੋ ਹੋਰ। ਆਰਟੀਕਲ 23 ਅਤੇ ਆਰਟੀਕਲ 24, ਠੀਕ ਹੈ। ਹੁਣ ਆਰਟੀਕਲ 23 ਕੀ ਕਹਿ ਰਿਹਾ ਹੈਗਾ, ਟਰੈਫਿਕ ਇਨ ਹਿਊਮਨ ਬੀਂਗਸ। ਟਰੈਫਿਕਿੰਗ ਕੀ ਮਤਲਬ ਕੀ ਹੁੰਦਾ ਹੈਗਾ? ਟਰੈਫਿਕ ਦਾ ਮਤਲਬ ਕੀ ਹੁੰਦਾ? ਟਰੈਫਿਕਿੰਗ ਦਾ ਇਲੀਗਲ ਟਰੇਡ ਜਾਂ ਕਹਿ ਸਕਦੇ ਆਪਾਂ, ਹੈ ਨਾ, ਤਸਕਰੀ ਕਹਿ ਸਕਦੇ ਆਪਾਂ ਟਰੈਫਿਕਿੰਗ ਨੂੰ। ਅਤੇ ਆਰਟੀਕਲ 23 ਤਾਂ ਕਹਿ ਰਿਹਾ ਟਰੈਫਿਕ ਇਨ ਹਿਊਮਨ ਬੀਂਗਸ, ਆਰਟੀਕਲ 24 ਕਹਿ ਰਿਹਾ ਫੋਰਸਡ ਲੇਬਰ ਜਾਂ ਚਾਈਲਡ ਲੇਬਰ ਵੀ ਆਪਾਂ ਕਹਿ ਸਕਦੇ ਹਾਂ, ਠੀਕ ਹੈ। ਇਹ ਸਾਰਾ ਤੁਸੀਂ ਇਹ ਲਗਾ ਲਓ। ਆਰਟੀਕਲ 24 ਆਪਾਂ ਬਾਅਦ 'ਚ ਕਰਦੇ ਹਾਂ, ਆਰਟੀਕਲ 23 ਦੀ ਗੱਲ ਕਰਦੇ ਆਪਾਂ, ਠੀਕ ਹੈ। ਟਰੈਫਿਕ ਇਨ ਹਿਊਮਨ ਬੀਂਗਸ ਅਤੇ ਫੋਰਸਡ ਲੇਬਰ, ਇਹ ਸਾਰਾ ਆਰਟੀਕਲ 23 ਦੇ ਵਿੱਚ ਆ ਗਿਆ। ਆਰਟੀਕਲ 24 ਦੇ ਵਿੱਚ ਆ ਜਾਊਗਾ ਚਾਈਲਡ ਲੇਬਰ, ਉਹ ਆਪਾਂ ਅੱਗੇ ਪੜ੍ਹਦੇ ਹਾਂ। ਚਾਈਲਡ ਲੇਬਰ, ਠੀਕ ਹੈ। ਅਵੇਲੇਬਲ ਟੂ ਸਿਟੀਜ਼ਨ ਅਤੇ ਨੋਨ ਸਿਟੀਜ਼ਨ ਦੋਨਾਂ ਨੂੰ ਅਵੇਲੇਬਲ ਹੈਗੇ। ਆਪਾਂ ਸਾਰੀਆਂ ਫੰਡਾਮੈਂਟਲ ਰਾਈਟਸ ਕਰਨ ਤੋਂ ਬਾਅਦ ਇੱਕ ਸਮਰੀ ਜੀ ਕਰਾਂਗੇ ਕਿ ਕਿਹੜੇ ਰਾਈਟਸ ਇਕੱਲੇ ਸਿਟੀਜ਼ਨ ਨੂੰ ਅਵੇਲੇਬਲ ਨੇ, ਕਿਹੜੀਆਂ ਰਾਈਟਸ ਫੋਰਨਰਸ ਨੂੰ ਵੀ ਅਵੇਲੇਬਲ ਨੇ, ਠੀਕ ਹੈ ਨਾ। ਇਹ ਕੁਛ ਜਿਹੜੀਆਂ ਚੀਜ਼ਾਂ ਨੇ ਆਪਾਂ ਸਮਰੀ ਜੀ ਐਂਡ 'ਤੇ ਕਰਾਂਗੇ ਆਪਾਂ। ਇੱਕ ਵਾਰ ਤੁਸੀਂ ਇਹ ਸਾਰਾ ਪੜ੍ਹ ਲਓ। ਨੋਟ ਓਨਲੀ ਅਗੇਂਸਟ ਸਟੇਟ ਬਟ ਅਗੇਂਸਟ ਪ੍ਰਾਈਵੇਟ ਇੰਡੀਵਿਜੂਅਲ। ਦੇਖੋ ਹੁਣ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਸਟੇਟ ਦੇ ਅਗੇਂਸਟ ਨਹੀਂ, ਇਹ ਸਾਰੇ ਪ੍ਰਾਈਵੇਟ ਇੰਡੀਵਿਜੂਅਲ ਦੇ ਅਗੇਂਸਟ ਵੀ ਹੋ ਸਕਦੇ ਨੇ। ਹੁਣ ਦੇਖੋ ਕੋਈ ਬੰਦਾ ਕਿਸੇ ਜਿਹੜੀ ਲੇਬਰ ਹੈ ਉਹਨੂੰ ਬੌਂਡਡ ਲੇਬਰ ਰੱਖ ਰਿਹਾ ਖੇਤਾਂ ਦੇ ਵਿੱਚ ਜਾਂ ਕਿਤੇ ਹੋਰ,
ਤਾਂ ਉਹ ਪ੍ਰਾਈਵੇਟ ਬੰਦਾ ਹੀ ਰੱਖੂਗਾ ਨਾ, ਤਾਂ ਉਹਦੇ ਅਗੇਂਸਟ ਵੀ ਜਿਹੜੀ ਸਰਕਾਰ ਹੈ ਕਦਮ ਉਠਾ ਸਕਦੀ ਹੈ, ਪੁਲਿਸ ਕਦਮ ਉਠਾ ਸਕਦੀ ਹੈ। ਠੀਕ ਹੈ, ਤਾਂ ਮਤਲਬ ਕੀ ਹੈ, ਜਿਹੜਾ ਆਰਟੀਕਲ 23 ਹੈ ਉਹ ਅਗੇਂਸਟ ਪ੍ਰਾਈਵੇਟ ਇੰਡੀਵਿਜੂਅਲਸ ਵੀ ਅਵੇਲੇਬਲ ਹੈਗਾ। ਠੀਕ ਹੈ, ਲਿਮਸੀ ਮੀਨਸ ਵਿਟਾਮਿਨ ਸੀ, ਜਵਾਕਾਂ ਤੋਂ ਲੇਬਰ ਨਹੀਂ ਕਰਵਾ ਸਕਦੇ ਅੰਡਰ ਆਰਟੀਕਲ 40। ਬਿਲਕੁਲ ਬਿਲਕੁਲ, ਆਰਟੀਕਲ 24 ਚਾਈਲਡ ਲੇਬਰ ਆ ਜਾਂਦੀ ਹੈ, ਅਤੇ ਆਰਟੀਕਲ 23 ਹੈ ਬੌਂਡਡ ਲੇਬਰ ਅਤੇ ਟਰੈਫਿਕਿੰਗ ਇਨ ਹਿਊਮਨ ਬੀਂਗਸ ਆ ਜਾਂਦੀ ਹੈ। ਠੀਕ ਹੈ, ਫੋਰਸਡ ਲੇਬਰ, ਫਿਜ਼ੀਕਲ ਇਕਨੋਮਿਕ ਕੰਪਲਸ਼ਨ, ਬਸ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਇਸ ਚੀਜ਼ ਨੂੰ। ਚਲੋ ਬਸ ਸਿੰਪਲੀ ਇਹੀ ਹੈ, ਤੁਸੀਂ ਯਾਦ ਕੀ ਰੱਖਣਾ ਆਰਟੀਕਲ 23 ਦੇ ਵਿੱਚ ਕਿ ਟਰੈਫਿਕ ਇਨ ਹਿਊਮਨ ਬੀਂਗਸ ਅਤੇ ਫੋਰਸਡ ਲੇਬਰ, ਇਹ ਦੋਨੇ ਚੀਜ਼ਾਂ ਆਰਟੀਕਲ 23 ਦੇ ਵਿੱਚ ਆ ਜਾਂਦੀਆਂ ਨੇ। ਦੇਖੋ ਬੌਂਡਡ ਲੇਬਰ ਸਮਝਦੇ ਹੋ ਨਾ, ਬੌਂਡਡ ਲੇਬਰ ਸਮਝਦੇ ਹੋ ਕਿ ਕਿਸੇ ਜਿਹੜੀ ਲੇਬਰ ਨੂੰ ਧੱਕੇ ਨਾਲ ਤੁਸੀਂ ਆਪਣੇ ਕੋਲ ਰੱਖ ਲੈਣਾ, ਆਪਣੇ ਖੇਤਾਂ ਦੇ ਵਿੱਚ, ਆਪਣੇ ਘਰ ਵਿੱਚ, ਉਹਨੂੰ ਤੁਸੀਂ ਸੈਲਰੀ ਘੱਟ ਦੇ ਰਹੇ ਹੋ, ਬਹੁਤ ਘੱਟ ਦੇ ਰਹੇ ਹੋ ਜਾਂ ਨਹੀਂ ਦੇ ਰਹੇ, ਠੀਕ ਹੈ, ਦਿਨ ਰਾਤ ਉਸ ਕੰਮ ਲੈ ਰਹੇ ਹੋ, ਤਾਂ ਦੈਟ ਇਜ਼ ਵਾਟ ਵੀ ਕਾਲ ਬੌਂਡਡ ਲੇਬਰ ਜਾਂ ਫੋਰਸਡ ਲੇਬਰ। ਠੀਕ ਹੈ, ਆਰਟੀਕਲ 24 ਆ ਗਿਆ। ਦੇਖੋ ਜੀ ਆਰਟੀਕਲ 24 ਅਗੇਨ ਜਿਵੇਂ ਜਸ ਦੱਸ ਰਹੇ ਸੀਗੇ, ਹਾਂ ਜਸ ਦੱਸ ਰਹੇ ਸੀ ਕਿ ਪ੍ਰੋਹੀਬਿਸ਼ਨ ਆਫ ਐਮਪਲੋਇਮੈਂਟ, ਚਾਈਲਡ ਲੇਬਰ ਨਹੀਂ ਹੋ ਸਕਦੀ। ਠੀਕ ਹੈ, ਜਿਹੜਾ 14 ਸਾਲ ਤੋਂ ਘੱਟ ਬੱਚਾ ਹੈਗਾ ਉਹਨੂੰ ਕਿਸੇ ਬਾਕੀ ਇਹਦੇ ਵਿੱਚ ਕੁਛ ਨਾ ਕੁਛ ਚੇਂਜਿਸ ਆ ਗਏ ਹੁਣ, ਪਿੱਛੇ ਜੇ ਲਾਅ ਚੇਂਜ ਹੋਇਆ ਸੀਗਾ। ਆਰਟੀਕਲ ਜਿਹੜਾ 18 ਸਾਲ ਤੋਂ ਘੱਟ ਵਾਲਾ ਬੱਚਾ ਹੈਗਾ, ਦੇਖੋ 14 ਸਾਲ ਤੋਂ ਘੱਟ ਬੱਚਾ ਕੋਈ ਕੰਮ ਨਹੀਂ ਕਰ ਸਕਦਾ, ਕਿ ਕੋਈ ਕਿਸੇ ਇੰਪਲੋਇਮੈਂਟ ਦੇ ਵਿੱਚ ਨਹੀਂ ਰਹਿ ਸਕਦਾ। ਜਿਹੜਾ 14 ਤੋਂ 18 ਦਾ ਬੱਚਾ ਹੈਗਾ ਉਹਨੂੰ ਤੁਸੀਂ ਕਿਸੇ ਹਜ਼ਾਰਡੀਅਸ ਫੈਕਟਰੀ ਦੇ ਵਿੱਚ ਹੀ ਨਹੀਂ ਰੱਖ ਸਕਦੇ, ਕੋਈ ਮਾਈਨਿੰਗ ਦੇ ਵਿੱਚ ਨਹੀਂ ਰੱਖ ਸਕਦੇ, ਕੋਈ ਹੋਰ ਛੋਟਾ ਮੋਟਾ ਕੰਮ ਕਰ ਸਕਦਾ। 14 ਤੋਂ 18 14 to 18 ਈਅਰ ਵਾਲਾ ਬੱਚਾ ਕੋਈ ਹੋਰ ਕੰਮ ਕਰ ਸਕਦਾ ਹੈ, ਠੀਕ ਹੈ ਨਾ, ਜਿਹੜਾ ਕਿ ਹਜ਼ਾਰਡੀਅਸ ਨਾ ਹੋਵੇ, ਜਿਹੜਾ ਕਿ ਹਾਰਮਫੁਲ ਨਾ ਹੋਵੇ। ਬਟ 14 ਸਾਲ ਤੋਂ ਘੱਟ ਵਾਲਾ ਬੱਚਾ ਕੋਈ ਵੀ ਕੰਮ ਨਹੀਂ ਕਰ ਸਕਦਾ, ਚਾਹੇ ਛੋਟਾ ਮੋਟਾ ਜਿਹੜਾ ਮਰਜ਼ੀ ਕੰਮ ਹੋਵੇ। ਠੀਕ ਹੈ, ਉਹ ਇਲੀਗਲ ਹੈਗਾ। 14 ਤੋਂ 18 ਸਾਲ ਵਾਲਾ ਬੱਚਾ ਸਿਰਫ ਹਜ਼ਾਰਡੀਅਸ ਕੰਮ ਨਹੀਂ ਕਰ ਸਕਦਾ, ਕੋਈ ਮਾਈਨਿੰਗ ਦੇ ਵਿੱਚ, ਕੋਈ ਕੈਮੀਕਲ ਫੈਕਟਰੀ ਦੇ ਵਿੱਚ ਕੰਮ ਨਹੀਂ ਕਰ ਸਕਦਾ, ਕੋਈ ਹੋਰ ਜਿਹੜਾ ਕੰਮ ਹੈ ਉਹ ਕਰ ਸਕਦਾ ਹੈ। ਠੀਕ ਹੈ, ਚਲੋ ਬਸ ਠੀਕ ਹੈ, ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ। ਹਾਂ ਆਰਟੀਕਲ 25 ਇਹ ਵੀ ਇੰਪੋਰਟੈਂਟ ਹੈ ਜੀ, ਬਿਲਕੁਲ ਬਿਲਕੁਲ, ਆਰਟੀਕਲ 25 to 28 ਧੱਕੇ ਨਾਲ ਕੰਮ ਕਰਵਾਉਣਾ, ਬਿਲਕੁਲ ਬਿਲਕੁਲ। ਸਲੇਵਸ, ਹਾਂ ਸਲੇਵਰੀ, ਦੇਖੋ ਸਲੇਵਰੀ ਐਜ਼ ਸੱਚ ਨਹੀਂ ਹੈਗੀ ਹੁਣ ਪੂਰੀ ਸੁਸਾਇਟੀ ਦੇ ਵਿੱਚ, ਬਟ ਸਟਿਲ ਕੁਛ ਪੋਕਟਸ ਇੱਦਾਂ ਦੀਆਂ ਨੇਗੀਆਂ, ਕੁਛ ਜਗ੍ਹਾ ਇੱਦਾਂ ਦੀ ਨੇ ਜਿੱਥੇ ਮਾਡਰਨ ਸਲੇਵਰੀ ਆਪਾਂ ਕਹਿੰਦੇ ਹਾਂ। ਮਾਡਰਨ, ਦੇਖੋ ਸਲੇਵਰੀ ਐਕਚੁਅਲੀ ਹੈ ਕਦੋਂ ਸੀਗੀ, ਜਦੋਂ ਕਿ ਵਾਈਟ ਸੀਗੇ, ਜਿਹੜੇ ਅੰਗਰੇਜ਼ ਸੀਗੇ, ਅੰਗਰੇਜ਼ ਅਫਰੀਕਾ ਦੇ ਵਿੱਚੋਂ ਜਿਹੜੀ ਲੇਬਰ ਚੱਕ ਕੇ ਲੈ ਕੇ ਜਾਂਦੇ ਸੀ ਆਪਣੀਆਂ ਪਲਾਂਟੇਸ਼ਨ ਦੇ ਵਿੱਚ ਕੰਮ ਕਰਾਉਣ ਵਾਸਤੇ, ਉਹ ਸੀ ਐਕਚੁਅਲੀ ਸਲੇਵਰੀ। ਠੀਕ ਹੈ, ਅੱਜ ਕੱਲ੍ਹ ਸਲੇਵਰੀ ਮਤਲਬ ਉਸ ਫਾਰਮ ਦੇ ਵਿੱਚ ਤਾਂ ਨਹੀਂ ਹੈਗੀ, ਬਟ ਇੱਕ ਨਵੀਂ ਟਰਮ ਆਈ ਹੈ ਮਾਡਰਨ ਸਲੇਵਰੀ, ਤਾਂ ਉਹ ਵੀ ਇਸੇ ਅੰਡਰ ਆ ਜਾਂਦੀ ਹੈ ਕਿ ਜਿੱਥੇ ਲੋਕਾਂ ਨੂੰ ਧੱਕੇ ਨਾਲ ਕੰਮ ਕਰਾਉਣਾ, ਮਾਡਰਨ ਸਲੇਵਰੀ। NCPCR ਸੈਟਅਪ ਫॉर ਪ੍ਰੋਟੈਕਸ਼ਨ ਆਫ ਚਾਈਲਡ, ਬਿਲਕੁਲ ਬਿਲकुल, ਨੈਸ਼ਨਲ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ, NCPCR। ਰਾਈਟ ਟੂ ਫਰੀडम ਆਫ ਰਿਲੀਜਨ, ਠੀਕ ਹੈ, ਆਰਟੀਕਲ 25 ਤੋਂ ਆਰਟੀਕਲ 28 ਇਹੀ ਕਹਿੰਦਾ ਹੈਗਾ। ਠੀਕ ਹੈ, ਆਰਟੀਕਲ ਜਿਹੜਾ 25 ਹੈ ਉਹ ਇੰਡੀਵਿਜੂਅਲ ਦੇ ਰਿਲੀਜਨ ਨਾਲ ਡੀਲ ਕਰਦਾ ਹੈਗਾ। ਆਰਟੀਕਲ 26 ਆਪਾਂ ਅੱਗੇ ਪੜ੍ਹਾਂਗੇ, ਉਹ ਕੀ ਕਰਦਾ, ਕਿਸੇ ਗਰੁੱਪ ਦੇ ਰਿਲੀਜਨ ਨਾਲ ਡੀਲ ਕਰਨਾ, ਕਿਸੇ ਕਮਿਊਨਿਟੀ ਦੇ ਨਾਲ। ਦੇਖੋ ਆਰਟੀਕਲ 25 ਦਾ ਕੀ ਮਤਲਬ, ਇੰਡੀਵਿਜੂਅਲ, ਮਤਲਬ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਆਜ਼ਾਦੀ ਹੈ, ਮੈਂ ਕੋਈ ਵੀ ਧਰਮ ਅਪਣਾਵਾਂ, ਕਿਸੇ ਧਰਮ ਨੂੰ ਪ੍ਰੀਚ ਕਰਾਂ, ਪ੍ਰੈਕਟਿਸ ਕਰਾਂ, ਕੁਛ ਵੀ ਕਰਾਂ, ਸਿਰਫ ਮੈਂ ਆਪਣੀ ਗੱਲ ਕਰ ਰਿਹਾ ਜਦੋਂ। ਠੀਕ ਹੈ, ਆਰਟੀਕਲ 26 ਦੇ ਵਿੱਚ ਕੀ ਹੈ, ਪੂਰੀ ਇੱਕ ਕਮਿਊਨਿਟੀ ਗੱਲ ਕਰ ਰਹੀ ਹੈ। ਸਿੱਖ ਧਰਮ ਹੈ, ਸਿੱਖ ਕਮਿਊਨਿਟੀ ਆਪਣੀ ਧਰਮ ਦੀ ਰੱਖਿਆ ਲਈ, ਆਪਣੇ ਧਰਮ ਦੇ ਪ੍ਰੋਪੇਗੇਸ਼ਨ ਲਈ ਕੋਈ ਵੀ ਕੰਮ ਕਰ ਰਹੀ ਹੈ, ਤਾਂ ਉਹ ਆਰਟੀਕਲ 26 ਦੇ ਵਿੱਚ ਆਊਗਾ। ਠੀਕ ਹੈ, ਅਗੇਨ ਦੁਬਾਰਾ ਦੱਸ ਰਿਹਾ, ਆਰਟੀਕਲ 25 ਹੈ ਜਿਹੜਾ ਉਹ ਇੱਕ ਬੰਦੇ ਦੇ ਰਿਲੀਜਨ ਨਾਲ ਡੀਲ ਕਰਦਾ ਹੈ, ਆਰਟੀਕਲ 26 ਹੈ ਜਿਹੜਾ ਉਹ ਪੂਰੀ ਕਮਿਊਨਿਟੀ ਦੇ ਰਿਲੀਜਨ ਨਾਲ ਡੀਲ ਕਰਦਾ ਹੈ। ਠੀਕ ਹੈ, ਕੀ ਕਹਿੰਦਾ ਹੈ, ਫਰੀडम ਆਫ ਕੌਂਸ਼ੀਅੰਸ, ਕੌਂਸ਼ੀਅਸ ਮਤਲਬ ਕੀ ਹੈ, ਮੇਰੇ ਅੰਤਰਾਤਮਾ। ਫਰੀडम ਆਫ ਕੌਂਸ਼ੀਅੰਸ, ਫਰੀडम ਆਫ ਪ੍ਰੋਫੈਸ਼ਨ, ਪ੍ਰੋਫੈਸ਼ਨ ਮਤਲਬ ਪ੍ਰੋਫੈਸ ਕਰਨਾ, ਫੈਲਾਣਾ, ਸਪਰੈਡ ਕਰਨਾ, ਪ੍ਰੈਕਟਿਸ ਉਪਾਸਨਾ ਕਰਨੀ, ਪ੍ਰੋਪਗੇਸ਼ਨ ਵੀ ਫੈਲਾਣਾ ਹੋ ਗਿਆ। ਠੀਕ ਹੈ, ਤਾਂ ਮਤਲਬ ਮੇਰੇ ਕੋਲ ਆਜ਼ਾਦੀ ਹੈ, ਮੈਂ ਕਿਸੇ ਵੀ ਧਰਮ ਨੂੰ ਉਪਾਸਨਾ ਕਰਾਂ, ਕਿਸੇ ਵੀ ਧਰਮ ਨੂੰ ਪ੍ਰੀਚ ਕਰਾਂ, ਤਾਂ ਮੇਰੀ ਆਜ਼ਾਦੀ ਹੈ ਇਹ। ਠੀਕ ਹੈ, ਆਰਟੀਕਲ 25 ਦੇ ਵਿੱਚ ਆਊਗਾ। ਅੱਛਾ ਸੌਰੀ, ਅੱਛਾ ਇਹਦੇ ਵਿੱਚ ਰਾਈਟ ਟੂ ਕਨਵਰਟ ਨਹੀਂ ਹੈਗਾ, ਮਤਲਬ ਦੇਖੋ ਕਨਵਰਟ ਕਰਨਾ ਕੀ ਹੁੰਦਾ, ਕਿਸੇ ਦੀ ਧਰਮ ਨੂੰ ਬਦਲਣਾ। ਮੇਰੇ ਕੋਲ ਆਪਣੇ ਧਰਮ ਦਾ ਫੋਲੋ ਕਰਨ ਦੀ ਆਜ਼ਾਦੀ ਹੈਗੀ ਆ, ਆਪਣਾ ਧਰਮ ਬਦਲਣ ਦੀ ਆਜ਼ਾਦੀ ਹੈਗੀ ਹੈ, ਆਪਣੇ ਧਰਮ ਨੂੰ ਸਪਰੈਡ ਕਰਨ ਦੀ ਆਜ਼ਾਦੀ ਹੈਗੀ ਹੈ, ਬਟ ਮੇਰੇ ਕੋਲ ਆਜ਼ਾਦੀ ਕਿਹੜੀ ਨਹੀਂ ਹੈਗੀ, ਮੈਂ ਕਿਸੇ ਨੂੰ ਕੰਪੈਲ ਨਹੀਂ ਕਰ ਸਕਦਾ ਕਿ ਉਹ ਵੀ ਆਪਣਾ ਧਰਮ ਬਦਲੇ। ਠੀਕ ਹੈ ਨਾ, ਮੈਂ ਕਿਸੇ ਹੋਰ ਬੰਦੇ ਨੂੰ ਕਹਿ ਨਹੀਂ ਸਕਦਾ ਤੁਸੀਂ ਮੇਰੇ ਧਰਮ 'ਚ ਆ ਜਾਓ ਜਾਂ ਕਿਸੇ ਹੋਰ ਧਰਮ 'ਚ ਚਲੇ ਜਾਓ, ਤਾਂ ਇਹ ਆਜ਼ਾਦੀ ਨਹੀਂ ਹੈਗੀ। ਰਾਈਟ ਡਜ਼ ਨੋਟ ਇੰਕਲੂਡ ਰਾਈਟ ਟੂ ਕਨਵਰਟ ਕਰਨ ਦੀ ਆਜ਼ਾਦੀ ਨਹੀਂ ਹੈਗੀ। ਈਵਨ ਕਿ ਕਈ ਸਾਡੀਆਂ ਸਟੇਟਸ ਇੱਦਾਂ ਦੀਆਂ ਨੇਗੀਆਂ, ਜਿਵੇਂ ਯੂਪੀ ਹੋਇਆ, ਉੱਥੇ ਐਂਟੀ ਕਨਵਰਜਨ ਲਾਜ਼ ਨੇਗੇ, ਮਤਲਬ ਅਗਰ ਕੋਈ ਕਿਸੇ ਬੰਦੇ ਦਾ ਧਰਮ ਚੇਂਜ ਕਰਵਾ ਰਿਹਾ ਹੈ ਤਾਂ ਉਸ ਨੂੰ ਕ੍ਰਿਮੀਨਲ ਸਜ਼ਾ ਹੁੰਦੀ ਹੈਗੀ। ਠੀਕ ਹੈ, ਤਾਂ ਕੁਛ ਸਜ਼ਾ ਇਹ ਵੀ ਹੈਗੀਆਂ। नहीं आपसे बात करना है, ये क्लास होती कब है एग्जैक्टली? ये 11 बजे होती है जी। ठीक है, चलो
ਸਿਟੀਜ਼ਨ ਨੋਨ ਸਿਟੀਜ਼ਨ ਦੋਨਾਂ ਨੂੰ ਅਵੇਲੇਬਲ ਹੈਗੀ ਹੈ ਇਹ, ਠੀਕ ਹੈ। ਅਗੇਨ ਰਿਸਟ੍ਰਿਕਸ਼ਨ ਇਹਦੇ ਵਿੱਚ ਕੀ ਹੈ, ਪਬਲਿਕ ਆਰਡਰ, ਮੋਰੈਲਿਟੀ, ਹੈਲਥ, ਠੀਕ ਹੈ, ਇਹ ਸਾਰਾ ਕੁਛ, ਇਹ ਕੁਛ ਰਿਸਟ੍ਰਿਕਸ਼ਨਸ ਨਹੀਂ ਆ ਵੀ ਤੁਸੀਂ ਆਪਣਾ ਧਰਮ ਨੂੰ ਉਪਾਸਨਾ ਕਰ ਸਕਦੇ ਹੋ, ਬਟ ਤੁਹਾਨੂੰ ਪਬਲਿਕ ਆਰਡਰ ਦਾ ਧਿਆਨ ਰੱਖਣਾ ਪੈਣਾ ਹੈ, ਮੋਰੈਲਿਟੀ ਦਾ ਧਿਆਨ ਰੱਖਣਾ ਪੈਣਾ ਹੈ, ਠੀਕ ਹੈ। ਹੁਣ ਦੇਖੋ ਸਟੇਟ ਦੀ ਕੁਛ ਸਟੇਟ ਦੀਆਂ ਕੁਛ ਰਿਕੁਆਇਰਮੈਂਟਸ ਨੇ ਵੀ ਪਰਮਿਟਡ ਟੂ ਰੈਗੂਲੇਟ ਹੈਗਾ। ਹੁਣ ਰਿਲੀਜੀਅਸ ਅਫੇਅਰਸ ਤਾਂ ਠੀਕ ਹੈ ਕਿ ਜਿਹੜੇ ਇੰਸਟੀਟਿਊਟ ਮੈਨੇਜ ਕਰ ਰਿਹਾ, ਬਟ ਰਿਲੀਜੀਅਸ ਅਫੇਅਰਸ ਤੋਂ ਇਲਾਵਾ ਹੋਰ ਕੋਈ ਅਫੇਅਰਸ ਨੇ ਜਿਹੜੇ ਇਕਨੋਮਿਕ ਅਫੇਅਰਸ ਨੇ, ਫਾਈਨੈਂਸ਼ੀਅਲ ਅਫੇਅਰਸ ਨੇ, ਪੋਲੀਟੀਕਲ ਅਫੇਅਰਸ ਨੇ, ਉਹਨਾਂ ਨੂੰ ਸਟੇਟ ਰੈਗੂਲੇਟ ਕਰ ਸਕਦੀ ਹੈ, ਠੀਕ ਹੈ। ਬਸ ਠੀਕ ਹੈ, ਕੋਈ ਜ਼ਿਆਦਾ ਇੰਪੋਰਟੈਂਟ ਨਹੀਂ। ਚਲੋ ਆਰਟੀਕਲ 26 ਦੀ ਆਪਾਂ ਗੱਲ ਕਰੀਏ। ਹੁਣ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਆਰਟੀਕਲ 25 ਹੈ ਜਿਹੜਾ ਉਹ ਇੰਡੀਵਿਜੂਅਲ ਦੇ ਰਿਲੀਜਨ ਨਾਲ ਡੀਲ ਕਰਦਾ, ਠੀਕ ਹੈ। ਆਰਟੀਕਲ 26 ਹੈ ਜਿਹੜਾ ਉਹ ਪੂਰੇ ਗਰੁੱਪ ਦੇ ਰਿਲੀਜਨ ਨਾਲ ਡੀਲ ਕਰਦਾ, ਪੂਰੀ ਕਮਿਊਨਿਟੀ ਦੇ ਰਿਲੀਜਨ ਨਾਲ ਡੀਲ ਕਰਦਾ। ਐਵਰੀ ਰਿਲੀਜੀਅਸ ਡਿਨੋਮੀਨੇਸ਼ਨ, ਮਤਲਬ ਕੋਈ ਸੰਸਥਾ ਕਹਿ ਸਕਦੇ ਹੋ ਤੁਸੀਂ, ਜਾਂ ਕੋਈ ਧਾਰਮਿਕ ਸੈਕਟ ਕਹਿ ਸਕਦੇ ਹੋ, ਪੰਥ ਕਹਿ ਸਕਦੇ ਹੋ, ਠੀਕ ਹੈ, ਕੈਨ ਐਸਟੈਬਲਿਸ਼, ਮੈਨਟੇਨ ਔਰ ਮੈਨੇਜ ਇਟਸ ਅਫੇਅਰਸ। ਹਰ ਇੱਕ ਸੰਸਥਾ ਨੂੰ ਆਪਣੇ ਧਾਰਮਿਕ ਜਿਹੜੇ ਕੋਈ ਆਈਡੀਅਲਸ ਨੇ ਉਹਨਾਂ ਨੂੰ ਐਸਟੈਬਲਿਸ਼ ਕਰਨਾ, ਮੇਨਟੇਨ ਕਰਨਾ, ਮੈਨੇਜ ਕਰਨ ਦੀ ਪੂਰਾ ਆਜ਼ਾਦੀ ਹੈਗੀ, ਠੀਕ ਹੈ। ਤਾਂ ਸਰਕਾਰ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦੀ। ਹੁਣ ਦੇਖੋ ਸਾਬਰੀਮਾਲਾ ਦਾ ਕੇਸ ਚੱਲ ਰਿਹਾ ਕਿ ਕੇਰਲਾ ਦੇ ਵਿੱਚ, ਹੈ ਨਾ, ਤਾਂ ਉਹਦੇ ਵਿੱਚ ਵੀ ਇਹੀ ਚੀਜ਼ ਕਲੇਮ ਕੀਤੀ ਜਾ ਰਹੀ ਹੈ ਕਿ ਆਰਟੀਕਲ 26 ਦੇ ਵਿੱਚ ਕਿ ਜਿਹੜੇ ਧਾਰਮਿਕ ਸੰਸਥਾ ਹੈਗੀ ਹੈ ਉਸ ਨੂੰ ਆਪਣੇ ਰਿਲੀਜੀਅਸ ਅਫੇਅਰਸ ਮੈਨੇਜ ਕਰਨ ਦੀ ਪੂਰੀ ਆਜ਼ਾਦੀ ਹੈ। ਸਟੇਟ ਇੰਟਰਫੇਅਰ ਕਿਉਂ ਕਰ ਰਹੀ ਹੈਗੀ? ਸਾਬਰੀਮਾਲਾ ਦੇ ਵਿੱਚ ਇਹੀ ਕੇਸ ਚੱਲ ਰਿਹਾ ਹੈਗਾ। ਹਾਂਜੀ, ਆਲਮੋਸਟ ਐਵਰੀ ਡੇ ਹੁੰਦੀ ਹੈ LMC। ਓਨ, ਐਕਵਾਇਰ, ਐਡਮਿਨਿਸਟਰ ਮੂਵੇਬਲ ਇਮੂਵੇਬਲ ਪ੍ਰੋਪਰਟੀ। ਅਤੇ ਜਿਹੜੀ ਧਾਰਮਿਕ ਸੰਸਥਾ ਹੈ ਉਹ ਕੋਈ ਵੀ ਦੇਖੋ, ਰਾਈਟ ਟੂ ਪ੍ਰੋਪਰਟੀ ਵੈਸੇ ਫੰਡਾਮੈਂਟਲ ਰਾਈਟ ਨਹੀਂ ਹੈਗੀ, ਧਿਆਨ ਦੇਣ ਵਾਲੀ ਚੀਜ਼ ਹੈਗੀ। ਆਪਾਂ ਨੂੰ ਪਹਿਲਾਂ ਵੀ ਕਹਿ ਕੇ ਹਟਿਆ ਕਿ ਰਾਈਟ ਟੂ ਪ੍ਰੋਪਰਟੀ ਫੰਡਾਮੈਂਟਲ ਰਾਈਟ ਨਹੀਂ ਹੈਗੀ, ਬਟ ਜਿਹੜੀਆਂ ਰਿਲੀਜੀਅਸ ਡਿਨੋਮੀਨੇਸ਼ਨਸ ਨੇਗੀਆਂ, ਧਾਰਮਿਕ ਸੰਸਥਾਵਾਂ ਨੇ, ਉਹਨਾਂ ਕੋਲੇ ਅੱਜ ਵੀ ਰਾਈਟ ਟੂ ਪ੍ਰੋਪਰਟੀ ਹੈਗੀ ਆ। ਇਹ ਬੜੀ ਧਿਆਨ ਦੇਣ ਵਾਲੀ ਚੀਜ਼ ਹੈਗੀ, ਠੀਕ ਹੈ। ਉਹਨਾਂ ਕੋਲੇ ਇਹ ਦੇਖੋ ਫੰਡਾਮੈਂਟਲ ਰਾਈਟ ਚੱਲ ਰਹੀਆਂ ਨੇਗੀਆਂ ਆਪਣੀਆਂ, ਹੈ ਨਾ, ਆਪਾਂ ਫੰਡਾਮੈਂਟਲ ਰਾਈਟਸ ਪੜ੍ਹ ਰਹੇ ਹਾਂ ਨਾ, ਤਾਂ ਉਹਦੇ ਵਿੱਚ ਵੀ ਪ੍ਰੋਪਰਟੀ ਦੀ ਗੱਲ ਹੋ ਰਹੀ ਹੈਗੀ। ਕਦੋਂ ਹੋ ਰਹੀ ਹੈ? ਜਦੋਂ ਕਿ ਧਾਰਮਿਕ ਸੰਸਥਾ ਦੀ ਗੱਲ ਹੋ ਰਹੀ ਹੈ ਕਿਸੇ ਦੀ, ਤਾਂ ਧਾਰਮਿਕ ਸੰਸਥਾ ਕੋਲੇ ਪੂਰਾ ਰਾਈਟ ਹੈਗਾ ਕਿ ਉਹ ਖਰੀਦ ਸਕਦੀ ਹੈ, ਐਕਵਾਇਰ ਕਰ ਸਕਦੀ ਹੈ ਜਾਂ ਐਡਮਿਨਿਸਟਰ ਕਰ ਸਕਦੀ ਹੈ ਕੋਈ ਵੀ ਪ੍ਰੋਪਰਟੀ ਨੂੰ, ਠੀਕ ਹੈ। ਤਾਂ ਰਾਈਟ ਟੂ ਪ੍ਰੋਪਰਟੀ ਹਲੇ ਵੀ ਹੈਗੀ ਹੈ, ਫੰਡਾਮੈਂਟਲ ਰਾਈਟ ਹੈਗੀ ਹੈ। ਕਿਹਦੇ ਲਈ ਹੈਗੀ ਹੈ? ਰਿਲੀਜੀਅਸ ਡਿਨੋਮੀਨੇਸ਼ਨ ਦੀ। ਜਸਟ ਅ ਮਿੰਟ ਪਲੀਜ਼। ਅਗੇਨ ਇਹ ਕੀ ਹੈ? ਸਬਜੈਕਟ ਟੂ ਪਬਲਿਕ ਆਰਡਰ, ਮੋਰੈਲਿਟੀ, ਠੀਕ ਹੈ ਨਾ। ਇਹ ਵੀ ਜਿਹੜੀਆਂ ਧਾਰਮਿਕ ਸੰਸਥਾ ਦੀ ਜਿਹੜੀ ਫੰਡਾਮੈਂਟਲ ਰਾਈਟਸ ਨੇ ਉਹ ਵੀ ਸਬਜੈਕਟ टू पब्लिक ऑर्डर है। पब्लिक ऑर्डर अगेन वही लॉ एंड ऑर्डर सिंपली, ठीक है। सर आप कहाँ से हैं? जतिंदर कुमार। मैं पंजाब तो ही हाँ सर, पंजाब तो ही हाँ सारे, मैं पटियाला तो ही हाँ बेसिकली। 3 कंडीशंस बीइंग रिलीजियस डिनोमिनेशंस, ठीक है। कलेक्शन ऑफ इंडिविजुअल्स हैविंग अ सिस्टम ऑफ बेनिफिट बिलीव्स कॉमन और, चलो कोई ज़्यादा इंपॉर्टेंट नहीं है। आर्टिकल 27 ਜਿਹੜਾ फ्रीडम फ्रॉम टैक्सेशन फॉर प्रमोशन ऑफ रिलीजन। ਮੈਨੂੰ ਕੋਈ ਸੰਸਥਾ ਜਾਂ ਕੋਈ ਵੀ ਸਰਕਾਰ ਮੇਰੇ ਤੋਂ ਟੈਕਸ ਨਹੀਂ ਲੈ ਸਕਦੀ ਇਹ ਕਹਿ ਕੇ ਕਿ ਉਸਨੇ ਰਾਮ ਮੰਦਰ ਬਣਾਉਣਾ ਹੈ ਜਾਂ ਕੋਈ ਹੋਰ, ਮਤਲਬ ਸੌਰੀ ਮੈਂ ਨਾਮ ਨਹੀਂ ਲਵਾਂਗਾ, ਵੀ ਮੈਨੇ ਕੋਈ ਹੋਰ ਧਰਮ ਦਾ ਕੋਈ ਪ੍ਰੋਪੇਗੇਸ਼ਨ ਕਰਨੀ ਹੈ ਤਾਂ ਮੇਰੇ ਤੋਂ ਕੋਈ ਟੈਕਸੇਸ਼ਨ ਨਹੀਂ ਲੈ ਸਕਦੀ। ਮੇਰੀ ਆਪਣੀ ਸ਼ਰਧਾ ਹੈ, ਮੈਂ ਜਿੰਨਾ ਮਰਜ਼ੀ ਰਾਮ ਮੰਦਰ 'ਚ ਡੋਨੇਟ ਕਰਾਂ, ਮੈਂ ਕਿਸੇ ਗੁਰਦੁਆਰੇ 'ਚ ਮੱਥਾ ਟੇਕ ਕੇ ਆਵਾਂ, ਮੇਰੀ ਆਪਣੀ ਸ਼ਰਧਾ ਹੈ। ਮੈਥੋਂ ਸਰਕਾਰ ਟੈਕਸੇਸ਼ਨ ਨਹੀਂ ਲੈ ਸਕਦੀ, ਟੈਕਸ ਨਹੀਂ ਲੈ ਸਕਦੀ ਇਹ ਕਲੇਮ ਕਰਕੇ ਕਿ ਸਰਕਾਰ ਨੇ ਕੋਈ ਕਿਸੇ ਧਾਰਮਿਕ ਸੰਸਥਾ ਦਾ ਜਾਂ ਕਿਸੇ ਧਰਮ ਦੀ ਪ੍ਰੋਪੇਗੇਸ਼ਨ ਲਈ ਕੰਮ ਕਰਨਾ ਹੈ। ਮੈਥੋਂ ਸਰਕਾਰ ਨਹੀਂ ਇਹ ਚੀਜ਼ ਕਹਿ ਸਕਦੀ ਆਪਾਂ ਨੂੰ, ਠੀਕ ਹੈ। ਨੋ ਪਰਸਨ ਕੰਪੈਲਡ ਟੂ ਪੇ ਟੈਕਸ, ਠੀਕ ਹੈ, ਉਹੀ ਚੀਜ਼ ਕਹਿ ਰਿਹਾ, ਕਿਸੇ ਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ ਟੈਕਸ ਪੇ ਕਰਨ ਲਈ, ਕਿਉਂਕਿ ਪ੍ਰਮੋਸ਼ਨ ਆਫ ਰਿਲੀਜਨ, ਕਿਉਂਕਿ ਆਪਾਂ ਪਹਿਲਾਂ ਆਪਾਂ ਨੂੰ ਪਤਾ ਹੈ ਆਪਣੀ ਜਿਹੜੀ ਸਟੇਟ ਹੈ ਉਹ ਸੈਕੂਲਰ ਸਟੇਟ ਹੈਗੀ, ਤਾਂ ਕੋਈ ਵੀ ਜਿਹੜੀ ਸਰਕਾਰ ਹੈ ਜਾਂ ਪਾਰਲੀਮੈਂਟ ਹੈਗੀ ਉਹ ਕਿਸੇ ਇੱਕ ਧਰਮ ਦੇ ਪ੍ਰੋਪੇਗੇਸ਼ਨ ਲਈ ਕਿਸੇ ਇੱਕ ਧਰਮ ਨੂੰ ਜ਼ਿਆਦਾ ਤਵੱਜੋ ਨਹੀਂ ਦੇ ਸਕਦੀ। ਸਾਰੇ ਧਰਮਾਂ ਨੂੰ ਬਰਾਬਰ ਤਵੱਜੋ ਹੀ ਮਿਲੂਗੀ ਆਪਣੇ ਦੇਸ਼ ਦੇ ਵਿੱਚ, ਇਹੀ ਆਪਣਾ ਮਤਲਬ ਹੈ ਸੈਕੂਲਰ ਹੋਣ ਦਾ, ਠੀਕ ਹੈ। ਚਲੋ, ਫਰੀडम फॉर अटेंडिंग रिलीजियस इंस्ट्रक्शंस। आर्टिकल 28 ਕੀ ਕਹਿ ਰਿਹਾ? ਹੁਣ ਦੇਖੋ ਕਿਸੇ ਵੀ ਮੰਨ ਲਓ ਕੋਈ ਸਕੂਲ ਹੈ ਜਾਂ ਕੋਈ ਹੋਰ ਸੰਸਥਾ ਹੈਗੀ, ਉੱਥੇ ਕੋਈ ਰਿਲੀਜੀਅਸ ਇੰਸਟਰਕਸ਼ਨ, ਕੋਈ ਪਾਠ ਚੱਲ ਰਿਹਾ ਜਾਂ ਕੋਈ ਹੋਰ ਲੈਕਚਰ ਚੱਲ ਰਿਹਾ, ਕੋਈ ਸਤਸੰਗ ਚੱਲ ਰਿਹਾ, ਤਾਂ ਉੱਥੇ ਵੀ ਮੈਨੂੰ ਅਟੈਂਡ ਕਰਨ ਤੋਂ ਕੋਈ ਕੰਪੈਲ ਨਹੀਂ ਕਰ ਸਕਦਾ ਵੀ ਤੁਹਾਨੂੰ ਬੈਠਣਾ ਹੀ ਪਊਗਾ ਇੱਥੇ, ਇਹ ਮੇਰੀ ਮਰਜ਼ੀ ਹੈ, ਮੈਂ ਬੈਠਾ ਨਾ ਬੈਠਾ, ਠੀਕ ਹੈ ਨਾ। ਫਰੀडम ਫਰੋਮ ਅਟੈਂਡਿੰਗ ਰਿਲੀਜੀਅਸ ਇੰਸਟਰਕਸ਼ਨ, ਕੋਈ ਸਤਸੰਗ ਚੱਲ ਰਿਹਾ ਤਾਂ ਮੈਨੂੰ ਕੋਈ ਕੰਪੈਲ ਨਹੀਂ ਕਰ ਸਕਦਾ ਵੀ ਤੁਸੀਂ ਇੱਥੇ ਬੈਠੋ, ਠੀਕ ਹੈ। ਚਲੋ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ।
स्टेट हैव नो रिलीजन बट पीपल हैव, बिल्कुल बिल्कुल। कल्चरल तो एजुकेशनल राइट्स ये भी इंपॉर्टेंट है जी, आर्टिकल 29 तो आर्टिकल 30 ਦੇ ਵਿੱਚ ਆ ਜਾਂਦਾ ਹੈਗਾ, ठीक है। ਹੁਣ ਆਰਟੀਕਲ 29 ਕੀ ਕਹਿ ਰਿਹਾ ਹੈਗਾ, ਆਰਟੀਕਲ 29 ਕੀ ਕਹਿ ਰਿਹਾ ਹੈ, ਦੇਖੋ ਜ਼ਿਆਦਾਤਰ ਇਹ ਮਾਈਨੋਰਿਟੀਜ਼ ਦੇ ਨਾਲ ਰਿਲੇਟਡ ਹੈਗਾ, ਪ੍ਰੋਟੈਕਸ਼ਨ ਆਫ ਇੰਟਰਸਟ ਆਫ ਮਾਈਨੋਰਿਟੀ ਮਤਲਬ ਕੀ ਹੈ, ਮਾਈਨੋਰਿਟੀ ਕਿਹੜੀ, ਰਿਲੀਜੀਅਸ ਵੀ ਹੋ ਸਕਦੀ ਹੈ ਅਤੇ ਲਿੰਗੁਇਸਟਿਕ ਵੀ ਹੋ ਸਕਦੀ ਹੈ। ਦੇਖੋ ਪੰਜਾਬ ਦੇ ਵਿੱਚ ਜਿਹੜੀ ਰਿਲੀਜੀਅਸ ਮਾਈਨੋਰਿਟੀ ਹੈ, ਪੰਜਾਬ ਦੀ ਗੱਲ ਨਹੀਂ ਕਰਾਂਗੇ ਆਪਾਂ, ਇੰਡੀਆ ਦੇ ਵਿੱਚ ਜਿਹੜੀਆਂ ਰਿਲੀਜੀਅਸ ਮਾਈਨੋਰਿਟੀਜ਼ ਨੇਗੀਆਂ ਉਹ ਕਿਹੜੀਆਂ ਨੇ, ਜਿਵੇਂ ਮੁਸਲਿਮਸ ਹੋ ਗਏ ਹੈ ਨਾ, ਤਾਂ ਮੁਸਲਿਮਸ ਨੇ ਜਿਹੜੇ ਮਾਈਨੋਰਿਟੀਜ਼ ਨੇ ਜਾਂ ਹੋਰ ਵੀ ਜਿਹੜੇ ਮਾਈਨੋਰਿਟੀਜ਼ ਨੇਗੀਆਂ ਉਹ ਰਿਲੀਜਨ ਦੇ ਬੇਸ 'ਤੇ ਨੇਗੀਆਂ। ਲਿੰਗੁਇਸਟਿਕ ਕਿਹੜੀਆਂ ਹੋਈਆਂ ਕਿ ਜਿਹਨਾਂ ਦੀ ਲੈਂਗੁਏਜ ਬਹੁਤ ਘੱਟ ਹੈਗੀ, ਜਿਵੇਂ ਸ਼ਡਿਊਲ ਟਰਾਈਬਸ ਨੇਗੀਆਂ, ਠੀਕ ਹੈ ਨਾ, ਉਹਨਾਂ ਦੇ ਜਿਹੜੇ ਲੈਂਗੁਏਜਸ ਨੇਗੀਆਂ ਉਹ ਖਤਰੇ ਦੇ ਵਿੱਚ ਨੇਗੀਆਂ, ਜੇ ਉਹਨਾਂ ਦੀ ਹੈਲਪ ਨਾ ਕੀਤੀ ਗਈ ਤਾਂ ਉਹ ਜਿਹੜੀਆਂ ਲੈਂਗੁਏਜਸ ਨੇ ਉਹ ਐਕਸਟੈਂਡ ਵੀ ਹੋ ਸਕਦੀਆਂ ਨੇਗੀਆਂ। ਤਾਂ ਮਾਈਨੋਰਿਟੀਜ਼ ਨੂੰ ਕੁਛ ਨਾ ਕੁਛ ਸਪੈਸ਼ਲ ਪ੍ਰੋਵੀਜ਼ਨ ਦਿੱਤੀ ਹੁੰਦੀ ਹੈ ਕਿ ਉਹ ਆਪਣੇ ਆਪਣੀ ਜਿਹੜੀ ਸੰਸਥਾਵਾਂ ਨੇ ਆਪਣੀ ਲੈਂਗੁਏਜ ਨੂੰ ਕੰਜ਼ਰਵ ਕਰਨ ਵਾਸਤੇ ਕੁਛ ਨਾ ਕੁਛ ਇੰਸਟੀਟਿਊਸ਼ਨ ਬਣਾ ਸਕਦੇ ਨੇ, ਠੀਕ ਹੈ। ਪਰ ਇਹ ਚੀਜ਼ ਹੋਰ ਹੈਗੀ, ਦੇਖੋ ਆਪਾਂ ਗੱਲ ਕੀ ਕਰ ਰਹੇ ਹਾਂ, ਕੰਜ਼ਰਵ ਦਾ ਲੈਂਗੁਏਜ, ਸਕ੍ਰਿਪਟ, ਕਲਚਰ। ਜਿਹੜਾ ਆਰਟੀਕਲ 29 ਹੈ ਇਹ ਕੀ ਕਹਿ ਰਿਹਾ ਹੈ ਕਿ ਕਿਸੇ ਵੀ ਜਿਹੜੀ ਮਾਈਨੋਰਿਟੀ ਹੈਗੀ, ਇਹ ਆਪਾਂ ਪਹਿਲਾਂ ਤਾਂ ਦੇਖੋ ਧਿਆਨ ਨਾਲ ਸੁਣੋ ਦੁਬਾਰਾ, ਕੌਨਸਟੀਟਿਊਸ਼ਨ ਆਰਟੀਕਲ 29 ਦੀ ਗੱਲ ਕਰ ਰਹੇ ਹਾਂ ਆਪਾਂ। ਆਰਟੀਕਲ 29 ਕਹਿ ਰਿਹਾ ਵੀ ਜਿਹੜੀਆਂ ਮਾਈਨੋਰਿਟੀਜ਼ ਨੇਗੀਆਂ ਉਹ ਲੈਂਗੁਏਜ ਨੂੰ ਕੰਜ਼ਰਵ ਕਰ ਸਕਦੀਆਂ ਨੇ, ਆਪਣੀ ਸਕ੍ਰਿਪਟ ਮਤਲਬ ਕੀ ਹੈ, ਜਿਹੜੀ ਸਕ੍ਰਿਪਟ ਕੀ ਹੁੰਦੀ ਹੈ, ਲਿਪੀ, ਆਪਣੇ ਕਲਚਰ ਨੂੰ ਪ੍ਰੀਜ਼ਰਵ ਕਰ ਸਕਦੀ ਹੈ। ਬਟ ਸੁਪਰੀਮ ਕੋਰਟ ਕੀ ਕਹਿੰਦਾ ਹੈ ਕਿ ਇਹ ਚੀਜ਼ਾਂ ਸਿਰਫ ਮਾਈਨੋਰਿਟੀਜ਼ ਦੇ ਨਾਲ ਰਿਲੇਟਡ ਨਹੀਂ ਹੈਗੀਆਂ, ਉਹ ਤਾਂ ਦੇਖੋ ਕੋਈ ਵੀ ਬੰਦਾ ਹੈ, ਚਾਹੇ ਮੈਜੋਰਿਟੀ ਹੈ, ਚਾਹੇ ਹਿੰਦੂ ਧਰਮ ਦੇ ਬੰਦੇ ਨੇਗੇ, ਹਿੰਦੂ ਧਰਮ ਕੋਲੇ ਪੂਰਾ ਹੱਕ ਹੈਗਾ ਕਿ ਆਪਣੇ ਲੈਂਗੁਏਜ ਨੂੰ, ਆਪਣੇ ਕਲਚਰ ਨੂੰ, ਆਪਣੀ ਸਕ੍ਰਿਪਟ ਨੂੰ, ਜਾਂ ਕੋਈ ਹੋਰ ਜਿਹੜੀ ਲਿੰਗੁਇਸਟਿਕ ਮੈਜੋਰਿਟੀ ਹੈ, ਜਾਂ ਹਿੰਦੀ ਬੋਲਣ ਵਾਲੇ ਲੋਕ ਨੇ ਜਾਂ ਪੰਜਾਬੀ ਬੋਲਣ ਵਾਲੇ ਲੋਕ ਨੇ, ਉਹਨਾਂ ਕੋਲੇ ਪੂਰੀ ਹੱਕ ਹੈ ਕਿ ਆਪਣੇ ਲੈਂਗੁਏਜ ਦੀ ਕੰਜ਼ਰਵ ਕਰਨ ਵਾਸਤੇ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਾਵੇ। ਤਾਂ ਇਹ ਕੀ ਮਤਲਬ, ਇਹਦਾ ਮਤਲਬ ਕੀ ਹੈ, ਜਿਹੜਾ ਆਰਟੀਕਲ 29 ਹੈ ਇਟ ਡੀਲਸ ਬੋਥ ਵਿਦ ਦ ਮਾਈਨੋਰਿਟੀਜ਼ ਐਂਡ ਮੈਜੋਰਿਟੀ, ਠੀਕ ਹੈ ਨਾ। ਤਾਂ ਇਹਦੇ ਵਿੱਚ ਕੋਈ ਮਾਈਨੋਰਿਟੀ ਵਾਲਾ ਚੱਕਰ ਨਹੀਂ ਰਹਿ ਜਾਂਦਾ, ਕੋਈ ਵੀ ਸੈਕਸ਼ਨ ਹੈ ਉਹ ਆਪਣੇ ਲੈਂਗੁਏਜ ਲਈ, ਆਪਣੇ ਕਲਚਰ ਲਈ ਕੰਜ਼ਰਵ ਕਰ ਸਕਦਾ, ਠੀਕ ਹੈ ਨਾ, ਕੋਈ ਵੀ ਸੈਕਸ਼ਨ ਆਫ ਸਿਟੀਜ਼ਨ ਹੈਗਾ, ਠੀਕ ਹੈ। ਪ੍ਰੋਟੈਕਸ਼ਨ ਆਫ ਦ ਕਲਚਰ, ਬਿਲਕੁਲ। ਆਰਟੀਕਲ 30 ਦੀ ਗੱਲ ਕਰੀਏ ਆਪਾਂ, ਆਰਟੀਕਲ 30 ਦੀ ਗੱਲ ਕਰੀਏ, ਇਹ ਸਿਰਫ ਔਰ ਸਿਰਫ ਮਾਈਨੋਰਿਟੀ ਦੇ ਨਾਲ ਰਿਲੇਟਡ ਹੈਗਾ, ਠੀਕ ਹੈ। ਜਿਹੜਾ ਆਰਟੀਕਲ 29 ਸੀਗਾ ਇਹ ਦੋਨੋਂ ਸੀਗੇ, ਮਾਈਨੋਰਿਟੀ ਵੀ ਅਤੇ ਮੈਜੋਰਿਟੀ ਵੀ, ਇਹ ਦੋਨਾਂ ਨਾਲ ਰਿਲੇਟਡ ਸੀਗਾ ਆਰਟੀਕਲ 29 ਸੀ। ਜਿਹੜਾ ਆਰਟੀਕਲ 30 ਹੈ ਉਹ ਸਿਰਫ ਮਾਈਨੋਰਿਟੀ ਦੇ ਨਾਲ ਰਿਲੇਟਡ ਹੈਗਾ, ਠੀਕ ਹੈ। ਰਾਈਟ ਆਫ ਮਾਈਨੋਰਿਟੀਜ਼ ਟੂ ਐਸਟੈਬਲਿਸ਼ ਐਂਡ ਐਡਮਿਨਿਸਟਰ ਐਜੂਕੇਸ਼ਨਲ ਇੰਸਟੀਟਿਊਸ਼ਨ, ਮਤਲਬ ਕੀ ਹੈ, ਮਾਈਨੋਰਿਟੀਜ਼ ਕੋਲੇ ਪੂਰਾ ਅਧਿਕਾਰ ਹੈ, ਫੰਡਾਮੈਂਟਲ ਰਾਈਟ ਹੈ ਕਿ ਆਪਣੇ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨ ਬਣਾ ਸਕਦੀ ਹੈ। ਦੇਖੋ ਹੁਣ ਤੁਸੀਂ ਕੌਨਵੈਂਟ ਸਕੂਲ ਆਪਾਂ ਦੇਖਦੇ ਹਾਂ, ਹੈ ਨਾ, ਜਿਹੜੇ ਕ੍ਰਿਸਚਨਸ ਦੇ ਕੌਨਵੈਂਟ ਸਕੂਲ ਨੇ, ਤਾਂ ਉਹ ਵੀ ਫੰਡਾਮੈਂਟਲ ਰਾਈਟ ਦੇ ਅੰਡਰ ਆ ਜਾਂਦਾ ਹੈਗਾ, ਠੀਕ ਹੈ, ਕਿ ਜਿਹੜੀਆਂ ਮਾਈਨੋਰਿਟੀਜ਼ ਨੇਗੀਆਂ ਉਹ ਆਪਣੀਆਂ ਐਜੂਕੇਸ਼ਨਲ ਇੰਸਟੀਟਿਊਸ਼ਨ ਖੋਲ੍ਹ ਸਕਦੇ ਨੇਗੇ, ਜਿਵੇਂ ਆਪਣੇ ਕੌਨਵੈਂਟ ਸਕੂਲ ਹੋ ਗਏ, ਠੀਕ ਹੈ। ਹੁਣ ਇਹਦੇ ਵਿੱਚ ਵੀ ਦੇਖੋ ਐਕੋ ਦੀ ਪ੍ਰੋਪਰਟੀ ਦੀ ਗੱਲ ਆ ਜਾਂਦੀ ਹੈਗੀ, ਠੀਕ ਹੈ। ਮਤਲਬ ਕੀ ਹੈ, ਸਟੇਟ ਕੰਪਲਸਰੀ ਐਕੁਇਜ਼ੀਸ਼ਨ ਪ੍ਰੋਪਰਟੀ ਨੋਟ ਰਾਈਟਸ। ਆਪਾਂ ਨੇ ਦੇਖੋ ਰਾਈਟ ਟੂ ਪ੍ਰੋਪਰਟੀ ਦੀ ਗੱਲ ਕਰਕੇ ਹਟੇ ਹਾਂ ਕਿ ਆਪਾਂ ਰਾਈਟ ਟੂ ਪ੍ਰੋਪਰਟੀ ਆਪਣਾ ਫੰਡਾਮੈਂਟਲ ਰਾਈਟ ਦੇ ਵਿੱਚ ਨਹੀਂ ਹੈਗਾ, ਠੀਕ ਹੈ ਨਾ। ਬਟ ਹਾਲੇ ਵੀ ਦੋ ਜਗ੍ਹਾ 'ਤੇ ਫੰਡਾਮੈਂਟਲ ਰਾਈਟ ਟੂ ਪ੍ਰੋਪਰਟੀ ਹੈਗੀ ਹੈ। ਇੱਕ ਤਾਂ ਆਪਾਂ ਪਹਿਲਾਂ ਕਰਕੇ ਹਟੇ ਹਾਂ ਕਿ ਜਿਹੜੀਆਂ ਧਾਰਮਿਕ ਸੰਸਥਾਵਾਂ ਨੇਗੀਆਂ, ਇੱਕ ਇੱਥੇ ਜਦੋਂ ਕਿ ਮਾਈਨੋਰਿਟੀ ਐਜੂਕੇਸ਼ਨਲ ਇੰਸਟੀਟਿਊਸ਼ਨ ਆ ਜਾਣ, ਤਾਂ ਹੁਣ ਤੁਸੀਂ ਧਿਆਨ ਰੱਖਣਾ ਹੈ ਸਿਰਫ ਔਰ ਸਿਰਫ ਦੋ ਜਗ੍ਹਾ 'ਤੇ ਇਹ ਚੀਜ਼ ਹੈਗੀ ਹੈ, ਫੰਡਾਮੈਂਟਲ ਰਾਈਟ ਟੂ ਪ੍ਰੋਪਰਟੀ ਹਾਲੇ ਵੀ ਹੈਗੀ ਹੈ। ਇੱਕ ਤਾਂ ਧਾਰਮਿਕ ਸੰਸਥਾ, ਇੱਕ ਮਾਈਨੋਰਿਟੀ ਦੇ, ਧਿਆਨ ਰੱਖਣਾ ਉਰੇ ਰਿਲੀਜਨ ਤਾਂ ਕੋਈ ਵੀ ਹੋਇਆ, ਬਟ ਜਿਹੜਾ ਹੁਣ ਗੱਲ ਕਰ ਰਹੇ ਆਪਾਂ ਮਾਈਨੋਰਿਟੀ ਦੀ ਗੱਲ ਕਰ ਰਹੇ ਹਾਂ, ਮਾਈਨੋਰਿਟੀ ਦੇ ਜਿਹੜੇ ਐਜੂਕੇਸ਼ਨਲ ਇੰਸਟੀਟਿਊਸ਼ਨ ਨੇਗੇ, ਜਿਵੇਂ ਕਿ ਤੁਸੀਂ ਕੌਨਵੈਂਟ ਸਕੂਲ ਦਾ ਐਗਜ਼ਾਮਪਲ ਯਾਦ ਰੱਖ ਸਕਦੇ ਹੋ ਕਿ ਕੌਨਵੈਂਟ ਸਕੂਲ ਨੇ, ਉਹਨਾਂ ਨੂੰ ਰਾਈਟ ਟੂ ਪ੍ਰੋਪਰਟੀ ਹਲੇ ਵੀ ਹੈਗੀ ਆ, ਠੀਕ ਹੈ। ਇਹ ਦੋ ਰਾਈਟ ਟੂ ਪ੍ਰੋਪਰਟੀ ਅੱਜ ਵੀ ਹੈਗੀਆਂ ਨੇ ਫੰਡਾਮੈਂਟਲ ਰਾਈਟ, ਠੀਕ ਹੈ, ਇੱਕ ਧਾਰਮਿਕ ਸੰਸਥਾ, ਇੱਕ ਮਾਈਨੋਰਿਟੀ ਦੇ ਐਜੂਕੇਸ਼ਨ ਇੰਸਟੀਟਿਊਸ਼ਨ, ਠੀਕ ਹੈ। ਹੁਣ ਜਿਹੜੀ ਟਰਮ ਮਾਈਨੋਰਿਟੀ ਹੈ ਉਹ ਡਿਫਾਈਨ ਨਹੀਂ ਹੈਗੀ ਕਿਤੇ, ਠੀਕ ਹੈ, ਬਸ ਇਹਦੀ ਤੁਹਾਨੂੰ ਲੋੜ ਨਹੀਂ ਹੈਗੀ, ਠੀਕ ਹੈ। ਇਹ ਕਿਤੇ ਡਿਫਾਈਨ ਨਹੀਂ ਹੈਗੀ ਮਾਈਨੋਰਿਟੀ ਹੈਗੀ, ਇਹ ਸਿਰਫ ਆਪਣੀ ਅੰਡਰਸਟੈਂਡਿੰਗ ਹੈਗੀ ਵੀ ਕਿਹੜੀ ਹੋਣੀ ਚਾਹੀਦੀ ਹੈ, ਠੀਕ ਹੈ। ਚਲੋ ਆਪਾਂ ਲਾਸਟ ਆਰਟੀਕਲ ਕਰ ਰਹੇ ਆਪਾਂ, ਠੀਕ ਹੈ। ਆਰਟੀਕਲ 32 ਜਿਹੜਾ ਸਭ ਤੋਂ ਵੈਰੀ ਇੰਪੋਰਟੈਂਟ ਆਰਟੀਕਲ ਹੈਗਾ। ਦੇਖੋ ਸਾਰੇ ਆਰਟੀਕਲ ਇੰਪੋਰਟੈਂਟ ਨੇ ਫੰਡਾਮੈਂਟਲ ਰਾਈਟਸ ਦੇ, ਫੰਡਾਮੈਂਟਲ ਰਾਈਟ ਪੂਰਾ ਚੈਪਟਰ ਹੀ ਇੰਪੋਰਟੈਂਟ ਹੈਗਾ, ਠੀਕ ਹੈ। ਇਸ ਨੂੰ ਸੋਲ ਐਂਡ ਹਾਰਟ ਕਿਹਾ ਗਿਆ ਸੀਗਾ, BR ਅੰਬੇਦਕਰ ਇਹਨਾਂ ਨੂੰ ਕਹਿੰਦੇ ਸੀਗੇ ਸੋਲ ਐਂਡ ਹਾਰਟ ਆਫ ਕੌਨਸਟੀਟਿਊਸ਼ਨ, ਜਿਹੜਾ ਫੰਡਾਮੈਂਟਲ ਰਾਈਟ ਹੈਗਾ। ਆਰਟੀਕਲ 32 ਨੂੰ ਜਿਹੜਾ ਕੀ ਹੈਗਾ ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼, ਠੀਕ ਹੈ। ਦੇਖੋ ਫੰਡਾਮੈਂਟਲ ਰਾਈਟਸ ਹੋਣੀਆਂ ਅਲੱਗ ਚੀਜ਼ ਹੈਗੀ, ਠੀਕ ਹੈ। ਰਾਈਟ ਟੂ ਫਰੀਡਮ ਹੈਗੀ ਮੇਰੇ ਕੋਲ ਆਰਟੀਕਲ 19 ਦੇ ਵਿੱਚ, ਪਰ ਉਸ ਰਾਈਟ ਦੀ ਇਨਫੋਰਸਮੈਂਟ ਹੋਣੀ, ਠੀਕ ਹੈ। ਹੁਣ ਮੰਨ ਲਓ
किसी ने मेरी राइट वायलेट करती, सरकार ने मेरा इंटरनेट बंद करता, मेरी बोलने की आज़ादी खो ली मेथों, ठीक है। ਤਾਂ ਹੁਣ ਉਹ ਫਿਰ ਉਹਦਾ ਇਲਾਜ ਕੀ ਹੈਗਾ? ਇੱਕ ਫੰਡਾਮੈਂਟਲ ਰਾਈਟ ਹੈਗੀ ਆ, ਵੈਲ ਐਂਡ ਗੁੱਡ ਹੈ, ਠੀਕ ਹੈ, ਮੇਰੇ ਕੋਲ ਬੋਲਣ ਦੀ ਆਜ਼ਾਦੀ ਹੈਗੀ ਹੈ, ਬਟ ਜੇ ਉਹ ਆਜ਼ਾਦੀ ਖੋਹ ਲਈ ਜਾਵੇ ਸਰਕਾਰ, ਮੈਨੂੰ ਉਹ ਆਜ਼ਾਦੀ ਖੋਹ ਲੇ, ਫਿਰ ਮੇਰੇ ਕੋਲ ਕੀ ਹੱਲ ਹੈ? ਤਾਂ ਉਸ ਦਾ ਹੱਲ ਆਰਟੀਕਲ 32 ਹੈਗਾ, ਠੀਕ ਹੈ। ਸਾਰੇ ਆਰਟੀਕਲਸ ਦਾ ਸਾਰੇ ਨਿਚੋੜ ਕੀ ਹੈਗਾ? ਇਹੀ ਹੈਗਾ ਕਿ ਇਨਫੋਰਸਮੈਂਟ ਦੀ ਗੱਲ ਆਉਂਦੀ ਹੈ। ਦੇਖੋ ਆਰਟੀਕਲ ਤਾਂ ਹੈ ਹੀ ਗਏ ਨੇ, ਫੰਡਾਮੈਂਟਲ ਰਾਈਟਸ ਤਾਂ ਹੈਗੀਆਂ ਨੇ, ਬਟ ਇਨਫੋਰਸਮੈਂਟ ਜਿਹੜੀ ਉਹ ਜ਼ਰੂਰੀ ਹੁੰਦੀ ਹੈਗੀ ਵੀ ਉਹ ਲਾਗੂ ਕਿਵੇਂ ਹੋਣਗੀਆਂ, ਠੀਕ ਹੈ। ਤਾਂ ਆਰਟੀਕਲ 32 ਉਹਨਾਂ ਨੂੰ ਲਾਗੂ ਕਰੂਗਾ, ਠੀਕ ਹੈ। ਇਸ ਤਾਂ ਹੀ ਕਹਿੰਦਾ ਹੈ ਕੌਂਸਟੀਟਿਊਸ਼ਨਲ ਰੈਮੇਡੀ ਮਤਲਬ ਕੀ ਹੈ? ਹੱਲ ਹੋਣਾ, ਸੋਲੂਸ਼ਨ ਹੋਣਾ। ਕੌਂਸਟੀਟਿਊਸ਼ਨ ਸੰਵਿਧਾਨਿਕ ਸੋਲੂਸ਼ਨ ਹੈਗਾ ਆਪਣੇ ਕੋਲੇ, ਠੀਕ ਹੈ ਨਾ। ਇਸੇ ਕਰਕੇ ਜਿਹੜਾ BR ਅੰਬੇਦਕਰ ਨੇ ਆਰਟੀਕਲ 32 ਨੂੰ ਸੋਲ ਐਂਡ ਹਾਰਟ ਆਫ ਕੌਂਸਟੀਟਿਊਸ਼ਨ ਕਹਿ ਰਹੇ ਨੇਗੇ, ਠੀਕ ਹੈ। ਚਲੋ ਅਗੇਨ ਉਹੀ ਗੱਲ ਕਰ ਰਹੀ ਹੈ, ਮਸ਼ੀਨਰੀ ਫੋਰ ਐਨਫੋਰਸਮੈਂਟ ਅਗੇਨ 32 ਆਰਟੀਕਲ ਕੀ ਕਹਿ ਰਿਹਾ ਹੈਗਾ ਕਿ ਸਾਡੇ ਕੋਲੇ ਸਿੱਧਾ ਸੁਪਰੀਮ ਕੋਰਟ ਜਾਣ ਦੀ ਆਪਣੇ ਕੋਲੇ ਪ੍ਰੋਵੀਜ਼ਨ ਹੈਗੀ ਹੈ ਕਿ ਅਗਰ ਮੇਰੇ ਫੰਡਾਮੈਂਟਲ ਰਾਈਟ ਵਾਇਲੇਟ ਹੋ ਰਹੇ ਨੇ ਤਾਂ ਮੈਂ ਸਿੱਧਾ ਸੁਪਰੀਮ ਕੋਰਟ ਜਾ ਸਕਦਾ। ਆਰਟੀਕਲ 32 ਦੇ ਵਿੱਚ ਰਿਟ ਪਟੀਸ਼ਨਸ ਆ ਜਾਂਦੀਆਂ ਨੇਗੀਆਂ। ਹਾਂਜੀ, ਰਿਟ ਆਪਾਂ ਅੱਗੇ ਪੜ੍ਹਦੇ ਹਾਂ, ਰਿਟ ਪਟੀਸ਼ਨਸ, ਠੀਕ ਹੈ। ਆਰਟੀਕਲ 32 ਦੇ ਵਿੱਚ ਆ ਜਾਂਦੀਆਂ ਨੇਗੀਆਂ। ਕੁਛ ਤਰ੍ਹਾਂ ਦੀਆਂ ਕੁਛ ਰਿਟਸ ਨੇ ਜਿਹੜੀਆਂ ਉਹ ਕੌਂਸਟੀਟਿਊਸ਼ਨ ਦੇ ਵਿੱਚ ਲਿਖੀਆਂ ਵੀ ਹੋਈਆਂ ਨੇ, ਅਤੇ ਉਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਰਿਟਸ ਹੁੰਦੀਆਂ ਨੇ, ਠੀਕ ਹੈ। ਟੂ ਮੂਵ ਸੁਪਰੀਮ ਕੋਰਟ ਨੋਟ ਸਸਪੈਂਡ ਐਕਸੈਪਟ ਹੁਣ, ਠੀਕ ਹੈ। ਅੱਛਾ, ਨੈਸ਼ਨਲ ਐਮਰਜੈਂਸੀ ਦੇ ਵਿੱਚ ਇਹ ਸਸਪੈਂਡ ਹੁੰਦਾ ਹੈਗਾ, ਬਿਲਕੁਲ ਹੁੰਦਾ। ਜਦੋਂ ਐਮਰਜੈਂਸੀ ਹੁੰਦੀ ਹੈ ਆਰਟੀਕਲ 32 ਉਦੋਂ ਸਸਪੈਂਡ ਹੋ ਜਾਂਦਾ ਹੈ। ਮਤਲਬ ਕੀ ਹੈ? ਉਦੋਂ ਮੇਰੇ ਕੋਲ ਫੰਡਾਮੈਂਟਲ ਰਾਈਟਸ ਜਿਹੜੀ ਇਨਫੋਰਸਮੈਂਟ ਹੈ ਉਹ ਨਹੀਂ ਰਹਿ ਜਾਂਦੀ। ਤਾਂ ਮੇਰੇ ਕੋਲ ਦੇਖੋ ਆਰਟੀਕਲ ਜਿੱਥੋਂ ਹੁਣ ਇੱਕ ਸਿਨੈਰੀਓ ਇਮੈਜਿਨ ਕਰੋ ਕਿ ਆਪਾਤਕਾਲ ਲੱਗਿਆ ਹੋਇਆ, ਨੈਸ਼ਨਲ ਐਮਰਜੈਂਸੀ ਲੱਗੀ ਹੋਈ ਹੈ, ਸਰਕਾਰ ਨੇ ਇੰਟਰਨੈਟ ਬੰਦ ਕਰਤੇ, ਸਰਕਾਰ ਨੇ ਪ੍ਰੈਸ ਬੰਦ ਕਰਤੀ, ਅਖਬਾਰ ਬੰਦ ਕਰਤੇ, ਠੀਕ ਹੈ। ਹੁਣ ਆਰਟੀਕਲ 19 ਤੋਂ ਦੇਖੋ ਵਾਇਲੇਟ ਹੋ ਰਿਹਾ ਹੈਗਾ, ਰਾਈਟ ਟੂ ਫਰੀਡਮ ਆਫ ਸਪੀਚ ਵਾਇਲੇਟ ਹੋ ਰਹੀ ਹੈ, ਰਾਈਟ ਟੂ ਫਰੀਡਮ ਆਫ ਪ੍ਰੈਸ ਵਾਇਲੇਟ ਹੋ ਰਹੀ ਹੈ। ਤਾਂ ਹੁਣ ਸਾਡੇ ਕੋਲ ਕੋਈ ਰੈਮੇਡੀ ਨਹੀਂ ਹੈਗੀ, ਠੀਕ ਹੈ, ਰੈਮੇਡੀ ਨਹੀਂ ਹੈਗੀ। ਆਰਟੀਕਲ 32 ਨਹੀਂ ਹੈਗਾ ਕਿ ਅਸੀਂ ਉਸ ਦੇ ਅਗੇਂਸਟ ਸੁਪਰੀਮ ਕੋਰਟ ਜਾ ਸਕੀਏ ਜਾਂ ਕਿਤੇ ਹੋਰ ਜਾ ਸਕੀਏ ਉਸ ਨੂੰ ਇਨਫੋਰਸ ਕਰਾਉਣ ਵਾਸਤੇ। ਤਾਂ ਆਪਾਤਕਾਲ ਵੇਲੇ, ਨੈਸ਼ਨਲ ਐਮਰਜੈਂਸੀ ਵੇਲੇ ਆਰਟੀਕਲ 32 ਹੈ ਜਿਹੜਾ ਉਹ ਬਿਲਕੁਲ ਖਾਰਿਜ ਹੋ ਜਾਂਦਾ ਹੈ। ਇਨਫੋਰਸਮੈਂਟ ਉਹਦੀ ਇਨਫੋਰਸਿਬਿਲਿਟੀ ਨਹੀਂ ਰਹਿ ਜਾਂਦੀ ਆਰਟੀਕਲ 32 ਦੀ, ਠੀਕ ਹੈ। ਤਾਂ ਅਸੀਂ ਫੰਡਾਮੈਂਟਲ ਰਾਈਟਸ ਨੂੰ ਇਨਫੋਰਸ ਨਹੀਂ ਕਰ ਸਕਦੇ ਆਰਟੀਕਲ ਕਦੋਂ ਨਹੀਂ ਕਰ ਸਕਦੇ? ਨੈਸ਼ਨਲ ਐਮਰਜੈਂਸੀ ਵੇਲੇ, ਠੀਕ ਹੈ। ਇਹ ਚੀਜ਼ ਹੈ। ਕੋਰਟਸ ਨੇ ਜਿਹੜੀਆਂ ਉਹ ਰਿਟਸ ਇਸ਼ੂ ਕਰ ਸਕਦੀਆਂ ਨੇ, ਠੀਕ ਹੈ। ਬਿਲਕੁਲ, ਪਾਰਲੀਮੈਂਟ ਕੈਨ ਇਨਪਾਵਰ ਐਨੀ ਅਦਰ ਕੋਰਟ। ਅੱਛਾ, ਆਰਟੀਕਲ 32 ਇੱਕ ਹੋਰ ਚੀਜ਼ ਕਹਿ ਰਿਹਾ ਹੈ। ਆਰਟੀਕਲ 32 ਦੇ ਵਿੱਚ ਆਪਾਂ ਨੂੰ ਪਤਾ ਵੀ ਸੁਪਰੀਮ ਕੋਰਟ ਹੈ ਜਿਹੜੀ ਉਹ ਆਪਾਂ ਉਹਦੇ ਅਗੇਂਸਟ ਮੂਵ ਕਰ ਸਕਦੇ ਹਾਂ ਵੀ ਆਪਣੇ ਅਗਰ ਫੰਡਾਮੈਂਟਲ ਰਾਈਟ ਵਾਇਲੇਟ ਹੁੰਦੇ ਨੇ। ਬਟ ਪਾਰਲੀਮੈਂਟ ਕੀ ਹੈ? ਆਰਟੀਕਲ 32 ਦੇ ਅੰਡਰ ਇੱਕ ਪ੍ਰੋਵੀਜ਼ਨ ਇਹ ਵੀ ਹੈਗੀ ਆਰਟੀਕਲ 32 ਦੇ ਵਿੱਚ ਕਿ ਪਾਰਲੀਮੈਂਟ ਕਿਸੇ ਹੋਰ ਕੋਰਟ ਨੂੰ ਵੀ ਐਮਪਾਵਰ ਕਰ ਸਕਦੀ ਹੈ ਰਿਟ ਇਸ਼ੂ ਕਰਨ ਵਾਸਤੇ, ਠੀਕ ਹੈ। ਚਲੋ ਬਾਕੀ ਇਹ ਆਪਾਂ ਕੱਲ੍ਹ ਕਰ ਲਾਂਗੇ, ਠੀਕ ਹੈ। ਆਪਣਾ ਆਰਟੀਕਲ 32 ਵੀ ਪੈਂਡਿੰਗ ਆ ਹਲੇ। ਆਰਟੀਕਲ 32 ਦਾ ਜਿਹੜਾ ਆਪਣਾ ਮੇਨ ਕਰਕਸ ਸੀਗਾ ਉਹ ਆਪਣੇ ਕਰ ਲਿਆ, ਠੀਕ ਹੈ। ਉਸ ਤੋਂ ਬਾਅਦ 'ਚ ਜਿਹੜੇ ਹੋਰ ਰਿਟ ਪਟੀਸ਼ਨਸ ਵਗੈਰਾ ਨੇਗੀਆਂ ਉਹ ਆਪਾਂ ਬਾਅਦ 'ਚ ਕਰ ਲਾਂਗੇ, ਕੱਲ੍ਹ ਕਰ ਲਾਂਗੇ, ਠੀਕ ਹੈ। ਚਲੋ ਕੋਈ ਡਾਊਟ ਹੈ ਤਾਂ ਪਲੀਜ਼ ਦੱਸੋ। ਬਿਲਕੁਲ ਐਮਰਜੈਂਸੀ ਵੇਲੇ ਆਰਟੀਕਲ 20 ਅਤੇ 21 ਆਪਾਂ ਹਟਾਇਆ ਨਹੀਂ ਜਾ ਸਕਦਾ। ਬਿਲਕੁਲ, ਰਾਈਟ ਟੂ ਪ੍ਰੋਪਰਟੀ ਲੀਗਲ ਰਾਈਟ ਤਾਂ ਹੈਗਾ ਲਿਮਸੀ, ਬਟ ਜਿਹੜਾ ਮੈਂ ਤੁਹਾਨੂੰ ਦੱਸਿਆ ਦੋ ਕੇਸਿਸ ਰਿਲੀਜੀਅਸ ਇੰਸਟੀਟਿਊਸ਼ਨ ਅਤੇ ਮਾਈਨੋਰਿਟੀ ਦੇ ਐਜੂਕੇਸ਼ਨ ਇੰਸਟੀਟਿਊਸ਼ਨ, ਉੱਥੇ ਹਲੇ ਵੀ ਰਾਈਟ ਟੂ ਪ੍ਰੋਪਰਟੀ ਫੰਡਾਮੈਂਟਲ ਰਾਈਟ ਹੈਗਾ। ਅਦਰਵਾਈਜ਼ ਆਰਟੀਕਲ ਰਾਈਟ ਟੂ ਪ੍ਰੋਪਰਟੀ ਸਿਰਫ ਇੱਕ ਲੀਗਲ ਰਾਈਟ ਹੈ ਆਰਟੀਕਲ 300A ਦੇ ਅੰਡਰ, ਠੀਕ ਹੈ। ਹਾਂਜੀ ਪਲੀਜ਼, ਕੋਈ ਡਾਊਟ ਹੈ ਤਾਂ ਪਲੀਜ਼ ਦੱਸੋ। 5 ਰਿਟਸ ਨੇਗੀਆਂ, ਬਿਲਕੁਲ ਬਸ ਉਸ ਤੋਂ ਇਲਾਵਾ ਵੀ ਹੋਰ ਰਿਟਸ ਹੈਗੀਆਂ ਨੇ। 5 ਰਿਟਸ ਨੇ ਜਿਹੜੀਆਂ ਸਿਰਫ ਆਪਣੇ ਕੋਲੇ ਉਹ ਕੌਂਸਟੀਟਿਊਸ਼ਨ ਦੇ ਵਿੱਚ ਨੇਗੀਆਂ, ਠੀਕ ਹੈ ਜੀ, ਠੀਕ ਹੈ। ਮੋਸਟ ਵੈਲਕਮ। ਕੋਈ ਡਾਊਟ ਹੈ ਤਾਂ ਪਲੀਜ਼ ਦੱਸੋ, ਬਾਕੀ ਆਪਾਂ ਕੱਲ੍ਹ ਕਰਦੇ ਹਾਂ। ਕੱਲ੍ਹ ਆਪਾਂ ਫੰਡਾਮੈਂਟਲ ਰਾਈਟਸ ਵਾਲਾ ਚੈਪਟਰ ਕਰ ਲਾਂਗੇ, ਠੀਕ ਹੈ, ਕੰਪਲੀਟ। ਜਿਵੇਂ ਮਦਰਸੇ ਹੁੰਦੇ ਮੁਸਲਿਮ ਇੰਸਟੀਟਿਊਟ, ਬਿਲਕੁਲ ਮਾਈਨੋਰਿਟੀ ਬੇਸਡ ਲੈਂਗੁਏਜ, ਰਿਲੀਜਨ, ਟ੍ਰੈਡੀਸ਼ਨ, ਕਲਚਰ। ਹਾਂਜੀ ਕੋਈ ਡਾਊਟ ਹੈ ਤਾਂ ਪਲੀਜ਼ ਕਮੈਂਟ ਕਰੋ। ਓਕੇ ਜੀ, ਓਕੇ, ਚਲੋ ਅੱਛੀ ਗੱਲ ਹੈ। ਦੇਖੋ ਕੁਛ ਅੱਛੀ ਤਰ੍ਹਾਂ ਸਮਝ ਆ ਰਿਹਾ ਤੁਹਾਨੂੰ ਤਾਂ ਅੱਛੀ ਗੱਲ ਹੈ। ਅਦਰਵਾਈਜ਼ ਤੁਹਾਨੂੰ ਕੋਈ ਲੱਗਦਾ ਹੈ ਕਿ ਕੁਛ ਚੇਂਜਿਸ ਕਰਨੇ ਨੇ ਮੇਰੇ ਟੀਚਿੰਗ ਵੇ ਦੇ ਵਿੱਚ ਜਾਂ ਕੁਛ ਹੋਰ, ਤਾਂ ਮੋਸਟ ਵੈਲਕਮ। ਤੁਹਾਡੇ ਜਿਹੜੇ ਫੀਡਬੈਕ ਆ ਮੋਸਟ ਵੈਲਕਮ ਹੈਗਾ, ਠੀਕ ਹੈ। ਦੇਖੋ ਫਿਰ ਹੀ ਆਪਾਂ ਨੂੰ ਫਾਇਦਾ ਜੇ ਤੁਹਾਨੂੰ ਸਮਝ ਆ ਰਿਹਾ, ਅਦਰਵਾਈਜ਼ ਐਵੇਂ ਮੈਂ ਆਪਣੇ ਆਪ ਨਾਲ ਗੱਲਾਂ ਕਰਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ। ਤੁਹਾਨੂੰ ਕੁਛ ਵੀ ਕੋਈ ਚੀਜ਼ ਕਲੀਅਰ ਨਹੀਂ ਹੋਈ ਜਾਂ ਕੋਈ ਡਾਊਟ ਹੈ ਜਾਂ ਤੁਹਾਨੂੰ ਲੱਗਦਾ ਮੈਨੂੰ ਆਪਣਾ ਟੀਚਿੰਗ ਵੇ ਥੋੜ੍ਹਾ ਜਿਹਾ ਚੇਂਜ ਕਰਨਾ ਚਾਹੀਦਾ ਤਾਂ ਪਲੀਜ਼ ਮੈਨੂੰ ਦੱਸਿਆ ਕਰੋ, ਠੀਕ ਹੈ। ਇਹ ਚੀਜ਼ਾਂ ਟਾਈਮਿੰਗ 11 AM ਹੀ ਹੈ ਜੀ, ਠੀਕ ਹੈ। ਫਿਲਹਾਲ ਟਾਈਮਿੰਗ 11 AM ਹੀ ਹੈ। ਬਾਕੀ ਤੁਸੀਂ ਬੈਲ ਆਈਕਨ ਪ੍ਰੈਸ ਕਰੋ, ਤੁਹਾਨੂੰ ਨੋਟੀਫਿਕੇਸ਼ਨ ਆ ਜਾ ਕਰੇਗੀ, ਕੋਈ ਵੀ ਰਿਮਾਈਂਡਰ ਆ ਜਾ ਕਰੇਗਾ ਜਦੋਂ ਵੀ ਕਲਾਸ ਹੁੰਦੀ ਹੈ, ਠੀਕ ਹੈ। ਬਿਲਕੁਲ, ਚਲੋ ਅੱਛੀ ਗੱਲ ਹੈ, ਜਦ ਸਮਝ ਆ ਰਿਹਾ ਵੈਰੀ ਗੁੱਡ ਹੈ, ਠੀਕ ਹੈ। ਚਲੋ ਠੀਕ ਹੈ ਜੀ ਸਰ,
ਥੈਂਕ ਯੂ, ਫਿਰ ਮਿਲਦੇ ਹਾਂ ਕੱਲ੍ਹ। ਓਕੇ ਜੀ, ਸਤਿ ਸ਼੍ਰੀ